ਸਲਾਮੁਅਲੈਕਮ ਸਤਿ ਸ੍ਰੀ ਅਕਾਲ। ਯੂਨਾਨ ਮੁਕੀਮ ਜਿੰਨੇ ਵੀ ਤਾਰਕਿਨ ਵਤਨ ਹੋ, ਸਪੈਸ਼ਲੀ ਤੌਰ 'ਤੇ ਪਾਕਿਸਤਾਨ ਦੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਬੰਗਲਾਦੇਸ਼ ਦੀ ਕਮਿਊਨਿਟੀ, ਨੇਪਾਲ ਦੀ ਕਮਿਊਨਿਟੀ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਇੱਕ ਨਵੇਂ ਇੰਟਰਵਿਊ ਦੇ ਨਾਲ। ਔਰ ਸਾਡੇ ਨਾਲ ਜਿਹੜੇ ਅੱਜ ਦੇ ਮਹਿਮਾਨ ਨੇ ਉਹ ਨੇ ਭਾਈ ਕੁਮਾਰ। ਤੁਸੀਂ ਜਾਣਦੇ ਹੋ ਕਿ ਭਾਈ ਕੁਮਾਰ ਮਾਹਿਰ ਇਮੀਗ੍ਰੇਸ਼ਨ ਨੇ ਯੂਨਾਨ ਦੇ ਅੰਦਰ। ਉਹਨਾਂ ਨਾਲ ਗੁਫ਼ਤਗੂ ਕਰਨੇ ਆ, ਤੁਹਾਡੇ ਮਜ਼ੀਦ ਜਿਹੜੇ ਸਵਾਲਾਤ ਨੇ ਉਹਨਾਂ 'ਤੇ ਵੀ ਬਾਤਚੀਤ ਕਰਨੇ ਆ। ਜੀ ਭਾਈ ਕੁਮਾਰ, ਕੀ ਹਾਲ ਨੇ? ਬਸ ਠੀਕ ਹੈ ਸਿਵ, ਤੁਸੀਂ ਸੁਣਾਓ ਕਿੱਦਾਂ? ਤੁਹਾਡਾ ਠੀਕ ਠਾਕ ਹੋ? ਸਤਿ ਸ੍ਰੀ ਅਕਾਲ, ਸਲਾਮ ਅਲੈਕਮ, ਨਮਸਕਾਰ। ਅੱਛਾ ਭਾਈ ਕੁਮਾਰ, ਕਿੰਨੀ ਦੇਰ ਹੋ ਗਈ ਤੁਹਾਨੂੰ ਯੂਨਾਨ 'ਚ? ਮੈਨੂੰ ਸਿਵ 28 ਸਾਲ ਹੋ ਗਏ। 28 ਸਾਲ ਹੋ ਗਏ ਨੇ ਯੂਨਾਨ। ਹਾਂਜੀ। ਤੇ ਤੁਸੀਂ ਕਿਸ ਤਰ੍ਹਾਂ ਇਸ ਫੀਲਡ 'ਚ ਆਏ ਹੋ, ਯਾਨੀ ਕਿ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਹੋ? ਸਿਵ ਜੀ, ਤੁਸੀਂ ਦੇਖ ਹੀ ਲਿਆ ਜਿੱਦਾਂ ਕਿ ਮੇਰਾ ਤਾਂ ਕੰਮ ਹੀ ਇਹ ਆ। 20 ਸਾਲਾਂ ਤੋਂ ਮੈਂ ਇਸੇ ਚੱਕਰ ਦੇ ਵਿੱਚ ਹੀ ਹਾਂ। 2002 ਤੋਂ ਮੈਂ ਇਸੇ ਚੱਕਰ ਦੇ ਵਿੱਚ ਹੀ ਹਾਂ। 23-24 ਸਾਲ ਹੋ ਗਏ। ਜਦ ਕਿ ਪਹਿਲਾਂ ਮੈਂ ਲੋਗਿਸਟੀ ਦਾ ਕੰਮ 2015 ਤੱਕ ਕਿਸੇ ਬੰਦੇ ਦੇ ਨਾਲ ਕੀਤਾ, ਯਾਨੀ ਕਿ ਕਿਸੇ ਦਫ਼ਤਰ ਦੇ ਵਿੱਚ ਕੀਤਾ। ਅਤੇ ਉਹ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਜਿੰਨੇ ਜਣੇ ਉੱਥੇ ਸੀਗੇ ਸਾਰਿਆਂ ਨੇ ਵੱਖੋ ਵੱਖਰਾ ਆਪਣਾ ਕਰ ਲਿਆ। ਹੁਣ ਯਾਨੀ ਕਿ ਇੱਥੇ ਮੇਰਾ ਵੀ ਦਫ਼ਤਰ ਆ, ਲੇਕਿਨ ਕਿਸੇ ਹੋਰ ਦਫ਼ਤਰ ਦੇ ਨਾਲ ਜੁਆਇੰਟ ਆ, ਲੇਕਿਨ ਮੇਰਾ ਹਿੱਸਾ ਆਪਣੇ ਸਾਰੇ ਯਾਰ ਦੋਸਤ ਜਿਹੜੇ ਆਪਾਂ ਸਰਕਲ ਵਾਲੇ ਬੰਦੇ ਚਾਹੀਦੇ ਆ, ਫਾਲਤੂ ਬੰਦਾ ਨਹੀਂ ਚਾਹੀਦਾ। ਹਾਂ ਜ਼ਿੰਦਾਬਾਦ, ਯਾਨੀ ਕਿ ਵਾਰਮ ਡਿਸਟਰਬ ਵੀ ਬੜਾ ਕਰਦੀ ਨਾ। ਹਾਂਜੀ, ਤੁਹਾਨੂੰ ਪਤਾ ਮੈਂ ਤਾਂ ਫੋਨ ਨਹੀਂ ਕਿਸੇ ਬੰਦੇ 'ਤੇ ਚੱਕਿਆ ਜਾਂਦਾ। ਮੇਰੇ ਦੁਆਲੇ 3 ਫੋਨ ਤੁਸੀਂ ਦੇਖ ਲਓ ਪਏ ਆ, ਹਲੇ ਵੀ ਵੱਜੀ ਜਾਂਦੇ ਆ। ਤੇ ਮੈਂ ਤਾਦੀਆਂ ਨਾ 3-4 ਮਹੀਨੇ ਹੋ ਗਏ ਨੇ, ਤੁਸੀਂ ਟਾਈਮ ਹੀ ਨਹੀਂ ਦਿੰਦੇ ਸਾਨੂੰ। ਹਾਂ, ਤੁਸੀਂ ਤੁਹਾਡੇ ਸਾਹਮਣੇ ਆ 3 ਫੋਨ ਮੇਰੇ ਕੋਲ ਵੱਜਦੇ ਪਏ। ਬੰਦਾ ਤਾਂ ਇੱਕ ਹੀ ਆ ਨਾ, ਕੀ ਕਹਿ ਸਕਦਾ। ਫੈਮਿਲੀ ਵੀ ਆ ਇੱਥੇ, ਨਿਆਣੇ ਵੀ ਆ, ਘਰ ਸਾਰਿਆਂ ਨੂੰ ਦੇਖਣਾ। ਇੱਥੇ ਵੀ ਵਾਮ ਬਹੁਤ ਜ਼ਿਆਦਾ ਆ। ਹੁਣ ਤੁਸੀਂ ਆਏ ਆ, ਸ਼ਾਂਤੀ ਤਾਂ ਲੱਭੀ ਆ ਕਿ ਸਾਰਿਆਂ ਨੂੰ ਪਤਾ 2 ਵਜੇ ਚੱਲ ਜਾਂਦਾ। ਜੇ ਤੁਸੀਂ ਕਹਿੰਦੇ ਵੀ ਮੈਂ ਬਾਹਰ ਕਹਾਂ ਵੀ ਮੈਂ 6 ਵਜੇ ਤੱਕ ਬੈਠਾ, ਤੇ ਫਿਰ ਹੁਣ ਨੂੰ ਹਲੇ ਬਾਹਰ ਲੈਣ ਲੱਗੀ ਹੋਣੀ ਸੀ। ਲਓ ਜੀ, ਇਹਨਾਂ ਕੋਲੋਂ ਟਾਈਮ ਬੜਾ ਮੁਸ਼ਕਲ ਮੈਂ ਵੀ ਲਿਆ ਹੈ, ਔਰ ਇਹਨਾਂ ਦੀ ਮੁਹੱਬਤ ਹੈ ਕਿ ਇਹਨਾਂ ਨੇ ਟਾਈਮ ਹੀ ਅੱਜ ਦਿੱਤਾ ਸਾਨੂੰ। ਅਤੇ ਪਹਿਲੀ ਗੱਲ ਤਾਂ ਹੈ, ਜਿੰਨੇ ਵੀ ਇੱਥੇ ਬੰਦੇ ਨੇ ਯਾਨੀ ਕਮਿਊਨਿਟੀ ਦੇ ਹਵਾਲੇ ਨਾਲ, ਪਾਕਿਸਤਾਨੀ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਬੰਗਲਾਦੇਸ਼ ਦੀ ਕਮਿਊਨਿਟੀ, ਨੇਪਾਲ ਦੀ ਕਮਿਊਨਿਟੀ, ਅਤੇ ਤੁਸੀਂ ਯਾਰ ਇਹ ਸਾਰਿਆਂ ਵਾਸਤੇ ਹੀ ਤੁਸੀਂ ਵੀਡੀਓਜ਼ ਅਪਲੋਡ ਕਰਦੇ ਹੋ, ਅਤੇ ਕਿਆ ਰਿਸਪਾਂਸ ਬੰਦਿਆਂ ਦਾ ਅੱਛਾ ਆ ਰਿਹਾ ਤੁਹਾਡੇ? ਹਾਂਜੀ ਜੀ, ਖਾਸ ਤੌਰ 'ਤੇ ਸਾਡੀਆਂ ਦੋਨੇ ਬੰਦਿਆਂ ਦਾ, ਜਾਣੀ ਕਿ ਖਾਸ ਤੌਰ 'ਤੇ ਪੰਜਾਬੀ ਜਿਹੜੇ ਸਾਡੇ ਦੋਨੇ ਭਰਾ ਉੱਧਰਲੇ ਵੀ, ਚਾਹੇ ਲਹਿੰਦੇ ਵਾਲੇ ਅਤੇ ਚਾਹੇ ਚੜ੍ਹਦੇ ਵਾਲੇ ਪੰਜਾਬੀ ਆ, ਦੋਨੇ ਬੜੀ ਵੀਡੀਓ ਮੇਰੀਆਂ ਨੂੰ ਪਸੰਦ ਕਰਦੇ ਆ। ਤੁਹਾਡੇ ਸਾਹਮਣੇ ਆ, ਕਹਿਰ ਦੇ ਵਿਊ ਆਉਂਦੇ ਪਏ ਆ, ਸਭ ਲਾਇਕ ਕਮੈਂਟ। ਇਕੱਲੇ ਇੱਥੇ ਨਹੀਂ, ਪੂਰੀ ਦੁਨੀਆ ਵਿੱਚ ਮੇਰੇ ਖਿਆਲ 'ਚ ਮੇਰੇ ਪਹਿਲੀ ਵੀਡੀਓ ਮੇਰੀ ਸੁਣੀ ਜਾਂਦੀ ਆ ਸਾਡੇ ਯੂਨਾਨ ਦੇ ਵਿੱਚ। ਜਿੰਨੀ ਵਾਰੀ ਵੀ ਮੈਂ ਕਮੈਂਟ ਦੇਖਿਆ, ਦੂਸਰੇ ਨੰਬਰ 'ਤੇ ਮੇਰੀ ਵੀਡੀਓ ਪਾਕਿਸਤਾਨ ਵਿੱਚ ਲੋਕੀ ਬੈਠੇ ਵੀਡੀਓ ਸੁਣਦੇ ਪਏ ਆ। ਬੜੀ ਲੋਕਾਂ ਦੀ ਰਹਿਨਮਾਈ ਹੁੰਦੀ। ਹਾਂਜੀ, ਯਾਨੀ ਕਿ ਪਾਕਿਸਤਾਨ ਤੋਂ ਬਹੁਤ ਮੈਨੂੰ ਦੂਸਰਾ ਕੰਟਰੀ ਜਿਹੜੀ ਜਿੱਥੇ ਮੇਰੇ ਪਾਕਿਸਤਾਨ ਦੇ, ਇੰਡੀਆ ਵੀ ਹੋ ਸਕਦਾ ਦੂਸਰੇ ਨੰਬਰ 'ਤੇ, ਲੇਕਿਨ ਇੰਡੀਆ 'ਚ ਤਾਂ ਕਿਉਂਕਿ ਸਾਡੇ ਟਿਕਟੋਕ ਤੁਹਾਨੂੰ ਪਤਾ ਚੱਲਦਾ ਨਹੀਂ ਹੈਗਾ, ਉਹਦੀ ਵਜ੍ਹਾ ਨਾਲ। ਅੱਛਾ, ਤੇ ਗੱਲ ਹੈ ਵੀ ਜਿਹੜੇ ਬੰਦਿਆਂ ਕੋਲ 3 ਸਾਲ ਇਮੀਗ੍ਰੇਸ਼ਨ ਵਾਲੇ ਪੇਪਰ ਨੇ, ਹਾਂਜੀ, ਯਾਨੀ 3 ਸਾਲ ਇਮੀਗ੍ਰੇਸ਼ਨ ਦੇ ਤਹਿਤ ਉਹਨਾਂ ਯੂਨਾਨ ਦੇ ਲੀਗਲ ਪੇਪਰ ਲਏ ਨੇ, ਕਿਆ ਉਹ ਹੈਪੀ ਮੈਕਰੋਨ ਲੈ ਸਕਦੇ ਨੇ? ਨਹੀਂ, ਇੰਨੀ ਜਲਦੀ ਨਹੀਂ। ਕਾਨੂੰਨ ਇਹ ਕਹਿੰਦਾ ਆ ਕਿ ਹੈਪੀ ਮੈਕਰੋਨ ਉਹ ਬੰਦਾ ਅਪਲਾਈ ਕਰ ਸਕਦਾ ਜਿਹਨੂੰ ਇੱਥੇ 12 ਸਾਲ ਹੋ ਗਏ। ਜਾਣੀ ਕਿ ਕਹਿਣ ਦਾ ਭਾਵ ਇਹ ਆ, ਜਿੱਦਾਂ ਜਿਸ ਬੰਦੇ ਨੇ 7 ਸਾਲ ਕੱਟ ਕੇ ਆਪਣਾ ਇੱਕ ਆਦੀਆ ਪਾਰਾਮੂਨੀ ਲਿਆ ਆ, ਉਹ ਤੋਂ ਬਾਅਦ ਜਿੱਦਣ ਉਹਨੂੰ ਆਦੀਆ ਪਾਰਾਮੂਨੀ ਮਿਲ ਗਿਆ, ਫਿਰ ਉਹਨੂੰ 5 ਸਾਲਾਂ ਬਾਅਦ ਹੈਪੀ ਮੈਕਰੋਨ ਅਪਲਾਈ ਕਰ ਸਕਦਾ। ਉਹ ਤੋਂ ਬਾਅਦ ਜਿਹੜੇ ਬੰਦਿਆਂ ਨੇ 3 ਸਾਲ ਦੇ ਪੇਪਰ ਹੁਣ ਲਏ ਆ ਨਵੀਂ ਇਮੀਗ੍ਰੇਸ਼ਨ ਦੇ ਨਾਲ, ਜਾਣੀ ਕਿ 193 ਦੀ ਧਾਰਾ ਦੇ ਨਾਲ, ਉਹ ਬੰਦੇ ਹੈਪੀ ਮੈਕਰੋਨ ਹੱਲੇ ਨਹੀਂ ਕਰ ਸਕਦੇ। ਇੱਕ ਆਦੀਆ ਪਾਰਾਮੂਨੀ ਉਹਨਾਂ ਦੇ ਹੱਥ ਵਿੱਚ 3 ਸਾਲ ਦਾ ਆਇਆ। ਉਹ ਤੋਂ ਬਾਅਦ ਫਿਰ ਉਹਨਾਂ ਦੇ ਆਦੀਆ ਪਾਰਾਮੂਨੀ 2 ਸਾਲ ਦਾ ਆਊਗਾ, ਫਿਰ 2 ਸਾਲ ਦਾ ਆਊਗਾ। ਫਿਰ ਉਹ ਤੋਂ ਬਾਅਦ ਜਿੱਦਣ ਉਹਨਾਂ ਨੂੰ 7 ਸਾਲ ਹੋ ਜਾਣਗੇ ਲੀਗਲ ਇੱਥੇ, ਉਹ ਤੋਂ ਬਾਅਦ ਫਿਰ 5 ਸਾਲ ਹੋਣਗੇ, ਤਾਂ ਫਿਰ ਉਹ ਜਾ ਕੇ ਹੈਪੀ ਮੈਕਰੋਨ ਅਪਲਾਈ ਕਰਨਗੇ। ਜਾਣੀ ਕਿ ਇਹ ਜਿਹੜੀ ਮੈਂ ਗੱਲ ਸਮਝਾਈ, ਇਹਦੇ ਵਿੱਚ ਹੋ ਸਕਦਾ ਕੁਛ ਬੰਦਿਆਂ ਨੂੰ ਪਤਾ ਨਾ ਲੱਗੇ। ਮੋਟਾ ਪੰਜਾਬੀ ਸੌਦਾ 12 ਸਾਲਾਂ ਤੋਂ ਬਾਅਦ ਹੈਪੀ ਮੈਕਰੋਨ ਅਪਲਾਈ ਕਰ ਸਕਦੇ ਆ, 3 ਸਾਲ ਦੀ ਇਮੀਗ੍ਰੇਸ਼ਨ ਵਾਲੇ ਜਿਨ੍ਹਾਂ ਨੇ ਲਏ ਆ ਪੇਪਰ। ਤੇ ਜਿਨ੍ਹਾਂ 3 ਸਾਲ ਇਮੀਗ੍ਰੇਸ਼ਨ ਦੇ ਤਹਿਤ ਪੇਪਰ ਲਏ ਨੇ, ਉਹਨਾਂ ਨੂੰ ਤਕਰੀਬਨ ਕਿੰਨੇ ਸਮੇਂ ਬਾਅਦ ਚਾਹੀਦੇ ਨੇ ਪੇਪਰ ਰੀਨਿਊ ਕਰਾਉਣ ਵਾਸਤੇ? ਹਾਲੇ ਉਹਨਾਂ ਨੂੰ ਐਨਸੀਮਾ ਦੀ ਕੋਈ ਕਲੀਅਰ ਨਹੀਂ ਹੈਗੀ, ਲੇਕਿਨ ਸਰਕਾਰ ਸਾਨੂੰ ਇਹ ਕਹਿੰਦੀ ਪਈ ਆ ਕਿ ਜਿਨ੍ਹਾਂ ਦੇ ਮੈਂ ਹੁਣ ਅਪਲਾਈ ਕੀਤੇ ਆ, 3 ਸਾਲ ਦੇ ਬੰਦਿਆਂ ਦੇ ਆਉਣਾ ਮੁੱਕਦੇ ਪਏ ਸੀ ਆਦੀਆ ਪਾਰਾਮੂਨੀ, ਉਹਨਾਂ ਦੇ ਅਪਲਾਈ ਕੀਤੇ ਆ ਉਹਨਾਂ ਨੇ। ਉਸੇ ਲਈ ਉਹਨਾਂ ਨੂੰ ਸਰਕਾਰ ਮੰਗਦੀ ਪਈ ਆ ਕਿ ਤੁਹਾਡੇ ਕੋਲ ਆਉਣ ਵਾਲੇ 1 ਸਾਲ ਦਾ ਪੂਰੀ ਸੀਮਬਾਸੀ ਹੋਣੀ ਚਾਹੀਦੀ ਹੈ ਮਾਲਕ ਦੇ ਨਾਲ। ਯਾਨੀ ਕਮ ਸੇ ਕਮ 1 ਸਾਲ ਮਾਲਕ ਦੇ ਕੋਲ ਰਹਿਣਾ। 1 ਸਾਲ ਦੀ, ਕਮ ਸੇ ਕਮ 1 ਸਾਲ ਦੀ ਸੀਮਬਾਸੀ ਬੜੇ ਸਖਤੀ ਦੇ ਨਾਲ ਹੋਣੀ ਚਾਹੀਦੀ ਆ। ਜੇ ਤੁਸੀਂ 2 ਵਾਰੀ ਕਹਿਣ 'ਤੇ ਨਹੀਂ ਕਰਦੇ, ਤੀਸਰੀ ਤੁਹਾਡੇ ਪੇਪਰ ਰਿਜੈਕਟ ਹੋ ਜਾਂਦੇ ਆ। ਅੱਛਾ, ਤੇ ਜਿਹੜੇ ਫਿਰ ਦੂਸਰੇ ਅਫਰਾਦ ਨੇ ਜਿਹੜੇ ਯਾਨੀ ਇੱਥੇ ਜ਼ਰਾਤ ਦੇ ਵੀਜ਼ੇ 'ਤੇ ਆਏ ਨੇ, ਯਾਨੀ ਐਗਰੀਕਲਚਰ ਦੇ ਵੀਜ਼ਿਆਂ 'ਤੇ ਆਏ ਨੇ, ਫਾਰਮਾਂ 'ਤੇ ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਢੇਰ ਸਾਰੀਆਂ ਮੁਸ਼ਕਲਾਤ ਨੇ। ਉਹਨਾਂ ਵਾਸਤੇ ਵੀ ਕੋਈ ਹੁਕੂਮਤ ਯੂਨਾਨ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਕਾਨੂੰਨ ਲੈ ਕੇ ਆਏਗੀ, ਜਿਸ ਤਰ੍ਹਾਂ ਹੁਣ ਅਸੈਂਬਲੀ 'ਚ ਬਿੱਲ ਵੀ ਪੇਸ਼ ਹੋਏ? ਹਾਂਜੀ, ਖਾਸ ਤੌਰ 'ਤੇ ਆਪਾਂ ਤੁਹਾਨੂੰ ਪਤਾ ਕਿੰਨੇ ਦਿਨਾਂ ਤੋਂ ਮੈਂ ਵੀ ਟਿਕਟੋਕ 'ਤੇ ਦੱਸ ਰਿਹਾ, ਫੀਸ ਤੂੰ ਵੀ ਦੱਸ ਰਿਹਾ, ਬੜਾ ਵਧੀਆ ਕੰਮ ਕਰਦਾ ਪਿਆ ਤੂੰ ਵੀ, ਮੇਰਾ ਭਰਾ ਜਿੰਨੇ ਜੋਗੇ ਹੈਗੇ ਤੁਸੀਂ ਦੱਸਦੇ ਪਏ ਅਸੀਂ ਸਾਰੇ ਨੇ ਟਿਕਟੋਕ 'ਤੇ ਕਿ ਸਰਕਾਰ ਕਹਿੰਦੀ ਹੈ ਮੈਂ ਜਿਹੜਾ ਬੰਦਾ 3 ਸਾਲ ਤੋਂ ਜ਼ਿਆਦਾ ਵਿਹਲਾ ਰਹਿ ਗਿਆ ਉਹਦੇ ਮੈਂ ਪੇਪਰ ਖਰਾਬ ਕਰ ਦੇਣੇ ਆ।
ਹੁਣ 2 ਦਿਨ ਤੋਂ ਕੱਲ ਤੋਂ ਤੇ ਅੱਜ ਦੀ ਗੱਲ ਤੋਂ ਇਹ ਸਾਹਮਣੇ ਆ ਰਿਹਾ ਮੇਰੇ, ਮੈਂ ਇਹ ਗੱਲ ਸੁਣਦਾ ਪਿਆ ਸੀ, ਤੁਹਾਡੀ ਨਾਲ ਮੇਰੀ ਅਪਾਇੰਟਮੈਂਟ ਸੀਗੀ, ਉਹ ਗੱਲ ਸੁਣਦਾ ਪਿਆ ਸੀ ਮੰਤਰੀ ਸਾਹਿਬ ਦੀ, ਵਜ਼ੀਰ ਸਾਹਿਬ ਦੀ, ਕਿ ਉਹ ਇਹਦੇ ਵਿੱਚ ਹੁਣ ਉਹ ਇਹ ਕਹਿੰਦਾ ਪਿਆ ਕਿ ਜਿਹੜਾ ਉਹ ਕਾਨੂੰਨ ਆ ਜਿਹੜੇ ਬਾਹਰੋਂ ਬੰਦੇ ਆਏ ਆ ਉਹਨਾਂ 'ਤੇ ਇਹ ਲਾਗੂ ਹੁੰਦਾ ਪਿਆ ਆ, ਜਦ ਕਿ ਜਿਹੜੇ ਇੱਥੇ ਬੰਦੇ ਜਿਹਨਾਂ ਕੋਲ 10 ਸਾਲ ਦਾ ਜਾਂ ਐਪੀ ਮੈਕਰੋਨ ਆਦੀਆਂ ਪਾਰਾਮੁਨੀਆ ਉਹਨਾਂ ਲਈ ਨਹੀਂ ਇਹ ਕਾਨੂੰਨ ਹੈਗਾ ਵੀ ਤੁਸੀਂ 3 ਮਹੀਨੇ ਵਿਹਲੇ ਰਹਿ ਜਾਓਗੇ, ਤੁਹਾਡੇ ਪੇਪਰ ਖਰਾਬ। ਜਿਹੜੇ ਬੰਦੇ ਬਾਹਰੋਂ ਵੀਜ਼ਿਆਂ 'ਤੇ ਆਉਂਦੇ ਆ ਉਹਨਾਂ 'ਤੇ ਇਹ ਕਾਨੂੰਨ ਲਾਗੂ ਹੋਣ ਡਿਆ ਆ। ਕਿ ਬਾਕੀ ਫੀਸ ਜਿੰਨਾ ਚਿਰ ਅਸੀਂ ਚੱਲਦੇ ਪਏ ਆ, ਸੋਮਵਾਰ ਤੱਕ ਕਾਨੂੰਨ ਦੇ ਵਿੱਚ ਬਹੁਤ ਚੇਂਜਿੰਗ ਆਉਣੀ ਆ। ਅੱਛਾ, ਉਹ ਹੁਣ ਤੋਂ ਨਾ ਫਿਲਹਾਲ ਇਹ ਕਹਿ ਦਿੱਤਾ ਕਿ ਉਹਨਾਂ ਸਿਰਫ ਅਫਰਾਦ ਵਾਸਤੇ ਕਿ ਜਿਹੜੇ ਹੁਣ ਵੀਜ਼ਿਆਂ ਤੇ ਆ ਰਹੇ ਨੇ, ਯਾਨੀ ਜਿਹਨਾਂ 3 ਸਾਲ ਇਮੀਗ੍ਰੇਸ਼ਨ ਲਈ ਜਾਂ 7 ਸਾਲ ਲਈ, ਉਹਨਾਂ ਵਾਸਤੇ ਕੋਈ ਨਹੀਂ ਹੈ। ਹਾਂਜੀ, ਫਿਲਹਾਲ ਉਹਨਾਂ ਦੇ ਉੱਪਰ ਕੋਈ ਗੱਲਬਾਤ ਨਹੀਂ। 3 ਸਾਲ ਵਾਲਿਆਂ ਦੇ ਉੱਪਰ ਆਲਰੇਡੀ ਲਾਗੂ ਆ ਇਹ ਗੱਲ ਕਿ 3 ਸਾਲ ਵਾਲੇ ਬੰਦੇ ਜਿਹੜੇ ਇੱਥੇ ਰਹਿੰਦੇ ਪਏ ਆ ਉਹ ਕੰਮ ਕਰਦੇ ਹੋਣ, ਉਹਨਾਂ ਲਈ ਉਹ ਪਹਿਲਾਂ ਵੀ ਕਾਨੂੰਨ ਸੀਗਾ ਕਿ ਤੁਸੀਂ ਕੰਟਰੀ ਤੋਂ ਬਾਹਰ ਨਹੀਂ ਰਹਿਣਾ, 90 ਦਿਨ ਤੋਂ ਜ਼ਿਆਦਾ ਤੁਹਾਡਾ ਏਕਾ ਬੰਦ ਹੋ ਗਿਆ ਤੇ ਤੁਸੀਂ ਤੁਹਾਡੇ ਪੇਪਰ ਜਾਂਦੇ ਲੱਗਣਗੇ। 3 ਸਾਲ ਵਾਲਿਆਂ ਦੇ ਉੱਪਰ ਉਹ ਕਾਨੂੰਨ ਲਾਗੂ ਆ ਅੱਜ ਦੀ ਡੇਟ ਦੇ ਵਿੱਚ। ਤੇ ਜਦੋਂ ਉਹਨਾਂ ਨੇ ਪੇਪਰ ਨਿਊ ਕਰਾਉਣੇ ਆ ਉਦੋਂ ਉਹਨਾਂ ਤੋਂ ਘੱਟ ਸੀਮਬਾਸੀ ਚਾਹੀਦੀ ਆ, 1 ਸਾਲ ਦੀ ਉਹਨਾਂ ਕੋਲ ਸੀਮਬਾਸੀ ਚਾਹੀਦੀ ਆ। ਤੇ ਹਲੇ ਐਂਸਮਾਂ ਦੀ ਕੋਈ ਗੱਲ ਕਲੀਅਰ ਨਹੀਂ ਹੈਗੀ। ਜਿਹੜਾ ਕਾਨੂੰਨ ਬਾਹਰੋਂ ਬੰਦੇ ਆਉਂਦੇ ਆ, ਜਿੰਨੇ ਵੀ ਬੰਦਿਆਂ ਨੇ ਇੱਥੇ ਆਣ ਕੇ ਪੇਪਰ ਆਪਣੇ ਲੈ ਲਏ, ਚਾਹੇ ਉਹ ਸੀਜ਼ਨ ਵੀਜ਼ੇ ਤੇ ਆ ਜਿਹੜਾ 9 ਮਹੀਨੇ ਵਾਲਾ ਕਹਿੰਦੇ ਆ, ਤੇ ਚਾਹੇ ਲੌਂਗ ਟਾਈਮ ਵੀਜ਼ਾ ਜਿਹੜਾ ਯਾਨੀ ਕਿ 5 ਸਾਲ ਦਾ ਜਿਹੜੇ 12 ਮਹੀਨੇ ਤੇ ਆਪਾਂ ਕਹਿੰਦੇ ਆ, ਉਹਨਾਂ ਨੇ ਇੱਥੇ ਰਹਿਣਾ ਆ ਤੇ ਉਹਨਾਂ ਨੇ ਕੰਮ ਕਰਨਾ ਆ। 3 ਮਹੀਨੇ ਤੋਂ ਜ਼ਿਆਦਾ ਉਹਨਾਂ ਨੇ ਵਿਹਲੇ ਨਹੀਂ ਰਹਿਣਾ। ਯਾਨੀ ਜਿਹੜੇ ਵੀਜ਼ਿਆਂ ਤੇ ਆਏ ਨੇ ਜਾਂ ਸੀਜ਼ਨਲ ਵੀਜ਼ੇ ਤੇ ਆਏ ਨੇ, ਯਾਨੀ ਜਿਹੜਾ 9 ਮਹੀਨੇ ਦਾ ਵੀਜ਼ਾ ਜਾਂ 1 ਸਾਲ ਦਾ ਵੀਜ਼ਾ ਹੈ, ਯਾਨੀ ਮੈਕਸਿਮਮ ਉਹ 5 ਸਾਲ ਤੱਕ ਯੂਨਾਨ ਰਹਿ ਸਕਦੇ ਨੇ, ਉਸ ਤੋਂ ਬਾਅਦ ਉਹਨਾਂ ਵਾਪਸ ਜਾਣਾ। ਜਿਹੜਾ 9 ਮਹੀਨੇ ਵਾਲਾ ਵੀਜ਼ਾ ਆ ਉਹਦੇ ਉੱਪਰ ਉਹ 9 ਮਹੀਨੇ ਬਾਅਦ ਉਹਨਾਂ ਨੇ ਇੱਕ ਵਾਰੀ ਕੰਟਰੀ ਕ੍ਰੋਸ ਕਰਨੀ ਆ। ਜਿਹੜਾ 12 ਮਹੀਨੇ ਵਾਲਾ ਵੀਜ਼ਾ ਆ ਉਹਨਾਂ ਨੇ 5 ਸਾਲ ਤੱਕ ਇੱਥੇ ਗ੍ਰੀਸ ਦੇ ਵਿੱਚ ਰਹਿਣਾ। ਉਹ ਤੋਂ ਬਾਅਦ 5 ਸਾਲ ਤੋਂ ਬਾਅਦ ਉਹਨਾਂ ਨੇ ਇੱਕ ਵਾਰੀ ਸ਼ੈਂਗਨ ਤੋਂ ਬਾਹਰ ਜਾਣਾ, ਦੁਬਾਰਾ ਵੀਜ਼ਾ ਲੈ ਕੇ ਆਉਣਾ, ਤਾਂ ਫਿਰ ਉਹਨਾਂ ਦੇ ਪੇਪਰ ਅੱਗੇ ਦੁਬਾਰਾ ਚਾਲੂ ਹੋ ਜਾਣਗੇ। ਤੇ ਲੇਕਿਨ ਉਹ ਜਿਹੜੇ ਵੀਜ਼ਿਆਂ ਤੇ ਆਏ ਨੇ ਜਾਂ ਸੀਜ਼ਨਲ ਵੀਜ਼ਿਆਂ ਤੇ ਨੇ ਜਾਂ ਉਹ 12 ਮਹੀਨੇ ਵਾਲੇ ਵੀਜ਼ੇ ਤੇ ਨੇ, ਉਹ ਜਿਹਨੂੰ 5 ਸਾਲ ਦਾ ਹੈ, ਹਾਂਜੀ, ਉਹਨਾਂ ਦੇ ਕਾਰਡ ਤੇ ਸਾਰੇ ਹੁਣ 3 ਸਾਲ ਦਾ ਹੀ ਹਕੂਮਤ ਦੇ ਰਹੀ ਹੈ, ਉਹਦੇ ਤੇ ਕੀ ਲਾਇਆ? ਹਾਂਜੀ, ਫੀਸ ਜਾਣੀ ਕਿ ਤੁਸੀਂ ਜਦੋਂ ਆਪਾਂ ਮਾਈਗ੍ਰੇਸ਼ਨ ਦੇ ਵਿੱਚ ਸਰਚ ਮਾਰਦੇ ਆ ਉਹਦੇ ਵਿੱਚ ਕੈਟਾਗਰੀਆਂ ਆ, ਲਗਭਗ ਕੋਈ 700 ਕੈਟਾਗਰੀ ਦਾ ਆਦੀਆਂ ਪਾਰਾਮੁਨੀ ਆ, 700 ਕੈਟਾਗਰੀ ਦਾ ਆਦੀਆਂ ਪਾਰਾਮੁਨੀ ਆ। ਸਾਡੇ ਬੰਦੇ ਰੰਗ ਦੇਖਦੇ ਆ, ਰੰਗ ਤਾਂ ਜੇ ਤੁਸੀਂ ਅੱਜ ਗਰੀਕੀਆਂ ਦੇ ਤਫਤ ਦਿੱਤੇ ਤਾਂ ਦੇਖੋ ਉਹ ਵੀ ਸਾਡੇ ਆਦੀਆਂ ਪਾਰਾਮੁਨੀ ਵਰਗਾ ਹੀ ਹੈ, ਸਹੀ ਹੈ ਨਾ। ਤੁਸੀਂ ਰੰਗ ਨਾ ਦੇਖੋ, ਕੈਟਾਗਰੀਆਂ ਦੇਖੋ। ਅੱਜ ਮੇਰੀ ਸਵੇਰੇ ਵੀ ਕਿਸੇ ਬੰਦੇ ਨਾਲ ਗੱਲ ਹੁੰਦੀ ਪਈ ਸੀ, ਮੇਰੇ ਘਰ ਵੀ ਗੱਲ, ਉਹ ਬੰਦੇ ਨੂੰ ਮੈਂ ਆਪਣੇ ਘਰ ਦੀ ਐਗਜ਼ਾਮਪਲ ਦਿੱਤੀ ਆ ਕਿ ਮੇਰੀ ਬੇਗਮ ਦੇ ਕੋਲ ਹੋਰ ਕੈਟਾਗਰੀ ਆਦੀਆਂ ਪਾਰਾਮੁਨੀ ਆ, ਮੇਰੇ ਕੋਲ ਹੋਰ ਕੈਟਾਗਰੀ ਆਦੀਆਂ ਪਾਰਾਮੁਨੀ ਆ, ਮੇਰੇ ਬੇਟੇ ਦੇ ਕੋਲ ਹੋਰ ਕੈਟਾਗਰੀ ਆਦੀਆਂ ਪਾਰਾਮੁਨੀ ਆ। ਜੇ ਹੁਣ ਅਸੀਂ 3 ਇੱਥੇ ਭਰਾ ਬੈਠੇ, ਅਸੀਂ ਤਿੰਨਾਂ ਦਾ ਕੱਢ ਕੇ ਆਦੀਆਂ ਪਾਰਾਮੁਨੀ ਚੱਕਾ ਲਈਏ, ਤਿੰਨਾਂ ਕੋਲ ਵੱਖੋ ਵੱਖਰੀਆਂ ਕੈਟਾਗਰੀ ਦੇ ਆਦੀਆਂ ਪਾਰਾਮੁਨੀ ਆ। ਇਸ ਕਰਕੇ ਤੁਸੀਂ ਜਿੰਨੇ ਵੀ ਮੇਰੇ ਭਰਾ ਬੈਠੇ ਆ, ਪੰਜਾਬੀ ਸੌਦਾ ਨਾ ਦੇਖੋ, ਰੰਗ ਨਾ ਦੇਖੋ, ਕੈਟਾਗਰੀਆਂ ਦੇਖੋ। ਨਹੀਂ, ਜਿਹੜੇ ਸੀਜ਼ਨਲ ਵੀਜ਼ੇ ਤੇ ਨੇ ਜਾਂ 12 ਮਹੀਨੇ ਵਾਲੇ ਵੀਜ਼ੇ ਤੇ ਨੇ, ਉਹਨਾਂ ਨੇ ਵਾਪਸ ਲਾਜ਼ਮ ਜਾਣਾ। ਹਾਂਜੀ, ਜਿਹੜੇ ਸੀਜ਼ਨ ਵੀਜ਼ਾ ਆ, 9 ਮਹੀਨੇ ਦਾ ਵੀਜ਼ਾ ਆ, ਉਹਨਾਂ ਨੇ ਇੱਕ ਵਾਰੀ ਕੰਟਰੀ ਕ੍ਰੋਸ ਕਰਨੀ ਆ। ਬਹੁਤੇ ਬੰਦਿਆਂ ਨਾਲ ਮੇਰੀ ਇੱਥੇ ਆਣ ਕੇ ਬਹਿਸ ਹੋਈ ਆ ਕਿ ਤੁਸੀਂ ਤਾਂ ਕਹਿੰਦੇ ਜਾਣਾ ਬੰਦੇ ਨੂੰ ਕਾਰਡ ਲੱਭ ਗਿਆ। ਤੁਹਾਨੂੰ ਦੱਸਿਆ ਇੱਥੇ ਗ੍ਰੀਸ ਦੇ ਵਿੱਚ ਹਲੇ ਇਹ ਕਾਨੂੰਨ ਇੰਨਾ ਸਖਤ ਨਹੀਂ ਹੈਗਾ। ਜਿੱਦਣ ਕਾਨੂੰਨ ਨੇ ਆਪਣੀ ਸਖਤੀ ਫੜ ਲਈ ਉਦਣ ਤੁਸੀਂ ਨਹੀਂ ਗਏ, 1 ਮਹੀਨਾ ਵੀ ਤੁਹਾਡਾ ਕੰਮ ਤੁਸੀਂ ਇੱਥੇ ਰਹਿ ਗਿਆ ਤਾਂ ਤੁਹਾਡੇ ਪੇਪਰ ਗਏ। ਹਾਂ, ਯਾਨੀ ਕਿ ਤੁਸੀਂ ਜਾਣਾ ਜ਼ਰੂਰ ਹੈ, ਵਾਪਸ ਆਉਣਾ, ਔਰ ਮਾਲਕ ਨਾਲ ਹੀ ਉਹਨਾਂ ਡਿਪੈਂਡ ਰਹਿਣਾ। ਮਾਲਕ ਤੋਂ ਇਲਾਵਾ ਉਹਨਾਂ ਦਾ ਕਾਰਡ ਵੀ ਨਹੀਂ ਚੱਲ ਸਕਦਾ। ਹਾਂਜੀ, ਮਾਲਕ ਤੋਂ ਬਗੈਰ ਉਹਨਾਂ ਦਾ ਕੋਈ ਕਾਰਡ ਨਹੀਂ ਚੱਲਦਾ। ਜਿੰਨੇ ਵੀ ਬੰਦੇ ਬਾਹਰਲੀ ਕੰਟਰੀ ਤੋਂ ਇੱਥੇ ਆਉਂਦੇ ਆ ਕੰਮ ਕਰਨ, ਉਹਨਾਂ ਨੇ ਮਾਲਕ ਦਾ ਲੈਟਰ ਉਹਨਾਂ ਨੂੰ ਲਾਜ਼ਮੀ ਹੀ ਚਾਹੀਦਾ। ਤੇ ਨਾਲੇ ਭਾਈ ਕੁਮਾਰ, ਬੜੇ ਸਾਰੇ ਐਸੇ ਅਫਰਾਦ ਨੇ ਜਿਹੜੇ ਸੀਜ਼ਨਲ ਵੀਜ਼ਿਆਂ ਤੇ ਯੂਨਾਨ ਚ ਆਏ, ਉਹ ਜਾਂ ਅਗਲੀ ਕੰਟਰੀ ਚਲੇ ਗਏ ਨੇ ਜਾਂ ਉਹਨਾਂ ਮਾਲਕ ਇਹਨੂੰ ਛੱਡ ਕੇ ਵਿਦਆਊਟ ਇਨਫਾਰਮ ਜਾਂ ਮਾਲਕ ਨੂੰ ਦੱਸਿਆ ਵੀ ਹੈ, ਉਹ ਮਾਲਕ ਨੂੰ ਚਲੇ ਗਏ ਨੇ। ਉਹ ਕਿਆ ਉਹਨਾਂ ਦਾ ਮਾਲਕ ਉਹਨਾਂ ਦੇ ਪੇਪਰ ਰੁਕਵਾ ਸਕਦਾ, ਕੈਂਸਲ ਕਰਵਾ ਸਕਦਾ? ਮਾਲਕ ਪਖਰਿਓਮੈਨੁਸ, ਜਾਨੀ ਪਖਰਿਓਮੈਨ ਦਾ ਮਤਲਬ ਮਾਲਕ ਨੂੰ ਜ਼ਰੂਰੀ ਹੀ ਆ ਕਿ ਜਦੋਂ ਕੋਈ ਬੰਦਾ ਤੂੰ ਬਾਹਰੋਂ ਬੁਲਾਉਣਾ ਆ, ਤੂੰ 12 ਮਹੀਨੇ ਲਈ ਬੁਲਾਇਆ, ਤੂੰ 5 ਸਾਲ ਲਈ ਉਹਦੀ ਜ਼ਿੰਮੇਵਾਰੀ ਲੈਣਾ। ਤੂੰ 9 ਮਹੀਨੇ ਲਈ ਬੁਲਾਇਆ, 9 ਮਹੀਨੇ ਲਈ ਤੇਰੀ ਜ਼ਿੰਮੇਵਾਰੀ ਆ। ਜੇ ਮਾਲਕ ਉਹਨਾਂ ਦੀ ਰਿਪੋਰਟ ਨਹੀਂ ਕਰਦਾ, ਮਾਲਕ ਦੇ ਉੱਪਰ ਲੀਗਲ ਐਕਸ਼ਨ ਲੈ ਸਕਦੇ ਆ। ਯਾਨੀ ਕਿ ਜਿੰਨੇ ਅਫਰਾਦ ਮਾਲਕਾਂ ਕੋਲ ਸਾਈਡ ਕਰ ਗਏ ਨੇ, ਯਾਨੀ ਜਿਹੜੇ ਜਿੰਨੇ ਵੀ ਤੁਸੀਂ ਅਫਰਾਦ ਸੁਣ ਰਹੇ ਹੋ ਨਾ, ਇਹ ਬਿਲਕੁਲ ਵਾਜ਼ਿਆ ਤੌਰ ਤੇ ਬਾਤ ਹੈ। ਕਾਨੂੰਨ ਹੈ ਹੀ ਕਹਿੰਦਾ ਕਿ ਤੁਸੀਂ ਅਗਰ ਮਾਲਕ ਦੇ ਨਾਲ ਨਹੀਂ ਹੈ, ਤੁਸੀਂ ਮਾਲਕ ਕੋਲੋਂ ਚਲੇ ਗਏ ਹੋ, ਕਿਸੇ ਦੂਸਰੇ ਮਾਲਕ ਕੋਲ ਕੰਮ ਕਰ ਰਹੇ ਹੋ, ਤੁਸੀਂ ਯੂਨਾਨ 'ਚ ਹੋ ਨਾ, ਤੁਸੀਂ ਵੀਜ਼ੇ ਤੇ ਆ, ਬੇਸ਼ੱਕ ਕਾਰਡ ਤੁਹਾਡੇ ਕੋਲ 3 ਸਾਲ ਦਾ ਹੈ, ਲੇਕਿਨ ਇਹ ਜ਼ੇਨ 'ਚੋਂ ਕੱਢ ਦੇਵੋ ਕਿ ਤੁਸੀਂ ਮਾਲਕ ਤੋਂ ਬਗੈਰ ਪੇਪਰ ਕੰਟੀਨਿਊ ਚਲਾ ਸਕਦੇ ਹੋ, ਤੁਹਾਡੇ ਤੇ ਕੋਈ ਐਕਸ਼ਨ ਪੁਲਿਸ ਨੇ ਨਹੀਂ ਲੈਣਾ, ਯਾਨੀ ਹੁਕੂਮਤ ਨੇ ਨਹੀਂ ਲੈਣਾ। ਅੱਛਾ, ਇੱਕ ਗੱਲ ਹੋ ਰਹੀ, ਜਿਹੜੇ ਹੈ ਆਧਿਆ ਪਾਰਾਮੁਨੀ ਹੈ ਜਿਨ੍ਹਾਂ ਕੋਲ ਦੂਸਰਾ ਯਾਨੀ ਕਿ 7 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ, ਉਹਨਾਂ ਨੂੰ ਤਕਰੀਬਨ ਕਿੰਨੇ ਐਨਸੀਮੇ ਚਾਹੀਦੇ ਨੇ ਰੀਨਿਊ ਕਰਾਉਣ ਵਾਸਤੇ? ਰੀਨਿਊ ਵਾਸਤੇ ਅੱਜ ਜਿਹੜਾ ਕਾਨੂੰਨ ਸਾਡੇ ਕੋਲ ਹੈਗਾ ਉਹਦੇ ਲਈ ਹਲੇ ਕਿਸੇ ਨੂੰ ਕੋਈ ਐਨਸੀਮੇ ਦੀ ਲੋੜ ਨਹੀਂ ਹੈਗੀ। ਡਾਕਟਰੀ ਕਾਪੀ ਤੁਹਾਡੀ ਵੈਲਿਡ ਚਾਹੀਦੀ ਆ। 50 ਐਨਸੀਮਿਆਂ ਨਾਲ ਡਾਕਟਰੀ ਕਾਪੀ ਹੁਣ ਹੋ ਜਾਂਦੀ ਆ। 3 ਸਾਲ ਤੋਂ ਕਾਨੂੰਨ 50 ਦਾ ਚੱਲਦਾ ਪਿਆ।
ਪਹਿਲਾਂ ਫੀਸ ਹੁੰਦਾ ਸੀ ਕਿ ਜਾਣੀ ਕਿ ਜਿੱਦਣ ਮੰਨ ਲਾ ਇਹਨਾਂ ਦਿਨਾਂ ਵਿੱਚ 120 ਐਨਸਮੇ ਚਾਹੀਦੇ ਸੀ ਡਾਕਟਰੀ ਕਾਪੀ ਨਿਊ ਕਰਾਉਣ ਨੂੰ। ਉਹ ਤੋਂ ਬਾਅਦ ਮਿਨਿਸਟਰ ਸਾਹਿਬ ਨੇ ਨਿਕਲਣਾ ਅਪ੍ਰੈਲ ਮਹੀਨੇ ਬਾਹਰ ਤੇ ਕਹਿਣਾ ਨਹੀਂ ਜੀ ਹੁਣ ਤੁਸੀਂ 50 ਤੇ ਕਾਪੀ ਨਿਊ ਕਰਨੀ ਚਾਲੂ ਕਰ ਦਿਓ। ਜਿੱਦਾਂ ਜਾਣੀ ਕਿ ਆਪਾਂ ਮੋਟੀ ਐਗਜ਼ਾਮਪਲ ਲਾ ਲਈਏ ਕਿ ਜਿੱਦਾਂ ਸਾਡੀ ਪਾਰਾਤਾਸੀ ਨਾਲ ਡਰਾਮਾ ਹੁੰਦਾ ਸੀ, ਦਸੰਬਰ ਮਹੀਨੇ ਸਾਰਿਆਂ ਨੂੰ ਪੰਗਾ ਪੈ ਜਾਂਦਾ ਕਿ ਯਾਰ ਹੁਣ ਮੇਰੀ ਪਾਰਾਤਾਸੀ ਦਾ ਕੀ ਪਊਗਾ। ਜਿੱਦਾਂ ਜਾਣੀ ਕਿ ਪਹਿਲਾਂ ਵੀ ਦੱਸਿਆ ਕਿ ਪਾਰਾਤਾਸੀ ਵਾਲਾ ਛਾਪਾ ਨਿਬੇੜ ਦਿੱਤਾ ਮਿਨਿਸਟਰ ਸਾਹਿਬ ਨੇ ਵੀ ਤੁਸੀਂ ਆਓ ਤੇ ਜਾਓ, ਪਾਰਾਤਾਸੀ ਕੋਈ ਨਹੀਂ। ਇੱਦਾਂ ਹੀ ਇਹਨਾਂ ਨੇ ਏਕੇ ਦਾ ਫਾਹਾ ਵੱਢਿਆ ਸੀ ਕਿ 50 ਤੁਹਾਡੀ 50 ਐਨਸਮਾਂ ਨੇ ਤੁਹਾਡੀ ਕਾਪੀ ਨਿਊ ਹੋਈ ਜਾਣੀ ਆ। 120 150 ਵਾਲਾ ਖਾਤਾ ਖਤਮ ਕੀਤਾ ਹੋਇਆ ਆ ਅੱਜ ਤੋਂ 3 ਸਾਲ ਪਹਿਲਾਂ ਦਾ। ਯਾਨੀ ਕਿ ਸਮ ਟਾਈਮ ਬੰਦੇ ਆ ਵੀ ਆਉਂਦੇ ਨੇ ਕਿ ਤਕਰੀਬਨ ਜਦੋਂ ਤੁਸੀਂ 3 ਸਾਲ ਇਮੀਗ੍ਰੇਸ਼ਨ ਵਾਲੇ ਪੇਪਰ ਰੀਨਿਊ ਕਰਾਣੇ ਕੋਈ 250 ਐਨਸੀਮਾ ਚਾਹੀਦਾ ਉਹਦੇ ਵਾਸਤੇ, ਕਿਆ ਹੈ ਬਾਤ ਦਰੁਸਤ ਹੈ? ਨਹੀਂ, ਕੋਈ ਐਨਸਮਾ ਨਹੀਂ ਚਾਹੀਦਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਂ ਆਪੂ ਖੁਦ ਬੰਦਿਆਂ ਦੇ ਪੇਪਰ ਜਮ੍ਹਾਂ ਕੀਤੇ ਆ। ਪੈਰੀਫੇਰੀਆ ਨੇ ਕੋਈ ਚੀਜ਼ ਸਾਡੇ ਕੋਲੋਂ ਨਹੀਂ ਮੰਗੀ। ਸਿਰਫ 1 ਸਾਲ ਲਈ ਤੁਹਾਡੇ ਕੋਲ ਸੀਮਬਾਸੀ ਮਾਲਕ ਦੀ ਚਾਹੀਦੀ ਆ। ਅੱਛਾ, ਤੇ ਜਿਨ੍ਹਾਂ ਦੇ ਆਰਗੋ ਸੀਮੇ ਲੱਗ ਰਹੇ ਨੇ ਹਾਂਜੀ। ਉਹ ਵੀ ਸੇਮ ਹੈ ਹੀ ਸੀ ਨੇ ਜਾਂ ਕਿੰਨੇ ਆਰਗੋ ਸੀਮੇ ਚਾਹੀਦੇ ਨੇ ਕੋਈ ਪੇਪਰ ਰੀਨਿਊ ਕਰਵਾ ਸਕਦੇ? 7 ਸਾਲ ਜਾਂ 3 ਸਾਲ? ਇਹਦਾ ਜਾਣੀ ਕਿ ਸਾਡੇ ਕੋਲ ਮੀਟਰ ਨਹੀਂ ਹੈਗਾ। ਅਰਗੋਸੀਮੋ ਦਾ ਜਿਹੜਾ ਕੋਈ ਹੁੰਦਾ ਸਾਡੇ ਕੋਲ ਮੀਟਰ ਮੈਨ ਨੂੰ ਨਹੀਂ ਹੁੰਦਾ ਉਹਦਾ। ਫਿਰ ਸਾਨੂੰ ਸਰਕਾਰ ਕਹਿੰਦੀ ਹੈ ਇਹਦੀ 6 ਮਹੀਨਿਆਂ ਦਾ ਸਾਨੂੰ ਅਰਗੋਸੀਮਾ ਚਾਹੀਦਾ। ਯਾਨੀ ਕਿ ਕੰਟੀਨਿਊ 6 ਮਹੀਨੇ ਲੱਗੇ ਹੋ? ਹਾਂ, ਉਹਨਾਂ ਦਾ 6 ਮਹੀਨਿਆਂ ਦਾ ਮੰਗਦੇ ਕਿਉਂਕਿ ਉਹਦਾ ਸਾਡੇ ਕੋਲ ਮੀਟਰ ਨਹੀਂ ਹੁੰਦਾ। ਇਹਦੇ ਜਾਣੀ ਕਿ ਮੇਰੇ ਕੋਲ ਕੋਈ ਲਿਖਤੀ ਪ੍ਰੂਫ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਦੇ ਸਕਾਂ। ਸਿਰਫ ਮੈਂ ਅੰਦਾਜ਼ਾ ਲਾ ਕੇ ਦੱਸਦਾ ਪਿਆ ਜਿੱਦਾਂ ਸਾਡੇ ਨਾਲ ਪਹਿਲਾਂ ਹੁੰਦੀ ਪਈ ਸੀ। ਪਹਿਲਾਂ ਇਦਾਂ ਹੀ ਹੁੰਦੀ ਪਈ ਸੀ। ਉਸ ਤੋਂ ਬਾਅਦ 2014 ਤੋਂ ਬਾਅਦ ਫਿਰ ਸਾਰਿਆਂ ਨੂੰ ਡਾਕਟਰੀ ਕਾਪੀ ਵਿੱਚ ਹੀ ਲੈ ਜਾਂਦਾ ਸੀ। ਡਾਕਟਰੀ ਕਾਪੀ ਨਿਊ ਕਰਾਓ ਤੇ ਪੇਪਰ ਆਪਣੇ ਬਣਾ ਲਓ। ਡਾਕਟਰੀ ਕਾਪੀ ਨਿਊ ਕਰਾਓ ਤੇ ਆਪਣੇ ਪੇਪਰ ਨਿਊ ਕਰਾ ਲਓ। 2014 ਤੋਂ ਬਾਅਦ ਅੱਜ ਤੱਕ ਇਹੀ ਕੁਝ ਚੱਲਦਾ ਪਿਆ ਹੁੰਦਾ ਸੀ। ਹੁਣ ਕਾਨੂੰਨ ਆ ਰਿਹਾ, ਕਦੀ ਅੱਗੇ ਚੱਲ ਜਾਂਦੀ ਗੱਲ, ਕਦੀ ਪਿੱਛੇ ਚੱਲ ਜਾਂਦੀ ਗੱਲ। ਜਿਹੜੀ ਅੱਜ ਗੱਲ ਹੈ ਉਹ ਕੱਲ੍ਹ ਨੂੰ ਨਹੀਂ ਰਹਿੰਦੀ, ਜਿਹੜੀ ਕੱਲ੍ਹ ਵਾਲੀ ਗੱਲ ਹੈ ਉਹ ਪਰਸੋਂ ਨੂੰ ਨਹੀਂ ਰਹਿੰਦੀ। ਇਸ ਕਰਕੇ ਜਦ ਤੱਕ ਕਾਨੂੰਨ ਬਣ ਕੇ ਪ੍ਰਿੰਟ ਹੋ ਕੇ ਸਾਡੇ ਸਾਹਮਣੇ ਨਹੀਂ ਆਉਣਾ, ਹੁਣ ਤੱਕ ਆਪਾਂ ਤੁਹਾਨੂੰ ਕੁਝ ਨਹੀਂ ਦੱਸ ਸਕਦੇ। ਲੇਕਿਨ ਹੁਣ ਮੌਜੂਦਾ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਿਹੜਾ ਅਸੈਂਬਲੀ 'ਚ ਬਿੱਲ ਪੇਸ਼ ਕੀਤਾ ਗਿਆ ਹੈ ਉਹਦੇ ਮਤਲਬ ਕੋਈ ਐਸੀਆਂ ਬਾਤਾਂ ਹਨ ਜਿਹੜੀਆਂ ਤੁਸੀਂ ਸਾਰਿਆਂ ਨੂੰ ਦੱਸਣਾ ਚਾਹੋਗੇ? ਹਾਂਜੀ, ਪਹਿਲੀ ਗੱਲ ਤਾਂ ਇਹ ਆ ਕਿ ਜਿੱਦਾਂ ਜਾਣੀ ਕਿ ਮੈਂ ਦੱਸਦਾ ਪਿਆ, ਸਰਕਾਰ ਕਹਿੰਦੀ ਪਈ ਆ ਕਿ ਜਿਹੜੇ ਬੰਦਿਆਂ ਨੇ ਵੀ ਇੱਥੇ ਰਹਿਣਾ ਆ ਸਾਨੂੰ ਕੰਮ ਵਾਲੇ ਬੰਦੇ ਚਾਹੀਦੇ ਆ। ਸਾਨੂੰ ਕੰਮ ਵਾਲੇ ਬੰਦੇ ਚਾਹੀਦੇ ਆ, ਵਿਹਲਾ ਬੰਦਾ ਕੋਈ ਵੀ ਨਹੀਂ ਚਾਹੀਦਾ। ਜਿਹੜੇ ਬੰਦੇ ਨੇ ਵੀ ਕਰਨਾ, ਜਿਹੜੇ ਬੰਦੇ ਨੇ ਵੀ ਰਹਿਣਾ ਉਹ ਕੰਮ ਵਾਲਾ ਰਹਿਣਾ ਚਾਹੀਦਾ। ਇਹ ਲਈ ਨੁਕਸਾਨ ਕੀ ਆ ਸਾਡੇ ਬੰਦਿਆਂ ਨੂੰ? ਨੁਕਸਾਨ ਇਹਦੇ ਲਈ ਇਹ ਆ, ਜ਼ਰੂਰੀ ਨਹੀਂ ਕਿ ਹਾਂ ਬੰਦਾ ਕਹਿੰਦਾ ਵੀ ਠੀਕ ਹੈ ਜੀ ਮੈਂ ਕੰਮ ਕਰੀ ਜਾਂਦਾ। ਇਹਦੇ ਵਿੱਚ ਵੱਡਾ ਮੇਨ ਪੁਆਇੰਟ ਬੰਦਿਆਂ ਨੇ ਜਿਹੜਾ ਸਾਡਿਆਂ ਨੇ ਧਿਆਨ ਵਿੱਚ ਰੱਖਣਾ, ਆਪਣੇ ਦਿਮਾਗ ਦੇ ਵਿੱਚ ਪਾ ਕੇ ਗੱਲ ਰੱਖਣੀ ਆ ਕਿ ਜਿਹੜਾ ਅਸੀਂ ਪੀਦਮਾ ਲੈਂਦੇ ਆ ਨਾ ਅਨਰਗੀਆ, ਜਿਹੜਾ ਤਾਮੀਓ ਨਰਗੀਆ, ਤਖਤਕੀ ਐਪੀਦੋਤੀ ਸੀ ਉਹਨੂੰ ਗ੍ਰੀਕੀ ਦੇ ਵਿੱਚ ਕਹਿੰਦੇ ਆ, ਜਿਹੜਾ ਉਹ ਤਾਮੀਓ ਨਰਗੀਆ ਲੈਂਦੇ ਆ ਉਹਦੇ ਤੋਂ ਤੁਸੀਂ ਬਿਲਕੁਲ ਦੂਰ ਰਹਿਣਾ। ਜਿੱਦਣ ਤੁਸੀਂ ਉਹਦੇ ਵਿੱਚ ਵੜ ਗਏ ਤੁਹਾਡੇ ਪੇਪਰ ਗਏ। ਤਾਂ ਉਹ ਐਦ ਵੀ ਕਾਨੂੰਨ ਲੈ ਕੇ ਆ ਰਿਹਾ, ਪੁਰਗਿਓ ਰਗਾਸੀਆ ਜਿਹਨੂੰ ਕਹਿੰਦੇ ਆ, ਉਹ ਵੀ ਇਹ ਕਾਨੂੰਨ ਲੈ ਕੇ ਆ ਰਹੀ ਆ। ਤੇ ਜਿਹੜੀ ਆ ਪੁਰਗਿਓ ਮੈਤਾਨਸਤਿਫਤਕੀ ਪੋਲਿਤਕੀ ਜਿਹੜੀ ਜਾਣੀ ਕਿ ਸਾਡੀ ਮਿਨਿਸਟਰੀ ਆ, ਇਮੀਗ੍ਰੇਸ਼ਨ ਆ ਮਿਨਿਸਟਰੀ ਆ, ਇਹ ਵੀ ਜਾਣੀ ਕਿ ਇਹ ਕਾਨੂੰਨ ਲੈ ਕੇ ਆ ਰਹੀ ਆ। ਦੋਨੇ ਆਣ ਕੇ ਇੱਥੇ ਮਿਲ ਜਾਂਦੇ ਆ ਕਰਾਹ ਦੇ ਵਿੱਚ ਕਿ ਬਾਹਰਲੇ ਬੰਦੇ ਤਾਮੀਓ 'ਚ ਨਹੀਂ ਆਉਣੇ ਚਾਹੀਦੇ ਤੇ ਉਹ ਕਹਿੰਦਾ 3 ਮਹੀਨਿਆਂ ਤੋਂ ਜ਼ਿਆਦਾ ਤੁਸੀਂ ਵਿਹਲੇ ਨਹੀਂ ਰਹਿਣੇ ਚਾਹੀਦੇ। ਯਾਨੀ ਕਿ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੱਗਦਾ ਕਿ ਤਾਮੀਓ ਵਗੈਰਾ ਕੋਈ ਨਹੀਂ ਲਏਗਾ? ਹਾਂਜੀ, ਤਾਮੀਓ ਲਵਾਂਗੇ ਤਾਂ ਸਾਡੇ ਪੇਪਰ ਜਾਂਦੇ ਲੱਗਣੇ। ਅੱਛਾ, ਉਸ ਤੋਂ ਬਾਅਦ ਇਹ ਵੀ ਇੱਕ ਖਬਰ ਬੜੀ ਗਰਦਿਸ਼ ਕਰ ਰਹੀ ਹੈ, ਤੁਹਾਨੂੰ ਵੀ ਇਹ ਖਬਰ ਬ੍ਰੇਕ ਕੀਤੀ ਕਿ ਹਕੂਮਤ ਯੂਨਾਨ ਇਸ ਤਰ੍ਹਾਂ ਦਾ ਵੀ ਇੱਕ ਬਿੱਲ ਪੇਸ਼ ਕੀਤਾ ਉਹਨਾਂ ਨੇ, ਯਾਨੀ ਸ਼ਿਕ ਰੱਖੀ ਹੈ ਕਾਨੂੰਨ ਦੇ ਵਿੱਚ ਕਿ ਤਮਾਮ ਉਹ ਜਿਹੜੇ ਤਾਰਕਿਨ ਵਤਨ ਜਿਨ੍ਹਾਂ ਦੇ ਪੇਪਰ ਖਰਾਬ ਹੋ ਗਏ ਨੇ ਕਿਸੇ ਵਜ੍ਹਾ ਤੋਂ ਵੀ, ਜਿਹੜੇ ਅਗਲੀਆਂ ਕੰਟਰੀਆਂ ਚਲੇ ਗਏ ਨੇ ਜਾਂ ਇੱਥੇ ਨੇ ਜਿਹਨੇ ਯਾਨੀ ਕਿ ਰੀਨਿਊਵਲ ਨਹੀਂ ਕਰਾ ਸਕੇ ਜਾਂ ਕਿਸੇ ਵੀ ਪ੍ਰੋਬਲਮ ਦੀ ਵਜ੍ਹਾ ਤੋਂ, ਉਹ ਵੀ ਰੀਨਿਊ ਕਰਾ ਸਕਣਗੇ, ਉਹਨਾਂ ਨੂੰ ਦੁਬਾਰਾ ਪੇਪਰ ਦੇਣ ਦਾ ਸੋਚ ਰਹੇ ਨੇ। ਹਾਂਜੀ, ਸੋਚ ਨਹੀਂ ਰਹੇ, 100% ਇਹ ਗੱਲ ਆ। ਬਾਰ-ਬਾਰ ਗੱਲ ਇਹ ਮੁਰੇ ਆ ਰਹੀ ਆ, ਸਿੱਖ ਦੇ ਵਿੱਚ ਓਕੇ ਹੋ ਗਈ ਆ, ਆਪੋਜੀਟ ਪਾਰਟੀਆਂ ਮੰਨ ਚੁੱਕੀਆਂ ਆ ਕਿ ਜਿੰਨੇ ਵੀ ਸਾਡੇ ਭੈਣਾਂ ਭਰਾਵਾਂ ਦੇ ਨੋਰਮਲ ਤੌਰ ਤੇ ਆਦੀਆ ਪਾਰਾਮੁਨੀ ਕਿਸੇ ਵਜ੍ਹਾ ਨਾਲ ਡੇਟ ਲੰਘ ਗਈ ਆ ਉਹ ਆਪਣੇ ਨਿਊ ਕਰਾ ਸਕਦੇ ਆ। ਕਿਹੜੀ ਡੇਟ ਤੋਂ ਬਾਅਦ ਇਹਦੇ ਬਾਰੇ ਨਹੀਂ ਹਲੇ ਪਤਾ, ਲੇਕਿਨ ਇੰਨਾ ਪਤਾ ਕਿ ਜਿਨ੍ਹਾਂ ਦੇ ਪੇਪਰ ਖਰਾਬ ਹੋ ਚੁੱਕੇ ਆ ਉਹ ਸਾਰਿਆਂ ਦੇ ਪੇਪਰ ਨਿਊ ਹੋ ਜਾਣਗੇ। ਉਹ ਇੱਥੇ ਹੋਣੇ ਚਾਹੀਦੇ ਆ, ਉਹਨਾਂ ਦੇ ਆਟੋਮੈਟਿਕ ਸਾਰਿਆਂ ਦੇ ਪੇਪਰ ਨਿਊ ਹੋ ਜਾਣਗੇ। ਯਾਨੀ ਕਿ ਭਾਵੇਂ ਉਹ 2012 'ਚ ਉਹਨਾਂ ਦੇ ਖਰਾਬ ਹੋਏ ਨੇ, 14 'ਚ ਹੋਏ ਨੇ, ਯਾਨੀ ਜਦੋਂ ਦੀ ਵੀ ਖਰਾਬ ਹੋਏ ਨੇ ਉਹ ਸਾਰੇ ਪੇਪਰ ਹੋ ਜਾਣਗੇ ਬੰਦੇ। ਹਾਂ ਫੀ ਜੀ, ਇੰਨਾ ਪੁਰਾਣਾ ਨਾ ਮੇਰਾ ਭਰਾ ਪਿੱਛੇ ਜਾ 12 ਦਾ, ਹਲੇ ਆਪਾਂ ਨੂੰ ਡੇਟ ਦਾ ਨਹੀਂ ਪਤਾ। ਮੇਰੇ ਖਿਆਲ 'ਚ ਕੋਈ ਡੇਟ ਦੱਸਣਗੇ ਵੀ 2010 10 ਸਾਲ ਪੁਰਾਣੇ ਜਾਂ 15 ਸਾਲ ਪੁਰਾਣੇ ਜਾਂ 5 ਸਾਲ ਪੁਰਾਣੇ, ਵੀ ਇੰਨੇ ਪੁਰਾਣੇ ਜਿਹੜੇ ਪੇਪਰ ਹੈ ਉਹ ਸਾਰਿਆਂ ਦੇ ਠੀਕ ਕਰ ਦਾਂਗੇ। ਯਾਨੀ ਹਾਲੇ ਸਿਰਫ ਸ਼ਿਕ ਦੇ ਵਿੱਚ ਹੈ ਕਿ ਅਸੀਂ ਉਹ ਪੇਪਰ ਠੀਕ ਕਰਾਂਗੇ। ਹਾਂ, ਤੇ ਉਸ ਤੋਂ ਬਾਅਦ ਉਹ ਜਿਹੜੇ ਅਫਰਾਦ ਨੇ ਜਿਨ੍ਹਾਂ ਦੀਆਂ ਕੋਈ ਅਦਾਲਤਾਂ ਆ ਗਈਆਂ ਨੇ ਜਾਂ ਛੋਟੇ-ਮੋਟੇ ਕੇਸਾਂ ਦੇ ਪੇਪਰ ਰਿਜੈਕਟ ਹੋ ਗਏ ਨੇ, ਪਹਿਲਾਂ ਜਿਨ੍ਹਾਂ ਪੇਪਰ ਅਪਲਾਈ ਕੀਤੇ ਨੇ 3 ਸਾਲ ਇਮੀਗ੍ਰੇਸ਼ਨ ਜਾਂ 7 ਸਾਲ, ਕਿਆ ਉਹਨਾਂ ਨੂੰ ਵੀ ਉਹ ਚਾਂਸ ਦੇਣਗੇ ਕਿ ਬਗੈਰ ਅਦਾਲਤਾਂ ਤੋਂ ਜਿਨ੍ਹਾਂ ਨੂੰ ਬੈਨ ਵੀ ਲੱਗਾ ਤਾਂ ਹਟਾ ਕੇ ਉਹਨਾਂ ਨੂੰ ਪੇਪਰ ਦੇਣ? ਇਹਦੇ ਬਾਰੇ ਕੋਈ ਗੱਲ ਨਹੀਂ। ਜਿਨ੍ਹਾਂ ਦੇ ਉੱਪਰ ਅਦਾਲਤੀ ਕੇਸ ਆ ਉਹਨਾਂ ਨੇ ਪਹਿਲਾਂ ਅਦਾਲਤਾਂ ਨੂੰ ਭੁਗਤਣਾ ਆ ਤਾਂ ਫਿਰ ਉਹਨਾਂ ਨੇ ਪੈਰੀਫੇਰੀਆ ਨਾਲ ਟੱਕਰ ਲੈਣੀ ਆ। ਮਿਨਿਸਟਰ ਸਾਹਿਬ ਉਹਨਾਂ ਨੂੰ ਕਹਿ ਰਹੇ ਆ ਜਿਨ੍ਹਾਂ ਦੀ ਪੇਪਰਾਂ ਦੀ ਡੇਟ ਲੰਘ ਚੁੱਕੀ ਆ, ਉਹ ਇਹ ਨਹੀਂ ਕਹਿ ਰਹੇ ਹੁਣ ਸਾਡੇ ਕੋਲ ਇੱਥੇ ਹਜ਼ਾਰਾਂ ਬੰਦਾ ਸੰਬੋਲੀਓ ਵਾਲਾ, ਉਹਨਾਂ ਲਈ ਕੋਈ ਗੱਲਬਾਤ ਨਹੀਂ। ਹਜ਼ਾਰਾਂ ਬੰਦਾ ਕੇਸਾਂ ਵਾਲਾ, ਉਹਨਾਂ ਲਈ ਕੋਈ ਗੱਲਬਾਤ ਨਹੀਂ ਹੈਗੀ। ਸਹੀ ਹੈ ਜੀ, ਬਹੁਤੇ ਬੰਦੇ ਬੇਵਸੀ ਵਾਲੇ ਆ, ਬਹੁਤੇ ਬੰਦੇ ਸੰਬੋਲੀਓ ਵਾਲੇ ਜਿਨ੍ਹਾਂ ਦੀ ਵਜ੍ਹਾ ਨਾਲ ਹਜ਼ਾਰਾਂ ਸਾਡੇ ਬੰਦੇ ਆ। ਇੱਥੇ ਇੱਕ ਬੰਦੇ ਦੀ ਆਪੋ ਫਾਸੀ ਆਈ, 2400 ਬੰਦਾ ਜਿਹੜਾ ਇੱਕੋ ਹੀ ਮਾਲਕ ਸੰਬੋਲੀਓ ਦਾ।
ਯਾਨੀ ਕਿ ਅੱਗੋਂ ਇਹਨਾਂ ਸਮੂਲੀਅਤ ਵੀ ਤਕਰੀਬਨ ਬਹੁਤ ਜ਼ਿਆਦਾ ਸਖਤੀ ਕਰਨੀ ਹੈ। ਹਾਂਜੀ, ਸਾਰੇ ਪਾਸੇ ਸੰਬੋਲੀਓ ਤੋਂ ਵੀ ਸਖਤੀ ਕਰਨੀ ਹੈ ਥੋੜੇ ਟਾਈਮ ਤੋਂ, ਯਾਨੀ ਕਿ ਥੋੜਾ ਟਾਈਮ ਤੋਂ 1.5 ਸਾਲ ਤੋਂ ਜਿੱਦਣ ਯਾਨੀ ਕਿ 50 31 ਨੌਂ ਆਇਆ ਉੱਥੇ ਇਹਨਾਂ ਨੇ ਸੰਬੋਲੀਓ ਖਤਮ ਕਰ ਦਿੱਤਾ ਸੀ। ਇੰਨੀ ਜ਼ਰੂਰਤ ਨਹੀਂ ਸੀ ਸੰਬੋਲੀਓ ਦੀ, ਕਿਉਂਕਿ ਥੱਬਿਆਂ ਦੇ ਥੱਬੇ ਲੱਗ ਗਏ, ਰਿਜੈਕਟ ਪੇਪਰ ਬਹੁਤ ਹੋ ਗਿਆ ਸੀ, ਜਿਹਦੇ ਵਿੱਚ ਸਾਡੀ ਕਮੇਟੀ ਵਾਲਾ ਤਾਂ ਬੰਦਾ ਕੋਈ ਰਿਹਾ ਹੀ ਨਹੀਂ ਪੇਪਰਾਂ ਵਾਲਾ। ਉਦੋਂ ਵੀ ਮੈਂ ਇਹੀ ਕਹਿੰਦਾ ਹੁੰਦਾ ਸੀ ਬਾਰ-ਬਾਰ ਵੀ ਤੁਸੀਂ ਬਚ ਕੇ ਰਹੋ, ਕਿ ਇਹ ਨਾ ਹੋਵੇ ਮੈਨੂੰ ਸਾਡਾ ਬੰਦਾ ਰੋਡ ਤੇ ਟੋਲਣਾ ਪਵੇ, ਭਾਈ ਤੇਰੇ ਕੋਲ ਪੇਪਰ ਹੈਗੇ ਕਿ ਨਹੀਂ ਹੈਗੇ। ਇੱਥੇ ਜਿਹੜਾ ਸੰਬੋਲੀਓ ਉਹਨੇ ਤਾਂ ਇੰਨੀ ਕੁ ਮਾਰ ਕੀਤੀ ਸਾਡੇ ਬੰਦਿਆਂ ਦੇ ਉੱਪਰ ਕਿ 25 25 30 30 98 ਦੀ ਇਮੀਗ੍ਰੇਸ਼ਨ ਵਾਲੇ ਬੰਦਿਆਂ ਦੇ ਪੇਪਰ ਖਰਾਬ ਕਰਕੇ ਛੱਡ ਦਿੱਤੇ, ਜਿਨ੍ਹਾਂ ਤੋਂ 98 ਦੀ ਇਮੀਗ੍ਰੇਸ਼ਨ ਸੀ। ਲੇਕਿਨ ਹੁਣ ਬੜੇ ਸਾਰੇ ਐਸੇ ਵਾਕਿਆਤ ਵੀ ਸੁਣੀ ਦੇ ਜਗ੍ਹਾ ਵੀ ਹਨ ਜਿੱਥੇ ਆਂਦੇ ਨੇ ਸਮੂਲੀਓ ਰਿਕਵਾਇਰਡ ਨਹੀਂ ਆ, ਕਿਆ ਸਮੂਲੀਓ ਦੀ ਸ਼ਕਲ ਲਾਜ਼ਮ ਹੈ ਪੇਪਰ ਅਪਲਾਈ ਕਰਨ ਵਾਸਤੇ ਯੂਨਾਨ 'ਚ? ਨਹੀਂ, ਸਿਸਟਮ ਦੇ ਵਿੱਚ ਨਹੀਂ ਮੰਗਦੇ ਪਏ। ਤੁਸੀਂ ਸ਼ੱਕ ਦੇ ਆਧਾਰੇ ਵਿੱਚ ਆ ਗਏ ਤਾਂ ਤੁਹਾਨੂੰ ਸੰਬੋਲੀਓ ਚਾਹੀਦਾ, ਉੱਦਾਂ ਕੋਈ ਲੋੜ ਨਹੀਂ, ਉਦੋਂ ਯਾਨੀ ਕੋਈ ਜ਼ਰੂਰਤ ਨਹੀਂ, ਉੱਦਾਂ ਕੋਈ ਜ਼ਰੂਰਤ ਨਹੀਂ। ਹਾਂਜੀ, ਸ਼ੱਕ ਦੇ ਆਧਾਰੇ ਵਿੱਚ ਆ ਗਿਆ ਤਾਂ ਉਹਨਾਂ ਨੇ ਕਹਿਣਾ ਜੀ ਸਾਨੂੰ ਸੰਬੋਲੀਓ ਲਿਆਓ, ਸਾਨੂੰ ਪ੍ਰੂਫ ਦਿਖਾਓ, ਫਿਰ ਚੱਕਰਾਂ 'ਚ ਪੈ ਜੀਦਾ, ਉੱਦਾਂ ਕੋਈ ਲੋੜ ਨਹੀਂ ਹੈਗੀ। ਤੇ ਤੁਹਾਡੇ ਖਿਆਲ ਦੇ ਨਾਲ ਜਿਨ੍ਹਾਂ ਕੋਲ ਹੈਪੀ ਮੈਕਰੋਨ ਨੇ ਯੂਨਾਨ ਦੇ ਅੰਦਰ, ਠੀਕ ਹੈ, ਤੇ ਉਹ ਅਗਰ ਇੱਥੋਂ ਕਰਕੇ ਤੇ ਅੱਗੇ ਚਲੇ ਜਾਂਦੇ ਨੇ ਤਾਂ ਉਹਨਾਂ ਵਾਸਤੇ ਮੇਰੇ ਖਿਆਲ ਨਾਲ ਅੱਗੇ ਜਾਣਾ ਬੈਸਟ। ਤੁਹਾਨੂੰ ਕੀ ਲੱਗਦਾ? ਹਾਂਜੀ, ਅੱਗੇ ਜਾਣਾ ਵੀ ਬੈਸਟ ਆ। ਜਿੱਦਾਂ ਯਾਨੀ ਕਿ ਬਹੁਤੇ ਸਾਡੇ ਭੈਣਾਂ ਭਰਾ ਚੱਲ ਗਏ ਅੱਗੇ, ਮੇਰੇ ਆਪਣੇ ਜਾਣਨੇ ਵਾਲੇ ਵੀ, ਮੇਰੇ ਰਿਸ਼ਤੇਦਾਰ ਵੀ, ਜਿਹੜੇ ਯਾਨੀ ਕਿ ਜੇ ਰਿਸ਼ਤੇਦਾਰ ਯਾਨੀ ਕਿ ਜਿਹਨੇ ਮੇਰੇ ਭਰਾਪਰੀ, ਜਦੋਂ ਇੱਕ ਬੰਦਿਆਂ ਨੂੰ 20 ਸਾਲਾਂ ਤੋਂ 30 ਸਾਲਾਂ ਤੋਂ ਮਿਲਦੇ ਆ, ਉਹ ਸਾਡੇ ਰਿਸ਼ਤੇਦਾਰ ਹੀ ਆ, ਭਰਾ ਯਾਨੀ ਕਿ ਯਾਰ ਦੋਸਤ ਤਾਂ ਹੈ ਕੋਈ ਨਹੀਂ, ਸਹੀ ਹੈ ਨਾ। ਬਹੁਤ ਬੰਦੇ ਮੇਰੇ ਇੱਦਾਂ ਦੇ ਜਿਹੜੇ ਅੱਗੇ ਟੁਰ ਗਏ ਆ, ਉਹਨਾਂ ਨੇ ਉੱਥੇ ਵੀ ਪੇਪਰ ਚੇਂਜ ਕਰਵਾ ਲਿਆ, ਬਾਅਦ ਵਿੱਚ ਹੁਣ ਫਿਰ ਉਹ ਸੋਚਦੇ ਪਏ ਆ ਵੀ ਅਸੀਂ ਯਾਰ ਪਿੱਛੇ ਬਸ ਆ ਜਾਈਏ ਵਾਪਸ। ਲੇਕਿਨ ਤੁਸੀਂ ਜਿਨ੍ਹਾਂ ਕੋਲ ਮੇਰਿਆਂ ਭਰਾਵਾਂ ਕੋਲ ਐਪੀ ਮੈਕਰੋਨ ਹੈਗਾ ਆ, ਸਾਰਿਆਂ ਨੇ ਗਰੀਸ ਦੇ ਪੇਪਰ ਨਹੀਂ, ਯੂਨਾਨ ਦੇ ਪੇਪਰ ਛੱਡਣੇ ਨਹੀਂ ਹੈਗੇ। ਜਿੰਨਾ ਚਿਰ ਜੇ ਤੁਸੀਂ ਪੇਪਰ ਇੱਥੇ ਦੇ ਛੱਡ ਦਿੰਦੇ ਆ ਤਾਂ ਤੁਹਾਡੇ ਲਈ ਉੱਥੇ ਬੜੀ ਵੱਡੀ ਮੁਸ਼ਕਲ ਹੋ ਸਕਦੀ ਆ, ਕਿਉਂਕਿ ਜੇ ਤੁਹਾਡੇ ਦੇ ਇੱਥੇ ਦੇ ਪੇਪਰ ਵੈਲਿਡ ਆ ਤਾਂ ਤੁਹਾਡੇ ਕੋਲ ਉੱਥੇ ਪੇਪਰ ਹੈਗੇ ਆ। ਨਹੀਂ ਤਾਂ ਨਾ ਸਵੀਡਨ ਕਿਸੇ ਬੰਦੇ ਨੂੰ 0 ਪੁਆਇੰਟ ਤੋਂ ਪੇਪਰ ਦਿੰਦਾ ਪਿਆ, ਨਾ ਜਰਮਨੀ ਕਿਸੇ ਨੂੰ 0 ਪੁਆਇੰਟ ਤੋਂ ਪੇਪਰ ਦਿੰਦਾ ਪਿਆ। ਸਾਰਿਆਂ ਕੋਲ ਯੂਨਾਨ ਦੇ ਪੇਪਰ ਵੈਲਿਡ ਆ ਤੇ ਉੱਥੇ ਦੇ ਪੇਪਰ ਵੈਲਿਡ ਆ, ਨਹੀਂ ਵੈਲਿਡ ਇੱਥੇ ਦੇ ਤਾਂ ਉੱਥੇ ਵੀ ਪੇਪਰ ਜਾਂਦੇ ਲੱਗੇ ਆ। ਬਹੁਤੇ ਬੰਦਿਆਂ ਨੇ ਸਾਡਿਆਂ ਨੇ ਗਲਤੀ ਕੀਤੀ ਆ ਕਿ ਅਸੀਂ ਪੇਪਰਾਂ ਦੀ ਡੇਟ ਲੰਘਾਤੀ। ਉਹ ਜਦੋਂ ਪੇਪਰਾਂ ਦੀ ਡੇਟ ਲੰਘ ਗਈ, ਉਹਨਾਂ ਨੇ ਕਿਹਾ ਉੱਥੇ ਦੇ ਪੇਪਰ ਲਿਆਓ, ਤਾਂ ਇਹਨੇ ਕੋ ਇਹ ਕਹਿੰਦੇ ਤੁਹਾਡੇ ਦੀ ਡੇਟ ਲੰਘਾਤੀ ਆ ਤੇ ਗੱਲ ਹੀ ਕੋਈ ਨਹੀਂ ਰਹੀ। ਉਹ ਦੋਨੇ ਪਾਸੋਂ ਅਨਾਰਗੋਸ ਹੋ ਗਏ, ਦੋਨੋਂ ਪਾਸੇ। ਇਹ ਜਿਹੜੇ ਡਿਲੀਵਰੀ ਦਾ ਕੰਮ ਇੱਥੇ ਸਾਡੇ ਕਰਦੇ ਨੇ, ਸਾਰੀ ਕਮਿਊਨਿਟੀ ਦੇ ਅਫਰਾਦ, ਪਾਕਿਸਤਾਨੀ, ਇੰਡੀਅਨ, ਬੰਗਲਾਦੇਸ਼ ਦੇ ਵੀ ਨੇ, ਨੇਪਾਲ ਦੇ ਵੀ ਨੇ, ਉਹਨਾਂ ਦੇ ਬਾਰੇ ਵੀ ਖਬਰ ਗਰਦਿਸ਼ ਕਰ ਰਹੀ ਹੈ ਕਿ ਉਹਨਾਂ ਦੇ ਬਾਰੇ ਵੀ ਹਕੂਮਤ ਯਾਨੀ ਕਿ ਘੇਰਾ ਤੰਗ ਕਰ ਰਹੀ ਹੈ। ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਬਹੁਤ ਸਖਤੀ ਨਾਲ ਜਾਣੀ ਕਿ ਆ ਰਹੀ ਹੈ ਗੱਲ ਪੁਲਿਸ ਦੀ ਮਿਨਿਸਟਰੀ ਵੱਲੋਂ, ਸਹੀ ਹੈ ਜੀ, ਪੁਲਿਸ ਦੀ ਮਿਨਿਸਟਰੀ ਵੱਲੋਂ ਬਹੁਤ ਸਖਤੀ ਨਾਲ ਗੱਲ ਆ ਰਹੀ ਆ ਕਿ ਸਾਡੇ ਪੋਰਟੇ ਦੇ ਉੱਪਰ ਜਿਹੜਾ ਦਰਵਾਜ਼ੇ ਦੇ ਉੱਪਰ ਖਾਣਾ ਲੈ ਕੇ ਆਇਆ ਉਹ ਬੰਦਾ ਹੋ ਰਿਹਾ, ਉਹਦੀ ਜੇਬ ਦੇ ਵਿੱਚ ਆਈਡੀ ਹੋ ਰਿਹਾ ਤੇ ਮੋਟਰਸਾਈਕਲ ਕਿਸੇ ਹੋਰ ਬੰਦੇ ਦਾ ਆ। ਸਹੀ ਆ, ਪੁਲਿਸ ਵਾਲਿਆਂ ਦੇ ਹੱਥ ਹਜ਼ਾਰਾਂ ਦੇ ਹਿਸਾਬ ਨਾਲ ਇਹ ਕੇਸ ਆ ਚੁੱਕੇ ਆ। ਯਾਨੀ ਕਿ ਮੇਰੇ ਕਹਿਣ ਦਾ ਭਾਵ, ਜਦੋਂ ਤੁਸੀਂ ਆਈਡੀ ਜਿਹੜੀ ਚੱਲਦੀ ਪਈ ਆ ਉਹ ਕਿਸੇ ਹੋਰ ਦੇ ਨਾਂ 'ਤੇ ਆ, ਜਿਹੜਾ ਮੋਟਰਸਾਈਕਲ ਕਿਸੇ ਹੋਰ ਦੇ ਨਾਂ 'ਤੇ ਆ, ਚਲਾ ਕੋਈ ਬੰਦਾ ਹੋ ਰਿਹਾ। ਇਹਦੀ ਵਜ੍ਹਾ ਨਾਲ ਪੁਲਿਸ ਨੇ ਇੰਨਾ ਕੁ ਘੇਰਾ ਟਾਈਟ ਕਰ ਦਿੱਤਾ, ਕਾਨੂੰਨ ਵੀ ਲੈ ਕੇ ਆ ਰਹੀ ਆ ਮਿਨਿਸਟਰੀ ਜਾਣੀ ਕਿ ਪੁਰਗਿਓ ਦਿਕਿਓਸਿਨੀ, ਕਿ ਤੁਹਾਨੂੰ ਪਤਾ ਹੋਊਗਾ ਵੀ ਤੁਹਾਡੇ ਘਰ ਕੌਣ ਬੰਦਾ ਖਾਣਾ ਲੈ ਕੇ ਆਇਆ। ਮੋਟਰਸਾਈਕਲ ਵੀ ਉਹਦਾ ਇੱਦਾਂ ਦਾ ਹੋਊਗਾ, ਮੋਟਰਸਾਈਕਲ ਵੀ ਉਹਦੇ ਨਾਂ 'ਤੇ ਹੋਊਗਾ, ਆਈਡੀ ਵੀ ਉਹਦੀ ਹੋਊਗੀ, ਸਾਰਾ ਕੁਝ ਉਹਦਾ ਹੋਊਗਾ। ਇੱਦਾਂ ਉਹਨਾਂ ਨੂੰ, ਸਰਕਾਰ ਨੂੰ ਬੰਦੇ ਲੱਭਣੇ ਬਹੁਤ ਔਖੇ ਹੋ ਗਏ ਆ। ਬੰਦਿਆਂ ਨੇ ਜਾਣੀ ਕਿ ਕ੍ਰਾਈਮ ਵੀ ਬਹੁਤ ਕੀਤੇ ਇਸ ਕੇਸ ਦੇ ਵਿੱਚ। ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਇਸ ਹਵਾਲੇ ਨਾਲ, ਜਿਹੜਾ ਡਿਲੀਵਰੀ ਦਾ ਸਾਡੇ ਵੀਰ ਭਰਾ ਕੰਮ ਕਰਦੇ? ਡਿਲੀਵਰੀ ਦਾ ਜਿੰਨਾ ਵੀ ਮੇਰੇ ਭੈਣ ਭਰਾ ਕੰਮ ਕਰਦੇ ਆ, ਜਿਹੜੇ ਬੰਦੇ ਤੁਹਾਡੇ ਕੋਲ ਕੰਮ ਕਰਦੇ ਆ, ਉਹ ਸਾਰੇ ਲੀਗਲ ਰੱਖੋ, ਬਗੈਰ ਪੇਪਰਾਂ ਤੋਂ ਤੁਸੀਂ ਬੰਦਾ ਨਾ ਰੱਖੋ, ਲੀਗਲ ਰੱਖੋ, ਬੰਦੇ ਕੋਲ ਲਾਇਸੈਂਸ ਕੋਲ ਹੋਵੇ। ਨਹੀਂ ਤਾਂ ਜਿਨ੍ਹਾਂ ਦੀ ਆਈਡੀ ਚੱਲਦੀ ਪਈ ਆ ਉਹਨਾਂ ਨੇ ਗਾਂਹ ਬੰਦਾ ਰੱਖਿਆ ਹੋਇਆ ਆ, ਉਹ ਕਿਸੇ ਦੀ ਕੋਈ ਗੱਲਬਾਤ ਨਹੀਂ, ਕੋਈ 2 ਨੰਬਰੀ ਪਤਾ ਨਹੀਂ ਕੀ ਕੀਤਾ ਆ, ਉਹਦੇ ਉੱਪਰ ਵੀ ਤੁਹਾਡਾ ਬਹੁਤ ਗੂੜਾ ਐਕਸ਼ਨ ਆ ਸਕਦਾ। ਮੇਰਾ ਮੈਸੇਜ ਇਹ ਆ ਕਿ ਤੁਸੀਂ ਜਿਹੜਾ ਵੀ ਕੰਮ ਤੁਸੀਂ ਕਰਨਾ ਉਹਨੂੰ ਲੀਗਲ ਕਰੋ, ਕਿਉਂਕਿ ਇਹਦੇ ਉੱਪਰ ਤੁਹਾਨੂੰ ਇੰਨਾ ਕਿ ਇਹਨਾਂ ਨੇ ਵੱਡੇ ਸਕੰਜੇ ਵਿੱਚ ਲੈ ਲੈਣਾ। ਪਹਿਲਾ ਇੱਕ ਨਿੱਕੀ ਜਿਹੀ ਪੁਆਇੰਟ ਆ ਕਿ ਤੁਹਾਡੇ ਇਹ ਪੇਪਰ ਖਰਾਬ ਕਰਦੇ, ਦੂਸਰੀ ਗੱਲ ਹੀ ਕੋਈ ਨਹੀਂ। ਹਾਂਜੀ, ਤੇ ਅੱਛਾ, ਇਹ ਦੂਸਰੀ ਬਾਤ ਇਹ ਵੀ ਹੈ ਕਿ ਬੜੇ ਸਾਰੇ ਇੱਥੇ ਯਾਨੀ ਕਿ ਐਸੇ ਅਫਰਾਦ ਹਾਲੇ ਮੌਜੂਦ ਨੇ, ਤਾਰਕਿਨ ਵਤਨ, ਤਮਾਮ ਕਮਿਊਨਿਟੀ, ਤਮਾਮ ਮੁਲਕਾਂ ਦੇ ਲੋਕ, ਜਿਨ੍ਹਾਂ ਨੇ ਯਕੀਨ ਕਰੋ ਕਿ 3 ਸਾਲ ਇਮੀਗ੍ਰੇਸ਼ਨ ਅਗਰ ਅਪਲਾਈ ਨਹੀਂ ਉਹ ਕਰ ਸਕੇ ਤੇ ਉਹਨਾਂ ਕੋਲ ਹੁਣ 5 ਸਾਲ ਦੇ ਸਬੂਤ ਨੇ ਜਾਂ 6 ਸਾਲ ਦੇ ਸਬੂਤ ਨੇ। ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਆਉਣ ਦੇ ਚਾਂਸਿਸ ਹੈ ਨੇ ਕਿ 5 ਸਾਲ ਇਮੀਗ੍ਰੇਸ਼ਨ ਲਾ ਲਓ ਜਾਂ 7 ਸਾਲ ਰੀਓਪਨ ਹੋਈਆਂ, 3 ਸਾਲ ਦਾ ਕਾਨੂੰਨ ਓਪਨ ਕਰ ਦੇ? ਮੌਜੂਦਾ ਕੀ ਹਾਲਾਤ ਨਹੀਂ ਯਾਨੀ ਮਿਨਿਸਟਰੀ ਦੇ ਬਾਰੇ ਜਾਂ ਹਕੂਮਤ ਦੇ ਬਾਰੇ? ਸੋਚ ਵੀ ਨਹੀਂ ਸਕਦੇ ਕਿ ਨਵੀਂ ਇਮੀਗ੍ਰੇਸ਼ਨ 0 ਤੋਂ ਖੁੱਲ੍ਹ ਜਾਵੇ, ਸੋਚ ਵੀ ਨਹੀਂ ਸਕਦੇ। ਕਹਿਣ ਦਾ ਆਉਣਾ ਨਹੀਂ ਆਉਣਾ, ਜਿੰਨਾ ਚਿਰ ਇਹ ਸਰਕਾਰ ਆ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਨਵਾਂ ਕਾਨੂੰਨ ਆ ਜਾਊਗਾ ਬਾਹਰਲੇ ਬੰਦਿਆਂ ਲਈ, ਚਾਹੇ ਉਹਨਾਂ ਕੋਲ ਅੱਜ 7 ਸਾਲ ਦੇ ਪ੍ਰੂਫ ਵੀ ਆ। ਕੋਈ ਕਾਨੂੰਨ ਨਹੀਂ ਹੈਗਾ, ਕੋਈ ਆਉਣਾ ਕਾਨੂੰਨ ਨਹੀਂ ਹੈਗਾ। ਕਿਸੇ ਦੀਆਂ ਗਲਤ ਗੱਲਾਂ ਵਿੱਚ ਤੁਸੀਂ ਨਾ ਆਓ, ਕੋਈ ਆਸ ਨਾ ਰੱਖੋ, ਕੋਈ ਕਾਨੂੰਨ ਨਹੀਂ ਹੈਗਾ।
ਯਾਨੀ ਯੂਨਾਨ ਦੇ ਅੰਦਰ ਹੁਣ ਕੋਈ ਐਸਾ ਕਾਨੂੰਨ ਹੈ ਜਿਹਦੇ ਨਾਲ ਬੰਦੇ ਨਾਲ ਲੀਗਲ ਹੋ ਸਕੇ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸਾਈਲਮ ਤੋਂ ਹਟ ਕੇ, ਯਾਨੀ ਕੋਈ ਹੈ ਕਿ ਜਿਹਦੇ ਨਾਲ ਬੰਦਾ ਲੀਗਲ ਪੇਪਰ ਲੈ? ਕੋਈ ਕਾਨੂੰਨ ਨਹੀਂ ਸਾਡੇ ਕੋਲ, ਕੋਈ ਵੀ ਕਾਨੂੰਨ ਨਹੀਂ ਹੈਗਾ ਜਿਹੜਾ ਅਨਲੀਗਲ ਬੰਦਾ ਹੀ ਲੀਗਲ ਕਰ ਦਈਏ। ਯਾਨੀ ਹੁਣ ਜਿੰਨੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਆ ਰਹੇ ਨੇ ਜਾਂ ਜਿਨ੍ਹਾਂ ਕੋਲ ਕਿਸੇ ਕਿਸਮ ਦੇ ਪੇਪਰ ਯੂਨਾਨ ਨਹੀਂ ਹੈ, ਯਾਨੀ ਲੀਗਲ ਸਟੇਟਸ ਨਹੀਂ ਹੈ, ਉਹਨਾਂ ਦੇ ਚਾਂਸਸ ਹੈ ਨੇ ਹੁਣ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਪੇਪਰ ਮਿਲ ਸਕਣ? ਕੋਈ ਤਰੀਕਾ ਨਹੀਂ। ਜਿਹੜਾ ਬੰਦਾ ਅਨਲੀਗਲ ਆਉਂਦਾ ਉਹ ਅਨਲੀਗਲ ਹੀ ਇੱਥੇ ਆ, ਉਹਨੂੰ ਸਜ਼ਾ 2 ਸਾਲ ਤੋਂ ਲੈ ਕੇ 5 ਸਾਲ ਤੱਕ ਸਜ਼ਾ ਆ। ਕੋਈ ਉਹ ਅੱਜ ਵੀ ਮਿਨਿਸਟਰ ਕਹਿੰਦਾ ਅੱਜ ਵੀ ਅਨਲੀਗਲ ਹੈ ਤੇ ਆਉਣ ਵਾਲੇ 10 ਸਾਲਾਂ ਨੂੰ ਵੀ ਅਨਲੀਗਲ ਹੀ ਆ। ਔਰ ਜਿੰਨੇ ਵੀਰ ਭਰਾ ਤੁਸੀਂ ਵੀਡੀਓ ਵੇਖ ਰਹੇ ਹੋ, ਬੜੇ ਸਾਰੇ ਵੀਰ ਐਸੇ ਨੇ ਜਿਨ੍ਹਾਂ ਨੇ ਮੇਰੇ ਨਾਲ ਵੀ ਇਨਫਾਰਮ ਕੀਤਾ ਤੇ ਤੁਹਾਡੇ ਨਾਲ ਭਾਈ ਕੁਮਾਰ ਸ਼ੇਅਰ ਕਰਨਾ ਚਾਹੁੰਦਾ ਕਿ ਉਹ ਕਹਿੰਦੇ ਨੇ ਜੀ ਸਾਨੂੰ ਫਲਾਂ ਬੰਦੇ ਨੇ ਕਿਹਾ ਕਿ ਸਾਨੂੰ ਇੰਨੇ ਪੈਸੇ ਦੇ ਦਿਓ, ਤੁਹਾਨੂੰ ਪੇਪਰ ਹੁਣ ਵੀ ਬਣਵਾ ਕੇ ਦੇ ਸਕਨੇ ਆ ਜਾਂ ਤੁਹਾਨੂੰ ਵੀਵੀਓਸੀਆਂ ਜਾਂ ਕਿਸੇ ਵੀ ਤਰੀਕੇ ਨਾਲ ਇਸ ਤਰ੍ਹਾਂ ਦਾ ਕੋਈ ਪੇਪਰ ਬਣਾ ਕੇ ਦੇਣਾ ਕਿ ਕੋਈ ਪ੍ਰੋਬਲਮ ਨਾ ਹੋਏਗੀ। ਇਹ ਤਮਾਮ ਤਰ ਬਾਤਾਂ ਬੇਬੁਨਿਆਦ ਔਰ ਝੂਠ ਨੇ। ਕੋਈ ਇਸ ਤਰ੍ਹਾਂ ਦਾ ਕਾਨੂੰਨ ਯੂਨਾਨ 'ਚ ਹੁਣ ਨਹੀਂ ਹੈ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਜਾਂ ਪੇਪਰਾਂ ਦੇ ਹਵਾਲੇ ਨਾਲ। ਅੱਛਾ ਭਾਈ ਕੁਮਾਰ, ਅਗਰ ਬੰਦਾ ਕੋਈ ਵੀ ਹੋਣ, ਫਰਜ਼ ਕਰੋ ਕੋਈ ਰਸਤਾ ਹੋਰ ਨਹੀਂ ਹੈ, ਉਹਦੇ ਕੋਲ ਪੇਪਰ ਵੀ ਨਾ ਹੋਣ, ਕਿਆ ਉਹ ਸ਼ਾਦੀ ਕਰ ਸਕਦਾ? ਨਹੀਂ। ਤੁਸੀਂ ਗ੍ਰੀਸ ਦੇ ਵਿੱਚ ਸ਼ਾਦੀ ਕਰਨੀ ਆ, ਤੁਸੀਂ ਲੀਗਲ ਹੋਣੇ ਚਾਹੀਦੇ ਆ। ਜਾਂ ਤੁਹਾਡੇ ਕੋਲ ਆਦੀਆ ਪਾਰਾਮੁਨੀ ਹੋਵੇ ਜਾਂ ਤੁਹਾਡੇ ਕੋਲ ਸਾਇਲਮ ਹੋਵੇ, ਬਸ ਦੂਸਰੀ ਕੋਈ ਗੱਲ ਨਹੀਂ। ਤੇ ਸ਼ਾਦੀ ਕਰਕੇ ਤੇ ਪੇਪਰ ਫੇਰ ਬੰਦਾ ਲੈ ਸਕਦਾ? ਹਾਂ, ਫਿਰ ਤੁਸੀਂ ਸ਼ਾਦੀ, ਫਿਰ ਆਲਰੇਡੀ ਤੁਹਾਡੇ ਕੋਲ ਪੇਪਰ ਹੈਗਾ ਹੀ ਆ। ਜਿਹੜਾ ਸਾਇਲਮ ਵਾਲਾ ਬੰਦਾ ਆ ਉਹ ਹਾਂ ਆਦੀਆ ਪਾਰਾਮੁਨੀ 'ਚ ਕੰਡਕਟ ਕਰ ਸਕਦਾ। ਜਿਸ ਬੰਦੇ ਕੋਲ ਆਦੀਆ ਪਾਰਾਮੁਨੀ ਤਾਂ ਗੱਲ ਹੀ ਖਤਮ ਹੈ। ਉਹ ਤਾਂ ਸਿਰਫ ਉਹਨੇ ਕੈਟਾਗਰੀ ਚੇਂਜ ਕਰਨੀ ਆ ਕਿ ਮੈਂ ਫੈਮਿਲੀ ਮੈਂਬਰ ਗ੍ਰੀਕੀ ਹੋ ਗਿਆ। ਯਾਨੀ ਕਿ ਉਹ ਤਮਾਮ ਅਫਰਾਦ ਕੇ ਜਿਹੜੇ ਸ਼ਾਦੀ ਕਰਨ ਦੇ ਚੱਕਰ 'ਚ ਨੇ ਪੇਪਰ ਕੋਲ ਨਹੀਂ ਆਇਆ ਤੇ ਉਹਨਾਂ ਨੂੰ ਕੋਈ ਸੀਨ ਨਹੀਂ ਹੈ? ਕੋਈ ਗੱਲਬਾਤ ਨਹੀਂ। ਕਿਸੇ ਯੂਰਪੀਅਨ ਕੰਟਰੀ ਵਿੱਚ, ਇਕੱਲੇ ਯੂਨਾਨ ਦੇ ਵਿੱਚ, ਇਕੱਲੇ ਗ੍ਰੀਸ ਦੇ ਵਿੱਚ ਨਹੀਂ, ਕਿਸੇ ਵੀ ਯੂਰਪੀਅਨ ਕੰਟਰੀ ਦੇ ਵਿੱਚ ਕੋਈ ਵੀ ਹੈ ਨਹੀਂ ਰਾ। ਤੇ ਅੱਛਾ, ਬੜੇ ਸਾਰੇ ਐਸੇ ਵੀਰ ਭਰਾ ਹੈ ਨੇ ਕਿ ਜਿਨ੍ਹਾਂ ਦੀਆਂ ਹੁਣ ਅਦਾਲਤਾਂ ਆਈਆਂ ਨੇ, ਯਾਨੀ ਵੀਵੀਓਸੀਆਂ ਜਿਨ੍ਹਾਂ ਬਣਵਾਈਆਂ, ਉਹਨਾਂ ਦੇ ਕੋਈ ਚਾਂਸਸ ਹੈ ਨੇ? ਫਿਲਹਾਲ ਕੋਈ ਨਹੀਂ। ਅਦਾਲਤਾਂ ਤੋਂ ਬਹੁਤ ਮਾੜੀਆਂ ਖਬਰਾਂ ਆਉਂਦੀਆਂ ਪਈਆਂ, ਬਹੁਤ ਹੀ ਮਾੜੀਆਂ ਖਬਰਾਂ ਆਉਂਦੀਆਂ ਪਈਆਂ। ਬਸ ਇੱਥੇ ਆਪਾਂ ਅਦਾਲਤ ਦੀ ਗੱਲ ਵਿੱਚ ਬੜੀ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਫੈਸਲਾ ਅਦਾਲਤ ਦੇ ਹੱਥ ਆ, ਸਾਰਾ ਦੇਸ਼ ਅਦਾਲਤ ਦੇ ਹੱਥ ਆ। ਇਸ ਕਰਕੇ ਅਸੀਂ ਉਹਦੇ ਉੱਪਰ ਬਾਹਲੀ ਗੱਲ ਨਹੀਂ ਕਰ ਸਕਦੇ। ਤੇ ਕੋਈ ਐਸਾ ਪੈਗਾਮ ਤੁਹਾਂ 28 ਸਾਲ ਯੂਨਾਨ 'ਚ ਗੁਜ਼ਾਰ ਦਿੱਤੇ ਨੇ ਆਪਣੀ ਜ਼ਿੰਦਗੀ ਦੇ, ਕੋਈ ਐਸਾ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹਦੀ ਵਜ੍ਹਾ ਨਾਲ ਇੱਜ਼ਤ ਨਾਲ ਬੰਦੇ ਰਹਿ ਸਕਣ ਯੂਨਾਨ ਦੇ ਅੰਦਰ? ਕਿਸ ਤਰੀਕੇ ਨਾਲ ਰਹਿਣਾ ਚਾਹੀਦਾ? ਦੇਖੋ ਸ਼ਫੀਕ ਜੀ, ਇੱਕ ਵਾਰੀ ਮੈਂ ਵੀਡੀਓ ਪਾਈ ਸੀ ਟਿਕਟੋਕ ਦੇ ਉੱਪਰ, ਮੈਂ ਕਹੀ ਸੀ ਇਹ ਗੱਲ ਬੜੇ ਠੋਕ ਕੇ ਕਹੀ ਸੀ ਕਿ ਜਿੱਦਣ ਅਸੀਂ ਇੱਥੇ ਆਏ ਹਾਂ ਉਸ ਟਾਈਮ ਤੇ ਕਹਿੰਦੇ ਸੀਗੇ ਕਿ ਇਨਸਾਨ ਦੇ ਵਿੱਚ ਇੰਡੀਅਨ, ਜੇ ਕੋਈ ਗ੍ਰੀਕੀ ਜਾਂਦਾ ਸੀ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਕੇ ਜਾਂਦਾ ਸੀ, ਕਹਿੰਦਾ ਸੀ ਯਾਰ ਮੇਰੇ ਅੰਦਰ ਮੇਰੇ ਘਰ ਇੰਡੀਅਨ ਰਹਿੰਦਾ, ਮੇਰੇ ਘਰ ਪਾਕਿਸਤਾਨੀ ਰਹਿੰਦਾ। ਇਹ ਨਹੀਂ ਕਿ ਗੱਲਾਂ ਇੰਡੀਅਨ ਮੈਂ ਕਹਿੰਦਾ, ਪਾਕਿਸਤਾਨੀ ਵੀ ਰਹਿੰਦਾ। ਕਹਿੰਦਾ ਸੀ ਮੇਰੇ ਘਰ ਪਾਕਿਸਤਾਨੀ ਰਹਿੰਦਾ, ਮੈਨੂੰ ਕਿਸੇ ਚੀਜ਼ ਦੀ ਕੋਈ ਡਰ ਨਹੀਂ ਹੈਗਾ। ਲੇਕਿਨ ਅੱਜ ਥੋੜ੍ਹਾ ਜਿਹਾ ਮੈਨੂੰ ਇੱਦਾਂ ਲੱਗਦਾ ਪਿਆ ਕਿ ਬੰਦੇ ਸਾਡੇ ਤੋਂ ਡਰ ਚੁੱਕੇ ਆ। ਮੈਂ ਚਾਹੁੰਦਾ ਕਿ ਅਸੀਂ ਉੱਥੇ ਫੇਰ ਚੱਲ ਜਾਈਏ ਤਾਂ ਬੜੀ ਮਿਹਰਬਾਨੀ ਵਾਲੀ ਗੱਲ ਆ। ਜਿਹੜੀ ਨਵੀਂ ਪਨੀਰੀ ਆਉਂਦੀ ਪਈ ਆ, ਮੇਰੀ ਉਹਨਾਂ ਲਈ ਰਿਕੁਐਸਟ ਆ, ਚਾਹੇ ਉਹ ਦੋਨਾਂ ਪਾਸਿਆਂ ਵਾਲੀ ਆ, ਚਾਹੇ ਉੱਧਰ ਲਿਆ ਤੇ ਚਾਹੇ ਉੱਧਰ ਲਿਆ। ਖਾਸ ਤੌਰ 'ਤੇ ਜਿਹੜੇ ਪੰਜਾਬੀ, ਸਾਡੀ ਠੋਸ ਪੰਜਾਬੀ ਨੂੰ ਜਾਣਦੇ ਆ, ਵੀ ਤੁਸੀਂ ਇੱਥੇ ਸਿੱਧੀ ਜ਼ੁਬਾਨ 'ਚ ਕਹਾਂ ਬੰਦੇ ਬਣ ਕੇ ਰਹੋ, ਗੰਦ ਨਾ ਪਾਓ, ਇੱਜ਼ਤ ਨਾਲ ਰਹੋ। ਦੇਸ਼ ਤੁਹਾਨੂੰ ਪਿਆਰ ਕਰਦਾ ਆ, ਤੁਸੀਂ ਵੀ ਪਿਆਰ ਕਰੋ। ਅੱਜ ਤੋਂ ਮੈਨੂੰ 28 ਸਾਲ ਹੋ ਚੱਲੇ ਆ, ਗ੍ਰੀਕੀ ਉਹੀ ਆ, ਅੱਜ ਵੀ ਗ੍ਰੀਕੀ ਉਹੀ ਆ। ਕਿਉਂਕਿ ਨਫ਼ਰਤ ਕਾਹਤੋਂ ਫੈਲੇ? ਗ੍ਰੀਕੀ ਵੀ ਥੋੜ੍ਹੇ ਜਿਹੇ ਚੇਂਜ ਹੋ ਗਏ ਸਾਡੇ ਹਾਲਾਤ ਦੇਖ ਕੇ। ਅਸੀਂ ਵੀ ਮਾਰਕੁੱਟ ਚਾਲੂ ਕਰ ਦਿੱਤੀ, ਸਾਡੀਆਂ ਵੀ ਰਿਪੋਰਟਾਂ ਬਹੁਤ ਬੁਰੀਆਂ ਆਉਣ ਲੱਗ ਪਈਆਂ। ਜੇ ਮੈਂ ਖਬਰਾਂ ਸੁਣਦਾ ਆ, ਹਰ ਗੱਲ ਦੇ ਵਿੱਚ ਸਾਡਾ ਬਾਹਰਲਾ ਬੰਦਾ, ਹਰ ਗੱਲ ਦੇ ਵਿੱਚ ਬਾਹਰਲਾ ਬੰਦਾ। ਹੁਣ ਕੱਲ੍ਹ ਗੱਲ ਸੁਣੀ, ਫਿਲਿਸਤੀਨ ਦੇ ਬੰਦੇ ਨੇ ਕਿਸੇ ਬੰਦੇ ਨੂੰ ਲੁੱਟ ਲਿਆ, ਕਾਲੇ ਨੇ ਲੁੱਟ ਲਿਆ, ਪਾਕਿਸਤਾਨੀ ਨੇ ਲੁੱਟ ਲਿਆ, ਇੰਡੀਅਨ ਨੇ ਲੁੱਟ ਲਿਆ। ਉਹਨਾਂ ਨਾਲ ਬਹੁਤ ਯਾਨੀ ਕਿ ਗ੍ਰੀਕੀਆਂ ਦਾ ਜਿਹੜਾ ਸੁਭਾਅ ਆ ਚੇਂਜ ਹੋ ਚੁੱਕਾ। ਉਹਦੇ ਨਾਲ ਉਹ ਚੇਂਜ ਹੋਣ ਦੇ ਨਾਲ ਉਹ ਸੱਪ ਜਿਹੜੇ ਯਾਨੀ ਕਿ ਜਿਨ੍ਹਾਂ ਨੂੰ ਕੋਈ ਦੇਖਦਾ ਵੀ ਨਹੀਂ ਸੀ, ਉਹ ਸੱਪਾਂ ਨੇ ਇੰਨੇ ਕੁ ਫਨ ਖੜੇ ਕੀਤੇ ਪਏ ਆ ਸਾਡੇ ਖਿਲਾਫ ਕਿ ਗੱਲ ਛੱਡ ਦਿਓ ਪਰੇ। ਇਸ ਕਰਕੇ ਮੇਰਾ ਭਰਾ, ਉਹਨਾਂ ਲਈ ਜਿਹੜੇ ਬੰਦੇ ਸਾਡੀ ਜ਼ੁਬਾਨ ਨੂੰ ਜਾਣਦੇ ਆ, ਉਹਨਾਂ ਅੱਗੇ ਰਿਕੁਐਸਟ ਆ ਤੁਸੀਂ ਇੱਥੇ ਕੰਮ ਕਰਨ ਆਏ ਆ, ਮਿਹਨਤਾਂ ਕਰੋ। ਪੁਰਾਣੇ ਬੰਦਿਆਂ ਨੇ ਵੀ ਸਾਰਿਆਂ ਨੇ ਮਿਹਨਤਾਂ ਕੀਤੀਆਂ ਆ, ਇੱਥੇ ਤੱਕ ਪਹੁੰਚੇ ਆ। ਸੌਖਾ ਰਾਹ ਰੁਪਈਏ ਕਮਾਉਣ ਦਾ ਕੋਈ ਵੀ ਹੈ ਨਹੀਂ। ਜੇ ਤੁਸੀਂ ਕਹੋ ਸੌਖਾ ਰਾਹ ਰੁਪਈਏ ਕਮਾਉਣ ਦਾ ਕੋਈ ਵੀ ਹੈ ਨਹੀਂ। ਮਿਹਨਤ ਕਰਨੀ ਆ, ਜਿੱਥੇ ਮੈਂ ਬੈਠਾ ਤੁਸੀਂ ਵੀ ਬਹਿ ਸਕਦੇ ਆ। ਮਿਹਨਤ ਕਰਨੀ ਆ, ਫੀਸ ਤੁਸੀਂ ਬਿਲਡਿੰਗਾਂ ਦੇ ਠੇਕੇ ਲੈ ਕੇ ਰੰਗ ਕਰ ਸਕਦੇ ਆ। ਲੱਖਾਂ ਰੁਪਈਆ, ਹਜ਼ਾਰਾਂ ਯੂਰੋ ਤੁਹਾਡੀ ਜੇਬਾਂ ਵਿੱਚ ਆ ਸਕਦਾ। ਮੈਂ ਦੇਖਦਾ ਮੈਂ ਜਿਹੜੇ ਬੰਦੇ ਸਾਡਿਆਂ ਕੋਲ ਹਜ਼ਾਰਾਂ ਯੂਰੋ ਆ, ਲੱਖਾਂ ਯੂਰੋਆਂ ਦੇ ਮਾਲਕ, ਅਰਬਾਂ ਦੇ ਯੂਰੋਆਂ ਦੇ ਮਾਲਕ। ਹੁਣ ਯੂਰੋ ਵਾਲੇ ਸਾਡੇ ਫੋਟੋ ਭੈਣ ਭਰਾ ਆ, ਕਿੰਨਾ ਰੁਪਈਆ ਉਹਨਾਂ ਕੋਲ ਆ। ਹੋਰਾਂ ਨੂੰ ਮੈਂ ਦੇਖਦਾ ਆਲੇ ਦੁਆਲੇ ਜਿਹੜੇ ਆ, ਜੇ ਨਾਂ ਲੈਣ ਲੱਗ ਪਈ ਥੱਕ ਜਾਈਏ, ਸਾਰੇ ਮਿਹਨਤਾਂ ਦੇ ਨਾਲ ਪਹੁੰਚੇ ਹੋਏ ਆ। ਜੇ ਤੁਸੀਂ ਕਹੋ ਸ਼ਾਰਟ ਰਾਹ, ਮੈਂ ਨਸ਼ਾ ਵੇਚ ਕੇ, ਮੈਂ ਚੋਰੀਆਂ ਕੱਢ ਕੇ, ਨਹੀਂ ਬਣ ਸਕਦਾ ਬੰਦਾ। ਅੱਛਾ, ਤੇ ਹੁਣ ਜਿਹੜੇ ਵੀਰ ਭਰਾ ਅੰਦਰ ਜੇਲ੍ਹਾਂ 'ਚ ਨੇ, ਥਾਣਿਆਂ ਕੈਂਪਾਂ 'ਚ ਨੇ, ਉਹਨਾਂ ਦੇ ਬਾਰੇ ਕੋਈ ਨਰਮੀ ਕਰਨ ਦਾ ਸੋਚ ਰਹੀ ਹੈ ਹਕੂਮਤ ਕਿ ਕੋਈ ਨਹੀਂ? ਉਹਨਾਂ ਦੇ ਬਾਰੇ ਕੋਈ ਨਰਮੀ ਨਹੀਂ। ਉਹਨਾਂ ਲਈ ਬਹੁਤ ਭੈੜੀਆਂ ਖਬਰਾਂ ਆ ਰਹੀਆਂ, ਫੀਸ ਬਹੁਤ ਹੀ ਭੈੜੀਆਂ ਖਬਰਾਂ ਆ ਰਹੀਆਂ ਆ।
ਤੇ ਜਾਣੀ ਕਿ ਉਹਨਾਂ ਨੇ ਕਿਹਾ ਆ ਕਿ ਜਿਹੜੇ ਤੁਸੀਂ ਬੰਦੇ ਆ ਦੇਖਦੇ ਪਏ ਆ, ਇੰਡੀਅਨ ਕਿੰਨੇ ਆ, ਪਾਕਿਸਤਾਨੀ ਕਿੰਨੇ ਆ, ਬੰਗਾਲੀ ਕਿੰਨੇ ਆ, ਇਹ ਬੰਦੇ ਸਟੇਆਂ ਨਹੀਂ ਲੈ ਸਕਦੇ। ਉਹਨਾਂ ਨੂੰ ਪੁੱਛਦੇ ਪਏ ਆ ਅੰਬੈਸੀਆਂ ਤੋਂ, ਬਾਰ-ਬਾਰ ਅੰਬੈਸੀਆਂ ਨੂੰ ਪ੍ਰੈਸ਼ਰ ਵਿੱਚ ਲਿਆ ਕੇ ਪੁੱਛਦੇ ਪਏ ਆ ਕਿ ਇਹਨਾਂ ਨੂੰ ਕੋਈ ਉੱਥੇ ਪ੍ਰੈਕਟੀਕਲ ਸਟੇ ਦਾ ਕੋਈ ਮਸਲਾ ਤਾਂ ਨਹੀਂ ਹੈਗਾ। ਇਹ ਕਿਸੇ ਕੰਟਰੀ ਤੋਂ ਜਿਹੜੇ ਬੰਦੇ ਨਹੀਂ ਸਟੇ ਲੈ ਸਕਦੇ ਉਹਨਾਂ ਨੂੰ ਫਿਰ ਇੱਥੋਂ ਜਾਂ 2 ਸਾਲ ਦੀ ਸਜ਼ਾ ਤੇ ਜਾਂ ਉਹਨਾਂ ਨੂੰ ਫਿਰ ਜਾਣਾ ਪੈਣਾ। ਉਸ ਤੋਂ ਬਾਅਦ ਅਗਰ ਜਿਨ੍ਹਾਂ ਨੇ ਅਸਾਈਲਮ ਹੁਣ ਅਪਲਾਈ ਕੀਤੀ, ਜਿਨ੍ਹਾਂ ਨੂੰ ਅਸਾਈਲਮ ਮਿਲ ਗਏ ਨੇ, ਕਿਆ ਉਹਨਾਂ ਨੂੰ ਮੌਜੂਦਾ ਹੁਕੂਮਤ ਯੂਨਾਨ ਉਹਨਾਂ ਵਾਸਤੇ ਕੋਈ ਪਲੇਟਫਾਰਮ ਓਪਨ ਕਰੇਗੀ ਲੀਗਲ ਕਰਨ ਦੇ ਹਵਾਲੇ ਨਾਲ? ਜਿਨ੍ਹਾਂ ਕੋਲ ਸਾਈਲਮ ਕਲੀਅਰ ਹੋ ਚੁੱਕਾ, ਜਾਣੀ ਕਿ ਸਾਈਲਮ ਕਲੀਅਰ ਹੋ ਚੁੱਕਾ, ਜਿਨ੍ਹਾਂ ਕੋਲ ਨੀਲੇ ਰੰਗ ਦਾ ਪਾਸਪੋਰਟ ਆ ਉਹ ਤਾਂ ਸਾਈਲਮ ਕਲੀਅਰ ਆ। ਜਿਨ੍ਹਾਂ ਕੋਲ ਵਾਈਟ ਕਾਰਡ ਆ ਚਿੱਟੇ ਰੰਗ ਦਾ ਜਿਹਦੇ ਆਲੇ ਦੁਆਲੇ ਲਾਲ ਲਾਈਨ ਲੱਗੀ ਹੋਈ ਆ, ਉਹ ਟੈਂਪਰੇਰੀ ਕਾਰਡ ਆ, ਉਹਦੀ ਕੋਈ ਵੈਲਿਊ ਨਹੀਂ। ਉਹ 3 ਮਹੀਨੇ ਬਾਅਦ ਤੁਹਾਡਾ ਜਦੋਂ ਮਰਜ਼ੀ ਉੱਡ ਸਕਦਾ। ਉਹ ਅੱਜ ਤੁਹਾਡਾ ਵੈਲਿਡ ਆ, ਕੱਲ੍ਹ ਨੂੰ ਹੋ ਸਕਦਾ ਤੁਹਾਡੇ ਮੇਲ ਦੇ ਉੱਪਰ ਮੇਲ ਆਇਆ ਹੋਵੇ ਮੈਂ ਕੈਂਸਲ ਕਰ ਦਿੱਤਾ। ਯਾਨੀ ਕਿ ਜਿਨ੍ਹਾਂ ਨੂੰ ਅਸਾਈਲਮ ਵੀ ਮਿਲੀ ਉਹਨਾਂ ਦੇ ਵੀ ਚਾਂਸਸ 50-50 ਨੇ ਤਕਰੀਬਨ। ਹਾਂਜੀ, ਜਿਨ੍ਹਾਂ ਕੋਲ ਟੈਂਪਰੇਰੀ ਪੇਪਰ ਆ, ਸਹੀ ਹੈ ਨਾ, ਜਿਹੜਾ ਕੋਈ ਚਿੱਟਾ ਕਾਰਡ ਆ ਉਹਦੀ ਕੋਈ ਵੈਲਿਊ ਨਹੀਂ ਹੈਗੀ। 50-50 ਕੀ 20% ਉਹਦੇ ਚਾਂਸ ਆ। ਲੇਕਿਨ ਕਾਰਡ ਦੇ ਉਹ ਤਕਰੀਬਨ 2 ਸਾਲ ਦਾ ਦਿੰਦੇ ਨੇ। ਹਾਂਜੀ, ਕਾਰਡ 2 ਸਾਲ ਦਾ ਦਿੰਦੇ ਆ। 3 ਮਹੀਨੇ ਬਾਅਦ ਉਹਦੀ ਹਾਜ਼ਰੀ ਲੱਗਣੀ ਆ। 3 ਮਹੀਨੇ ਬਾਅਦ ਹਾਜ਼ਰੀ ਲੱਗਣੀ ਆ। 3 ਮਹੀਨੇ ਬਾਅਦ ਤੁਸੀਂ ਨਹੀਂ ਜਾਂਦੇ, ਉਹ ਰਿਜੈਕਟ ਹੋ ਜਾਂਦਾ। ਡੇਟ ਲਿਖਣ ਦੀ ਕੋਈ ਵੈਲਿਊ ਨਹੀਂ ਉਹਦੀ। ਤੇ ਜਿਹੜੇ ਵੀਰ ਭਰਾ ਬੜੇ ਸਾਰੇ ਐਸੇ ਵੀ ਨੇ ਜਿਹੜੇ ਜਿਨ੍ਹਾਂ ਕੋਲ ਕਾਰਡ ਹੁੰਦੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਰਿਜੈਕਟ ਹੋ ਚੁੱਕੇ ਨੇ ਸਾਡੇ, ਉਹਨਾਂ ਨੂੰ ਪੁਲਿਸ ਫੜਦੀ ਹੈ ਤੇ ਉਹਨਾਂ ਦੇ ਬਾਰੇ ਨਹੀਂ ਕੋਈ ਸਿਸਟਮ ਯਾਨੀ ਕਿ ਮੁਤਾਰਫ ਕਰਾ ਰਹੀ ਮੌਜੂਦਾ ਹੁਕੂਮਤ ਯੂਨਾਨ ਜਾਂ ਕਿਸੇ ਵਕੀਲ ਨਾਲ ਗੱਲ ਕਰ ਕੋਈ ਬੰਦਾ ਬਾਹਰ ਨਹੀਂ ਆ ਸਕਦਾ, ਰਿਲੀਜ਼ ਨਹੀਂ ਹੋ ਸਕਦਾ ਜੇਲ੍ਹ 'ਚੋਂ? ਕੁਛ ਵਕੀਲ ਹੋ ਜਾਂਦੇ ਆ, ਕੁਛ ਵਕੀਲ ਨਹੀਂ ਕਰਦੇ। ਜਦੋਂ ਕਿਸੇ ਵਕੀਲ ਦੇ ਹੱਥ ਗੱਲ ਹੋ ਜਾਂਦੀ ਆ ਫਿਰ ਉਹ ਸਾਰੀਆਂ ਗੱਲਾਂ ਜਾਣੀ ਕਿ ਨਾ ਹੋਣ ਵਾਲੀਆਂ ਗੱਲਾਂ ਹੁੰਦੀਆਂ, ਉਹਦੇ ਵਿੱਚ 20-25% ਚਾਂਸ ਹੁੰਦੇ ਆ। ਕੋਈ ਪੁੱਠਾ ਸਿੱਧਾ ਡਰਾਮਾ ਕਰਕੇ ਕਿਸੇ ਵਕੀਲ ਨੇ ਛਡਾ ਲਿਆ ਤਾਂ ਛਡਾ ਲਿਆ, ਨਹੀਂ ਤਾਂ ਨਹੀਂ। ਜੇ ਮੈਂ ਤੈਨੂੰ ਕਹਾਂ ਕੋਈ ਲੀਗਲ ਦਰਵਾਜ਼ਾ ਬਿਲਕੁਲ ਵੀ 100% ਇਸ ਗੱਲ ਨਾਲ ਬੰਦਾ ਬਾਹਰ ਆ ਸਕਦਾ ਨਹੀਂ, ਕਿਉਂਕਿ ਸਰਕਾਰ ਦੀ ਗੱਲ ਇਹੀ ਆ, ਅਦਾਲਤਾਂ ਦੀ ਗੱਲ ਇਹੀ ਆ, ਬੰਦਾ ਅਨਲੀਗਲ ਆ ਉਹਨੂੰ ਅੰਦਰ ਸਿੱਟੋ। ਅੱਛਾ ਭਾਈ ਕੁਮਾਰ, ਕੁਝ ਬੰਦੇ ਐਸੇ ਵੀ ਨੇ ਜਿਹੜੇ ਯਾਨੀ ਕਿ ਬੜੇ ਸਾਰੇ ਤਾਰਕਿਨ ਵਤਨ ਜਿਹੜੇ ਜ਼ਿਮੀਂਦਾਰਾਂ ਦਾ ਕੰਮ ਕਰਦੇ ਨੇ, ਮਾਲਕਾਂ ਨਾਲ ਬੜੇ ਦੇਰ ਤੋਂ ਲੱਗੇ ਨੇ ਔਰ ਪਹਿਲਾਂ ਉਹਨਾਂ ਦੇ ਮਾਲਕ ਉਹਨਾਂ ਦੇ ਆਦੀਆ ਰਗਾਸੀਆ ਬਣਵਾ ਰਹੇ ਸਨ। ਕਿ ਆਦੀਆ ਰਗਾਸੀਆ ਹੁਣ ਵੀ ਬਣ ਰਿਹਾ, ਉਹਦਾ ਕੋਈ ਕਾਨੂੰਨ ਹੈ? ਬਾਕੀ ਕਿਉਂ ਵੀ ਬਣਦੇ ਆਦੀਆ ਰਗਾਸੀਆ ਕੁਛ ਏਰੀਏ ਕੁਛ ਥਾਣੇ ਵਾਲੇ ਬਣਾਉਂਦੇ ਪਏ ਆ, ਲੇਕਿਨ ਇੱਥੇ ਸਾਡੇ ਥੀਨੇ ਵਿੱਚ ਕਿਸੇ ਪਾਸੇ ਨਹੀਂ ਬਣਦਾ ਪਿਆ। ਕੁਛ ਨੋਮੋ ਵਿਓਤੀਆ ਯਾਨੀ ਕਿ ਥੀਵੇ ਦੀ ਸਾਈਡ 'ਤੇ ਕਿਸੇ ਪਾਸੇ ਉਹ ਬਣਦੇ ਪਏ ਆ, ਲੇਕਿਨ ਉਹ ਵੀ ਆਦੀਆ ਰਗਾਸੀਆ ਆ। ਆਦੀਆ ਰਗਾਸੀਆ ਦਾ ਮਤਲਬ ਇਹ ਹੁੰਦਾ, ਜਾਣੀ ਕਿ ਇੱਥੇ ਸਾਡੇ ਥੀਨੇ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਆ ਕਿ ਉਹ ਆਦੀਆ ਰਗਾਸੀਆ ਉਹਨੂੰ ਲੱਭਦਾ ਕਿ ਜਿਹੜੇ ਬੰਦੇ ਰਾਤ ਦਾ ਕੰਮ ਕਰਦੇ ਆ। ਪੁਲਿਸ ਦੇ ਕੋਲ ਉਹਨੇ ਰਜਿਸਟਰਡ ਕਰਵਾਇਆ ਆ ਕਿ ਮੈਨੂੰ ਪੁਲਿਸ ਨੂੰ ਮੇਰੇ ਤੋਂ ਕੋਈ ਤਕਲੀਫ ਨਹੀਂ। ਜੇ ਕੱਲ੍ਹ ਨੂੰ ਕੋਈ ਪੁਲਿਸ ਵਾਲਾ ਉਹਨੂੰ ਘੇਰਦਾ ਹੈ ਉਹ ਦਿਖਾ ਸਕਦਾ ਆਦੀਆ ਰਗਾਸੀਆ, ਤੇ ਉਹਦੇ ਉੱਪਰ ਸਾਡਾ ਕੰਮ ਚੱਲੀ ਜਾਂਦਾ ਕਿ ਹਾਂ ਮੈਂ ਛੁੱਟ ਗਿਆ। ਲੇਕਿਨ ਉਹ ਇੱਕ ਆਦੀਆ ਰਗਾਸੀਆ ਕਿਹੜੇ ਬੰਦੇ ਲਈ ਹੈ? ਜਿਹੜਾ ਬੰਦਾ ਲੀਗਲ ਬੰਦਾ ਆ। ਲੇਕਿਨ ਬੜੇ ਸਾਰੇ ਬੰਦੇ ਨੇ ਉਹਨੂੰ ਪੇਪਰ ਨਹੀਂ ਆ, ਲੇਕਿਨ ਮਾਲਕ ਬਣਾ ਕੇ ਦੇ ਰਹੇ ਨੇ ਪੇਪਰ ਉਹਨਾਂ ਨੂੰ। ਆਦੀਆ ਰਗਾਸੀਆ ਨਾਮ ਹੈ। ਹਾਂਜੀ, ਉਹ ਬਣਾ ਕੇ ਦੇ ਰਹੇ ਆ। ਮਾਲਕਾਂ ਦੀਆਂ ਗਰੰਟੀਆਂ ਤੇ ਅੱਗੇ ਪਿੱਛੇ ਜਾਣੀ ਕਿ ਮਾਲਕ ਦਾ ਲੈਟਰ ਦੋ, ਉਹ ਬਣ ਜਾਂਦਾ ਸੀ। ਪੁਲਿਸ ਵਾਲੇ ਡਾਕੂਮੈਂਟ ਆਦੀਆ ਪਰਾਮੁਨੀ ਨਹੀਂ ਚੈੱਕ ਕਰਦੇ ਕਿਉਂਕਿ ਉਹਦੀ ਕੋਈ ਏਡੀ ਵੱਡੀ ਵੈਲਿਊ ਨਹੀਂ ਹੈਗੀ। ਤੇ ਲੇਕਿਨ ਹੁਣ ਮੌਜੂਦਾ ਕੋਈ ਬਣ ਰਹੇ ਨੇ ਜਾਂ ਤੁਹਾਡੇ ਖਿਆਲ ਨਾਲ ਉਹ ਵੀ ਕਾਨੂੰਨ ਇਹਨਾਂ ਨੇ ਬੰਦ ਕੀਤਾ ਹੈ? ਉਹਦਾ ਕੋਈ ਕਾਨੂੰਨ ਹੈ ਹੀ ਨਹੀਂ, ਉਹ ਸਦਾ ਤੋਂ ਹੀ ਬਣਦਾ ਪਿਆ। 50 ਸਾਲ ਤੋਂ ਦੇਸ਼ ਚੱਲਦਾ ਪਿਆ। 50 ਸਾਲਾਂ ਤੋਂ ਕਾਨੂੰਨ ਜਿਹੜਾ ਉਹ ਕਾਨੂੰਨ 50 ਸਾਲਾਂ ਤੋਂ ਚੱਲਦਾ ਪਿਆ। 50 ਸਾਲਾਂ ਤੋਂ ਆਦੀਆ ਰਗਾਸੀਆ ਚੱਲਦਾ ਪਿਆ। ਉਹਦੇ ਆਧਾਰ ਹੀ ਸਾਰੇ ਆਦੀਆ ਰਗਾਸੀ ਨਿਕਲਦੇ ਪਏ ਆ। ਉਹਦਾ ਇਹ ਸੀਨ ਹੈ ਕਿ ਜੇ ਪੁਲਿਸ ਛੱਡ ਦੇ ਤੇ ਠੀਕ ਹੈ, ਨਾ ਛੱਡੇ ਤੇ ਲੇਕਿਨ ਉਹਦੇ ਤੇ ਗ੍ਰਿਫਤਾਰ ਵੀ ਕਰ ਲੈ। ਹਾਂ, ਉਹਦੇ ਤੇ ਕੋਈ ਲੀਗਲ ਅਸੀਂ ਕੋਈ ਉਹਦਾ ਕੋਈ ਸਹੂਲਤ ਨਹੀਂ ਲੈ ਸਕਦੇ, ਉਹਦੇ ਉੱਪਰ ਉਹਦੀ ਕੋਈ ਸਪੋਰਟ ਨਹੀਂ ਲੈ ਸਕਦੇ। ਤੁਸੀਂ ਐਟ ਏ ਟਾਈਮ ਦਿਖਾ ਲਿਆ, ਤੁਹਾਨੂੰ ਛੱਡ ਦਿੱਤਾ ਪੁਲਿਸ ਨੇ ਤਾਂ ਸਹੀ ਆ, ਨਹੀਂ ਛੱਡ ਦਿੱਤਾ ਤੇ ਗੱਲ ਖਤਮ। ਅੱਛਾ ਭਾਈ ਕੁਮਾਰ, ਮੈਂ ਵੀ ਪਿਛਲੇ ਦਿਨ ਇੱਕ ਵੀਡੀਓ ਅਪਲੋਡ ਕੀਤੀ ਕਿਉਂਕਿ ਮੈਂ ਵਕੀਲ ਦੇ ਨਾਲ ਖੁਦ ਵੀ ਗਿਆ ਇੱਥੇ ਲਾਦਾ ਪਹੁੰਚ ਦੇ ਅੰਦਰ, ਤੇ ਉਹਨੇ ਮੇਰੇ ਨਾਲ ਇਹ ਬਾਤ ਕੀਤੀ ਕਿ ਇੱਥੋਂ ਵੀ ਕਲੀਅਰੈਂਸ ਦਾ ਲੈਟਰ ਕਢਵਾਉਣਾ ਚਾਹੀਦਾ ਕਿਉਂਕਿ ਪੂਰੇ ਸ਼ੈਂਜਨ ਦਾ ਹੁੰਦਾ ਹੈ। ਇਸ ਤਰ੍ਹਾਂ ਹੀ ਗੱਲ ਹੈ। ਔਰ ਜਿਹੜਾ ਪਨਿਕੋਮੀਟਰੋ ਪੂਰੇ ਯੂਨਾਨ ਦਾ ਹੁੰਦਾ ਹੈ। ਇਹਦੇ ਬਾਰੇ ਤੁਸੀਂ ਵੀ ਥੋੜ੍ਹਾ ਜਿਹਾ ਨਾ ਦੱਸ ਦਿਓ। ਹਾਂਜੀ ਫੀਰ ਜੀ, ਜਿੱਦਾਂ ਕਿ ਕਈ ਵਾਰੀ ਬੰਦੇ ਸਾਡੇ ਇੱਥੇ ਆਉਂਦੇ ਆ, ਉਹਨਾਂ ਨੂੰ ਸ਼ੈਨਗਨ 'ਚ ਕ੍ਰਾਸ ਕਰ ਦਿੰਦੇ ਆ। ਸ਼ੈਨਗਨ ਦੇ ਵਿੱਚ ਕਈ ਵਾਰੀ ਪਾਉਂਦੇ ਆ ਕਿ ਪੂਰੇ ਯੂਰਪ ਤੋਂ ਬਲੈਕ ਲਿਸਟ ਕਰ ਛੱਡਦੇ ਆ। ਜਿਹੜੀ ਪੁਲਿਸ ਦਾ ਕਲੀਅਰੈਂਸ ਅਸੀਂ ਇੱਥੇ ਲੈਂਦੇ ਆ, ਜਿਹਨੂੰ ਅਸੀਂ ਪਿਨਕੋਮੀਟਰੋ ਕਹਿੰਦੇ, ਉਹ ਕੈਬ ਤੋਂ ਨਿਕਲ ਜਾਂਦਾ। ਹੁਣ ਜਾਂ ਇੱਥੇ ਗਰੀਕੀਆਂ ਦਾ ਤਾਂ ਅਸੀਂ ਇੱਥੇ ਲੋਗਸਤੀ ਵੀ ਕੱਢ ਦਿੰਦੇ ਆ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਸਹੀ ਆ ਨਾ। ਅਤੇ ਉਹ ਜਿਹੜਾ ਆਲੋਦਾਪਨ ਤੋਂ ਲੈਂਦੇ ਆ, ਅਲਾਦਾਫੋਨ ਤੋਂ ਲੈਂਦੇ ਆ, ਜਿਹੜਾ ਉਹ ਪੂਰੇ ਯੂਰਪੀਅਨ ਨੂੰ ਦੇਖਦੇ ਆ। ਉੱਥੇ ਜਾ ਕੇ ਅਸੀਂ ਯੂਰਪ ਦੀ ਅਪੀਲ ਕਰੀਦੀ ਆ। ਜਿਹੜਾ ਉੱਥੇ ਫਾਰਮ ਭਰਦੇ ਆ ਉਹਦੇ ਵਿੱਚ ਅਸੀਂ ਯੂਰਪ ਦਾ ਮੰਗੀਦਾ, ਉਹਨੂੰ 10 ਦਿਨ ਲੱਗ ਜਾਂਦੇ ਆ। ਉਹ ਫਿਰ ਪੂਰੇ ਯੂਰਪ ਤੋਂ ਦੇਖੀਦਾ ਕਿ ਇਹ ਕਿਸੇ ਸ਼ੈਨਗਨ ਦੇ ਵਿੱਚ ਤਾਂ ਨਹੀਂ ਬਲੈਕ ਲਿਸਟ ਹੈਗਾ ਜਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਕਦਾ। ਉਹੀ ਜਾਣੀ ਕਿ ਬਲੈਕ ਲਿਸਟ ਦਾ ਮਤਲਬ ਜਾਣੀ ਕਿ ਇਹਦਾ ਕੋਈ ਰਿਕਾਰਡ ਤਾਂ ਨਹੀਂ ਹੈਗਾ ਕਿਸੇ ਪਾਸੇ। ਉਹ ਸ਼ੈਨਗਨ ਦੇ ਵਿੱਚ ਜਾਣੀ ਕਿ ਪੂਰੇ ਯੂਰਪੀਅਨ ਕੰਟਰੀਆਂ ਨੂੰ ਚੈੱਕ ਕਰਦਾ। ਹਾਂ, ਉਹ ਤਾਂ ਆ ਜਿੱਦਾਂ ਕਿ ਹੁਣ ਸਾਡੀ ਪਾਕਿਸਤਾਨ ਜਿਹੜੀ ਕੰਟਰੀ ਆ, ਉਹ ਬਹੁਤੇ ਬੰਦਿਆਂ ਤੋਂ ਅੜ ਕੇ ਪੁੱਛਦੀ ਪਈ ਆ ਏਅਰਪੋਰਟ 'ਤੇ। ਕਈ ਵਾਰੀ ਰੋਕ ਲੈਂਦੀ ਆ, ਉਹ ਕਹਿੰਦੀ ਮੈਨੂੰ ਸ਼ੈਨਗਨ ਦਾ ਦੱਸ, ਯੂਨਾਨ ਦਾ ਤਾਂ ਤੂੰ ਲੈ ਆਇਆ ਪਿਨਕੋਮੀਟਰੋ, ਓਕੇ ਸਹੀ ਆ, ਲੇਕਿਨ ਬਹੁਤੇ ਬੰਦਿਆਂ 'ਤੇ ਉਹਨਾਂ ਨੂੰ ਕੋਈ ਡਾਊਟ ਪੈ ਜਾਂਦਾ ਜਾਂ ਕੋਈ ਗੱਲ ਹੋ ਜਾਂਦੀ, ਉਹ ਕਹਿੰਦੀ ਹਾਂਜੀ ਤੂੰ ਮੈਨੂੰ ਯੂਰਪ ਦਾ ਦੱਸ ਕਿ ਯੂਰਪ 'ਚ ਤਾਂ ਨਹੀਂ ਕਿਤੇ ਬਲੈਕ ਲਿਸਟ। ਉਹ ਫਿਰ ਸਾਨੂੰ ਉਹ ਪੇਪਰ ਕਢਾ ਕੇ ਘੱਲਣਾ ਪੈਂਦਾ ਤੇ ਫਿਰ ਬੰਦਾ ਫਲਾਈਟ ਹੁੰਦੀ ਆ। ਹਾਂਜੀ, ਯਾਨੀ ਕਿ ਪੇਪਰ ਮਿਲਣ ਤੋਂ ਬਾਅਦ ਮੈਂ ਵੀ ਆਹੀ ਵੀਡੀਓ ਅਪਲੋਡ ਕੀਤੀ ਤਾਂ ਬੜਾ ਸਾਰਿਆਂ ਵੀਰਾਂ ਨੇ ਕਿਹਾ ਕਿ ਕਿੱਥੇ ਵੇ,
ਤੇ ਇਸ ਵਜ੍ਹਾ ਤੁਹਾਡੇ ਨਾਲ ਸਵਾਲ ਕੀਤਾ ਕਿ ਜਿਹੜਾ ਲਾਦਾ ਪਹੁੰਚ ਦੇ ਅੰਦਰੋਂ ਨਿਕਲਦਾ ਕਲੀਅਰੈਂਸ ਦਾ ਲੈਟਰ ਉਹ ਪੂਰੇ ਸ਼ੈਂਜਨ ਦਾ ਉਹ ਪੂਰੇ ਸ਼ੈਂਗਨ ਦਾ, ਔਰ ਜਿਹੜਾ ਪਨੀਕੋ ਮਿੱਤਰੋ ਹੀ ਕਢਾਉਣੇ ਆ ਯਾਨੀ ਕੈਪਚੇ ਏਟੀਸੀ ਕਰਕੇ ਉਹ ਸਿਰਫ ਯੂਨਾਨ ਤੱਕ ਉਹ ਜਨਾਨ ਦੀ ਪੁਲਿਸ ਦਾ ਹੀ ਆ, ਉਹ ਸਿਰਫ ਜਨਾਨ ਦੀ ਪੁਲਿਸ ਦਾ ਆ। ਇੱਕ ਹੋਰ ਆ, ਉਹ ਅਲਦਾਪਨ ਤੋਂ ਇਹ ਅਦਾਲਤਾਂ ਵਿੱਚੋਂ ਨਿਕਲਦੀ ਆ, ਕਲੀਅਰੈਂਸ ਅਦਾਲਤਾਂ ਦੀ, ਕਿ ਤੁਹਾਡੇ ਸਿਰ ਕੋਈ ਕੇਸ ਤਾਂ ਨਹੀਂ ਪਿਆ। ਕਿਉਂਕਿ ਜਦੋਂ ਤੁਸੀਂ ਪਿੰਕੋ ਮਿੱਤਰੋ ਕਢਵਾ ਲੈਂਦੇ ਆ, ਪਿੰਕੋ ਮਿੱਤਰੋ ਦੇ ਵਿੱਚ ਤੁਹਾਡੀ ਮਿਦਨ ਆ ਜਾਂਦੀ, ਐਮ ਲਿਖੀ ਆ ਜਾਂਦੀ 0। ਕਈ ਵਾਰੀ ਤੁਹਾਡਾ ਕੋਈ ਅਦਾਲਤ ਵਿੱਚ ਕੇਸ ਚੱਲਦਾ ਹੁੰਦਾ, ਉਹ ਪਿੰਕੋ ਮਿੱਤਰੋ ਤੁਹਾਡੇ ਵਿੱਚ ਪਿੰਕੋ ਮਿੱਤਰੋ ਦੇ ਕੇਸ ਉਦੋਂ ਲੈ ਕੇ ਆਉਣਾ ਜਦੋਂ ਅਦਾਲਤ ਨੇ ਤੁਹਾਨੂੰ ਕੋਈ ਕੇਸ ਦੀ ਸਜ਼ਾ ਸੁਣਾਤੀ ਆ ਤੇ 3 ਮਹੀਨੇ ਨੱਕ ਚੁੱਕੇ ਆ, ਫਿਰ ਪਿੰਕੋ ਮਿੱਤਰੋ ਦੇ ਵਿੱਚ ਆਉਂਦਾ ਆ। ਸਹੀ ਹੈ ਨਾ। ਜੇ ਤੁਸੀਂ ਅਦਾਲਤ ਦੇ ਵਿੱਚ ਤੁਹਾਡਾ ਕੇਸ ਲਟਕਦਾ ਪਿਆ ਤਾਂ ਪਿੰਕੋ ਮਿੱਤਰੋ ਤੁਹਾਡਾ 0 ਆਈ ਜਾਣਾ। ਜਿੰਨਾ ਚਿਰ ਅਦਾਲਤ ਨੇ ਤੁਹਾਨੂੰ ਸਜ਼ਾ ਸੁਣਾਉਣੀ ਨਹੀਂ ਤਾਂ ਉਹਨਾਂ ਪਿੰਕੋ ਮਿੱਤਰੋ ਦੇ ਵਿੱਚ ਕੋਈ ਚੀਜ਼ ਨਹੀਂ ਆਉਣੀ। ਇਸ ਕਰਕੇ ਫਿਰ ਬਹੁਤੇ ਦਾਰੇ ਇਹੋ ਜਿਹੇ ਵੀ ਆ, ਕਹਿੰਦੇ ਅਦਾਲਤ ਤੋਂ ਲਿਆ ਕਢਾ ਕੇ। ਯਾਨੀ ਉਹ ਜਦੋਂ ਬੰਦਾ ਟਰੈਵਲ ਕਰਕੇ ਵਾਪਸ ਯੂਨਾਨ ਆਉਂਦਾ ਨਾ, ਬੜੇ ਸਾਰਿਆਂ ਨਾਲ ਹੈਪਨ ਹੋ ਚੁੱਕਾ। ਕੋਈ ਪੇਪਰਾਂ ਦੇ ਪਾਕਿਸਤਾਨ ਗਏ ਨੇ, ਵਾਪਸ ਆਏ ਨੇ ਜਾਂ ਆਪਣੀ ਇੰਡੀਆ ਗਏ ਨੇ, ਵਾਪਸ ਆਏ ਨੇ 에ਅਰਪੋਰਟ ਤੋਂ ਨਾਲ ਡੱਕਿਆ, ਉਹਨੇ ਕਿਹਾ ਤੁਹਾਡੀ ਅਦਾਲਤ ਹੈ। ਇਹ ਜ਼ਿਆਦਾ ਸਾਨੂੰ ਉੱਥੋਂ ਪਾਕਿਸਤਾਨ ਤੋਂ ਹੀ ਕੰਪਲੇਂਟਾਂ ਆਉਂਦੀਆਂ ਪਈਆਂ, ਉੱਥੇ ਹੀ ਮੰਗਦੇ ਪਏ ਜਾਂਦੀਆਂ ਚੀਜ਼ਾਂ। ਇਹ ਉਹੀ ਕਹਿੰਦੇ ਪਏ ਆ, ਉਹੀ ਦੱਸਦੇ ਪਏ ਆ ਕਿ ਹਾਂ ਤੂੰ ਅਦਾਲਤ ਕਲੀਅਰ ਲੈ ਗਿਆ, ਤੂੰ ਮੈਨੂੰ ਸ਼ੈਨਗਨ ਨੂੰ ਕਰੈਸ਼ ਤਾਂ ਨਹੀਂ ਕਿਤੇ ਹੋਇਆ, ਸ਼ੈਨਗਨ ਦੀ ਤੂੰ ਲੈ ਕੇ ਆ ਕਲੀਅਰੈਂਸ। ਉਹ ਵੀ ਜੇ ਸ਼ੈਨਗਨ ਦੀ ਕਲੀਅਰੈਂਸ ਲੈਣੀ ਆ, ਉਹ ਜਾਣੀ ਕਿ ਆਪਾਂ ਸੀਵਨ ਅੰਦਾਜ਼ਾ ਲਾ ਸਕਦੇ। ਪੁਰਤਗਾਲ ਤੋਂ ਕਈ ਵਾਰੀ ਪੁਰਤਗਾਲ ਵਾਲਿਆਂ ਦੇ ਬਹੁਤਿਆਂ ਦੇ ਪੰਗੇ ਪਏ ਆ। ਸਾਡੇ ਇੱਥੇ ਗ੍ਰੀਸ ਦੇ ਵਿੱਚ, ਯੂਨਾਨ ਦੇ ਵਿੱਚ ਤਾਂ ਨਹੀਂ ਪੰਗਾ ਪਿਆ, ਲੇਕਿਨ ਪੁਰਤਗਾਲ ਵਿੱਚ ਪੁੱਛੋ, ਉੱਥੇ ਮਾੜੀ ਜਿਹੀ ਗੱਲ ਉਹ ਪਿੰਕੋ ਮਿੱਤਰੋ ਪੂਰੇ ਯੂਰਪ ਦੀ ਚੈੱਕ ਕਰਦੇ ਆ। ਜਦੋਂ ਤੁਹਾਨੂੰ ਕਾਰਡ ਦਿੰਦੇ ਆ ਨਾ ਪੁਰਤਗਾਲ, ਉਹ ਪੂਰੇ ਯੂਰਪ ਦੀ ਤੁਹਾਡੀ ਚੈੱਕ ਕਰਦੇ ਵੀ ਉੱਥੇ ਤੁਹਾਡਾ, ਤੁਸੀਂ ਉੱਥੇ ਤਾਂ ਨਹੀਂ ਕਿਤੇ ਬਲੈਕ ਲਿਸਟ ਹੈਗੇ ਕਿਸੇ ਕੰਟਰੀ ਵਿੱਚ। ਉਹ ਫਿਰ ਜਿਹੜੀ ਵੀ ਕੰਟਰੀ ਵਿੱਚ ਤੁਸੀਂ ਬਲੈਕ ਲਿਸਟ ਹੈਗੇ ਆ, ਚਾਹੇ ਉੱਦਾਂ ਹੀ ਤੁਹਾਡੇ ਸਿਰ ਕੋਈ ਮਾੜਾ ਜਿਹਾ ਕੇਸ, ਸਾਲਿਮ ਦਾ ਵੀ ਕੇਸ ਤੁਸੀਂ ਉੱਥੇ ਸਾਲਿਮ ਵੀ ਤੁਹਾਡਾ ਅੜਿਆ ਹੋਇਆ ਆ, ਤੇ ਉਹ ਕਹਿੰਦੇ ਨਹੀਂ ਤੁਸੀਂ ਉੱਥੋਂ ਸਾਲਿਮ ਕਟਾਓ ਤਾਂ ਫਿਰ ਸਾਡੇ ਕੋਲ ਆਓ। ਜਿੱਦਾਂ ਹੁਣ 3 ਸਾਲ ਦੇ ਬੰਦਿਆਂ ਦੇ ਪੇਪਰਾਂ ਦੇ ਅਸੀਂ ਅਪਲਾਈ ਕੀਤੇ ਸੀ, ਉਹਨਾਂ ਨੇ ਕਿਹਾ ਸਾਨੂੰ ਪਾਰਾਤਾਸੀ ਪੋਲੀਟਿਕੋ ਆਸਿਲੋ, ਪਾਰਾਤਾਸੀ ਆਪ ਪੋਲੀਟਿਕੋ ਆਸਿਲੋ। ਉਹ ਜਿਹੜਾ ਪੇਪਰ ਅਸੀਂ ਕਢਾਉਂਦੇ ਸੀਗੇ ਪ੍ਰੈਕਟਿਕੀ ਪਾਰਾਤਾਸੀ ਆਪ ਤੋਂ ਪੋਲੀਟਿਕੋ ਆਸਿਲੋ, ਇੱਥੇ ਉਹ ਜਨਾਨ ਵਾਲਿਆਂ ਨੇ ਤਾਂ ਕਰ ਲਿਆ। ਜੇ ਅਸੀਂ ਪੁਰਤਗਾਲ ਵਿੱਚ ਸਾਲਿਮ ਅਪਲਾਈ ਕੀਤਾ, ਇਹਨਾਂ ਨੂੰ ਕੋਈ ਮਤਲਬ ਨਹੀਂ। ਇਟਾਲੀਆ ਵਿੱਚ ਕੀਤਾ, ਇਹਨਾਂ ਨੂੰ ਕੋਈ ਮਤਲਬ ਨਹੀਂ। ਜਿਹੜੀ ਯੂਰਪੀਅਨ ਕੰਟਰੀ ਜਿਹੜੀ ਕੀਤਾ, ਇਹਨਾਂ ਨੂੰ ਕੋਈ ਮਤਲਬ ਨਹੀਂ। ਲੇਕਿਨ ਪੁਰਤਗਾਲ ਵਾਲਿਆਂ ਨੇ ਜਿਹੜੀ ਵੀ ਮਰਜ਼ੀ ਕੰਟਰੀ ਵਿੱਚ ਤੁਸੀਂ ਸਾਲਿਮ ਲਗਾਇਆ, ਉਹਨਾਂ ਨੂੰ ਮਸਲਾ ਸੀ। ਵੈਰੀ ਗੁੱਡ। ਬੜਿਆ ਸਾਰਿਆਂ ਦੇ ਫਿੰਗਰ ਵੀ ਸ਼ੋ ਹੋ ਗਿਆ ਨੇ ਯੂਨਾਨ ਦਾ। ਉਹ ਇਸੇ ਵਜ੍ਹਾ ਨਾਲ ਹੋਏ ਆ, ਕਿਉਂਕਿ ਉਹਨਾਂ ਨੇ ਸਾਲਿਮ ਦੇ ਕੇਸ ਵਿੱਚ ਫਿੰਗਰ ਦਿੱਤੇ ਹੋਏ ਆ। ਉਹ ਕਹਿੰਦੇ ਉੱਥੋਂ ਉਹਨੂੰ ਸਾਲਿਮ ਨੂੰ ਕਟਾਓ, ਉਹਦਾ ਕੋਈ ਏਡਾ ਵੱਡਾ ਕੰਮ ਨਹੀਂ ਹੈਗਾ। ਉਹ ਸਾਡੇ ਭੈਣ ਭਰਾ ਮੈਂ ਦੱਸਣਾ ਚਾਹੁੰਦਾ, ਲੇਕਿਨ ਮੇਰੇ ਨੁਕਸਾਨ ਦੀ ਗੱਲ ਆ, ਲੇਕਿਨ ਮੈਂ ਤੁਹਾਨੂੰ ਦੱਸ ਦਿੰਦਾ, ਜੇ ਤੁਹਾਡੇ ਕੋਲ ਉਹੀ ਈਮੇਲ ਚੱਲਦਾ ਆ, ਉਹੀ ਈਮੇਲ ਤੁਹਾਡਾ ਚੱਲਦਾ ਆ, ਤੁਸੀਂ ਉੱਥੇ ਜੇ ਤੁਹਾਡੇ ਜਨਾਨ ਦੇ ਪੇਪਰ ਸਹੀ ਹੈ, ਪੂਰੇ ਯੂਰਪ ਦੀ ਨਹੀਂ ਗੱਲ, ਤੁਹਾਡੀ ਜਨਾਨ ਦਾ ਤੁਹਾਡੇ ਸਾਲਿਮ ਦਾ ਪੰਗਾ ਪੈ ਗਿਆ, ਤੁਸੀਂ ਯੂਰਪੀਅਨ ਕਿਸੇ ਕੰਟਰੀ ਵਿੱਚ ਵੀ ਬੈਠੇ ਆ, ਤੁਹਾਡਾ ਉਹੀ ਈਮੇਲ ਚੱਲਦਾ ਪਿਆ, ਤੁਸੀਂ ਅਲੋਦਾਪਨ ਨੂੰ ਈਮੇਲ ਕਰੋ, ਇਮੀਗ੍ਰੇਸ਼ਨ ਨੂੰ ਈਮੇਲ ਕਰੋ, ਇਮੀਗ੍ਰੇਸ਼ਨ ਦਾ ਈਮੇਲ ਟੋਲ ਕੇ ਉਹਨਾਂ ਨੂੰ ਈਮੇਲ ਕਰੋ ਕਿ ਮੈਨੂੰ ਪ੍ਰੈਕਟਿਕੀ ਪਾਰਾਤਾਸੀ ਚਾਹੀਦੀ ਆ। ਸਹੀ ਹੈ ਨਾ। ਚਾਹੇ ਉਹਨੂੰ ਇੰਗਲਿਸ਼ ਵਿੱਚ ਟਰਾਂਸਲੇਸ਼ਨ ਕਰਕੇ ਦੱਸ ਦਿਓ ਕਿ ਮੇਰਾ ਜਿਹੜਾ ਆਸਿਲੋ ਨੂੰ ਕੱਟ ਦਿਓ ਅਤੇ ਉਹਦਾ ਮੈਨੂੰ ਪੇਪਰ ਚਾਹੀਦਾ ਆ। 2 ਗੱਲਾਂ ਇਹ ਲਿਖ ਕੇ ਉਹਨਾਂ ਨੂੰ ਘੱਲ ਦਿਓ, ਆਪਣਾ ਨਾਲ ਫੋਨ ਨੰਬਰ ਲਿਖ ਦਿਓ, ਤਾਂ ਤੁਹਾਨੂੰ ਉਹ 10 ਮਿੰਟ ਜਾਂ ਜ਼ਿਆਦਾ ਤੋਂ ਜ਼ਿਆਦਾ 1 ਘੰਟੇ ਦੇ ਵਿੱਚ, ਜਦੋਂ ਜ਼ਿਆਦਾ ਨਹੀਂ 8 ਘੰਟੇ ਦੇ ਵਿੱਚ ਤੁਹਾਡੇ ਮੇਲ ਦੇ ਵਿੱਚ ਉਹ ਦੁਬਾਰਾ ਪੇਪਰ ਮੇਲ ਉਹ ਕਲੀਅਰ ਹੋ ਕੇ ਤੁਹਾਡੇ ਚੱਲ ਜਾਂਦਾ। ਯਾਨੀ ਤੁਸੀਂ ਉਸ ਮੇਲ ਦੀ ਗੱਲ ਕਰ ਰਹੇ ਹੋ ਜਿਹੜੀ ਮੇਲ ਅਸਾਂ ਕੀਤੀ ਜਦੋਂ ਪੇਪਰ ਹਾਂ ਲੀਗਲ ਲੈਣ ਵਾਸਤੇ ਅਪਲਾਈ ਕੀਤੀ, ਜਿਹੜੀ ਏਟੀਸੀ ਕਰਨੇ ਆਈ 3 ਸਾਲ ਲਈ। ਜਦ ਜਿਹੜਾ ਤੁਸੀਂ 3 ਸਾਲ ਦੇ ਇਮੀਗ੍ਰੇਸ਼ਨ ਕੀਤੀ ਹੈ, 3 ਸਾਲ ਦਾ ਜਿੱਦਾਂ ਤੁਹਾਡਾ ਸਾਰਾ ਕੰਪਲੀਟ ਹੋ ਗਿਆ, ਐਂਡ ਤੇ ਪੈਰੀਫੇਰੀ ਨੇ ਜਿੱਦਾਂ ਤੁਹਾਡੇ ਕੋਲ ਮਾਲਕ ਦਾ ਲੈਟਰ ਮੰਗਿਆ ਵੀ ਮੈਨੂੰ ਮਾਲਕ ਦਾ ਲੈਟਰ ਚਾਹੀਦਾ ਏਕੇ ਵਾਲਾ, ਤੇ ਨਾਲ ਮੈਨੂੰ ਪ੍ਰੈਕਟਿਕੀ ਪਾਰਾਤਾਸੀ ਆਪ ਤੋਂ ਪੋਲੀਟਿਕੋ ਆਸਿਲੋ, ਉਹਦੇ ਵਿੱਚ ਇਹਦੋਂ ਪੀਸੀ ਉਹਦੇ ਵਿੱਚ ਲਿਖਿਆ ਹੁੰਦਾ, ਉਹ ਵਾਲੇ ਲੈਟਰ ਦੀ ਮੈਂ ਗੱਲ ਕਰਦਾ ਪਿਆ। ਨਹੀਂ ਈਮੇਲ ਜਿਹੜੀ ਹੁੰਦੀ ਹੈ ਜਦੋਂ ਯਾਨੀ ਕਿ ਤੁਸੀਂ 7 ਸਾਲ ਜਾਂ 3 ਸਾਲ ਇਮੀਗ੍ਰੇਸ਼ਨ ਦਾ ਪੇਪਰ ਅਪਲਾਈ ਕੀਤੇ ਤਾਂ ਤੁਸੀਂ ਆਪਣੀ ਈਮੇਲ ਲਾਉਂਦੇ ਹੋ। ਹਾਂਜੀ ਹਾਂਜੀ, ਉਹ ਅਸੀਂ ਈਮੇਲ ਦੀ ਗੱਲ ਕਰ ਰਹੇ ਹੋ ਨਾ, ਬੰਦੇ ਦੀ ਆਪਣੀ ਈਮੇਲ ਜਿਹੜੀ ਹੈ। ਹਾਂਜੀ, ਆਪਣੀ ਈਮੇਲ ਜਿਹੜੀ ਉਹ ਵਾਲੀ ਜਿਹੜੀ ਉਹਨੇ ਆਸਿਲੋ ਦੇ ਟਾਈਮ ਤੇ ਇਸਤੇਮਾਲ ਕੀਤੀ ਹੁੰਦੀ ਆ। ਸਹੀ ਹੈ। ਈਮੇਲ ਉਹ ਨਹੀਂ ਜਿਹੜੀ ਪੇਪਰਾਂ ਦੇ ਟਾਈਮ ਤੇ ਉਹਨੇ ਇਸਤੇਮਾਲ ਕੀਤੀ ਹੈ, ਜਿਹੜੀ ਉਹਨੇ ਆਸਿਲੋ ਦੇ ਟਾਈਮ ਤੇ ਇਸਤੇਮਾਲ ਕੀਤੀ ਹੋਈ ਆ। ਜਾਣੀ ਕਿ ਜਿਹੜੇ ਪੁਰਾਣੇ ਕੇਸ ਹੈ ਉਹ ਤਾਂ ਖਤਮ ਹੀ ਹੋ ਗਿਆ, ਜਿਹੜੇ 7 ਸਾਲ ਪੁਰਾਣਾ ਕੇਸ ਹੈ ਉਹਦੀ ਤਾਂ ਕੋਈ ਵੈਲਿਊ ਨਹੀਂ ਹੈਗੀ। ਪੁਰਤਗਾਲ ਵਾਲੇ ਵੀ ਨਹੀਂ ਪੁੱਛ ਸਕਦੇ, ਉਹ ਜੇ ਕੋਈ ਪੁੱਛਦਾ ਉਹਨਾਂ ਕੋਲ ਉਹਨਾਂ ਪਰ ਕੇਸ ਲਾ ਸਕਦੇ ਕਿ ਯੂਨਾਨ ਦਾ ਜਿਹੜਾ ਵੀ 7 ਸਾਲ ਪੁਰਾਣਾ ਕੇਸ ਹੈ ਉਹ ਖਤਮ ਹੋ ਜਾਂਦਾ ਕੰਪਿਊਟਰ ਦੇ ਵਿੱਚੋਂ, ਆਰਖੀਓ ਦੇ ਵਿੱਚੋਂ ਵੀ ਖਤਮ ਹੋ ਜਾਂਦਾ। ਯਾਨੀ ਕਿ ਗੈਰ ਕਾਨੂੰਨੀ ਆ, ਮੈਂ ਉਹਨਾਂ ਕੋਲ ਜਾ ਕੇ ਪੇਪਰ ਮੰਗਾ ਉਹਦੇ ਬਾਰੇ ਮੇਰੇ ਲਈ। ਯਾਨੀ ਕਿ ਯੂਨਾਨ ਦੇ ਅੰਦਰ 7 ਸਾਲ ਦੇ ਜਿਹੜਾ ਗੁਜ਼ਰ ਜਾਂਦੇ ਨੇ, 7 ਸਾਲ ਤੋਂ ਪਿੱਛੋਂ ਯੂਨਾਨ ਦੇ ਕਲੀਅਰ ਫਿੰਗਰ ਹਰ ਚੀਜ਼ ਕਲੀਅਰ ਹੋ ਜਾਂਦੀ। ਮੇਰੇ ਲਈ ਗੈਰ ਕਾਨੂੰਨੀ ਆ ਕਿ ਮੈਂ ਉਹਨਾਂ ਨੂੰ ਜਾ ਕੇ ਕਹਾਂ ਕਿ ਮੈਨੂੰ 7 ਸਾਲ ਦਾ ਰਿਕਾਰਡ ਕਟੋਲ ਕੇ ਦਿਓ, ਮੈਂ ਉਹਨਾਂ ਕੋਲ ਪੁੱਛ ਨਹੀਂ ਸਕਦਾ। ਸਹੀ ਹੈ ਨਾ। ਇਹ ਨਹੀਂ ਕਿ ਜਾਣੀ ਕਿ ਹਾਂ ਉਹ ਮੇਰੇ ਤੇ ਵੀ ਕਾਨੂੰਨ ਲਾਗੂ ਹੁੰਦਾ, ਮੈਂ ਉਹਨਾਂ ਕੋਲ ਮੰਗਦਾ ਪਿਆ ਜਾ ਕੇ। ਉਹ ਅਗਲਾ ਕਹੂਗਾ ਜੇ ਤਾਂ ਕੋਈ ਚੰਗਾ ਬੰਦਾ ਹੋਇਆ ਕੱਢ ਕੇ ਦੇ ਦੂਗਾ, ਜੇ ਅਗਲਾ ਕੋਈ ਕਾਨੂੰਨ ਨੂੰ ਪੂਰਾ ਮੀਟਰ ਨਾਲ ਮਿਲਣੇ ਵਾਲਾ ਹੋਇਆ ਮੈਨੂੰ ਉੱਠ ਕੇ ਕਹੋ ਨਹੀਂ ਉਹ ਕਿਹੜਾ ਕਾਨੂੰਨ ਕਿੱਥੇ ਪੜ੍ਹਿਆ। 7 ਸਾਲ ਦਾ ਕਾਨੂੰਨ, 7 ਸਾਲ ਬਾਅਦ ਪੈਰਾਗ੍ਰਾਫ ਹੀ ਹੋ ਗਈ ਹਰ ਚੀਜ਼ ਦੀ। ਇਸ ਕਰਕੇ ਜਿਹੜੀਆਂ ਅਦਾਲਤਾਂ ਵੀ ਆ ਇੱਥੇ ਯੂਨਾਨ ਦੇ ਵਿੱਚ, ਜਿਹੜੀਆਂ ਪਲੇਮੈਲੀ ਮਤਾ ਅਦਾਲਤਾਂ, ਜਿਹੜੀਆਂ ਛੋਟੀਆਂ ਅਦਾਲਤਾਂ ਜਿਹੜੀਆਂ ਪਲੇਮੈਲੀਮਾ ਆ, ਜਾਣੀ ਕਿ ਪਲੇਮੈਲੀ ਮਤਾ ਸਾਡੇ ਕਿਸੇ ਪੇਪਰ ਦੇ ਚੱਕਰ ਵਿੱਚ ਕੋਈ ਚੱਕਰ ਪੈ ਗਿਆ ਤੁਹਾਡਾ, ਛੋਟੀਆਂ ਮੋਟੀਆਂ ਅਦਾਲਤਾਂ, ਉਹ ਜਾਣੀ ਕਿ 7 ਸਾਲ ਬਾਅਦ ਉਹਨਾਂ ਦਾ ਰਿਕਾਰਡ ਖਤਮ ਹੋ ਜਾਂਦਾ, ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ, ਜੱਜਾਂ ਦੇ ਹੱਥ ਖੜ ਜਾਂਦੇ ਆ।
ਹਾਂ ਯਾਨੀ ਕਿ ਜਦੋਂ ਵੀ ਲੀਗਲ ਪੇਪਰ ਇਥੋਂ ਯੂਨਾਨ ਦੇ ਲੈ ਲਏ ਜਿਨ੍ਹਾਂ ਨੂੰ ਵੀ ਮਿਲੇ ਨੇ ਲੀਗਲ ਪੇਪਰ ਯੂਨਾਨ ਦੇ 3 ਸਾਲਾਂ 7 ਸਾਲਾਂ ਇਮੀਗ੍ਰੇਸ਼ਨ ਦਾ ਹੱਤਾ ਕਿ ਪੁਰਾਣਿਆਂ ਬੰਦਿਆਂ ਨੂੰ ਵੀ ਇਹ ਚਾਹੀਦਾ ਨਹੀਂ ਤਕਰੀਬਨ ਉਹ 6 ਮਹੀਨੇ ਬਾਅਦ ਜਾਂ ਸਾਲ ਬਾਅਦ ਆਪਣਾ ਕਲੀਅਰੈਂਸ ਦਾ ਲੈਟਰ ਵੀ ਕਢਵਾਉਣ ਕਰਨ ਪਨੀਕੋ ਮਿੱਤਰੋ ਵੀ ਕਢਾ ਕੇ ਚੈੱਕ ਕਰਦੇ ਰਹਿਣ ਕਰਨ ਤਾਂ ਕਿ ਮਿਸ ਅੰਡਰਸਟੈਂਡ ਵੀ ਸਮਟਾਈਮ ਪੇਪਰ ਤੁਹਾਡੇ ਮਿਸ ਯੂਜ਼ ਹੋ ਜਾਂਦੇ ਨੇ। ਹਾਂਜੀ ਹਾਂਜੀ ਦੇਖੋ ਜੀ ਤੁਸੀਂ ਡਰਾਈਵਰੀ ਕਰਦੇ ਆ ਕੋਈ ਕਾਨੂੰਨ ਦੀ ਲੰਘਣਾ ਕਰ ਸਕਦੇ ਆ ਮਾੜੇ ਮੋਟੇ ਦੇ ਵੀ ਇਹ ਨਾ ਹੋਵੇ ਤੁਸੀਂ ਕਿਤੇ ਆਓ ਤਾਂ ਤੁਹਾਡਾ ਪਿੰਕੋ ਮਿੱਤਰੋ ਦੇ ਵਿੱਚ ਕੋਈ ਸਜ਼ਾ ਆਈ ਹੋਵੇ ਤੁਹਾਨੂੰ ਕਿਤੇ ਸਾਲ 'ਚ ਜਾਂ 2 ਸਾਲੀ ਜਾਂ ਕਿਤੇ 6 ਮਹੀਨੇ ਜਦੋਂ ਵੀ ਤੁਹਾਡਾ ਕਿਤੇ ਟਾਈਮ ਲੱਗਦਾ ਸਪੈਸ਼ਲ ਛੁੱਟੀ ਕਰਕੇ ਨਹੀਂ ਦੌੜਨਾ ਜਦੋਂ ਵੀ ਕਿਤੇ ਤੁਹਾਡਾ ਟਾਈਮ ਲੱਗਦਾ ਆ ਤੁਸੀਂ ਇੱਕ ਐਪਲੀਕੇਸ਼ਨ ਹੀ ਉੱਥੇ ਕੈਪ ਦੇ ਦਫ਼ਤਰ ਜਾ ਕੇ ਦੇਣੀ ਆ ਤੁਹਾਨੂੰ ਉਹਨਾਂ ਨੇ ਉਸੇ ਵੇਲੇ 3 ਦਿਨ ਬਾਅਦ ਤੁਸੀਂ ਜਾ ਕੇ ਉਹਨਾਂ ਕੋਲ ਤੁਹਾਡੇ ਫੋਨ 'ਤੇ ਮੈਸੇਜ ਆ ਜਾਂਦਾ ਲਓ ਜੀ ਆ ਤੁਹਾਡਾ ਪਿੰਕੋ ਮਿੱਤਰੋ ਆ ਗਿਆ ਉਹਦੇ ਉੱਪਰ ਐਮ ਲਿਖਿਆ ਤੇ ਕਹਾਣੀ ਖਤਮ। ਔਰ ਨਵੇਂ ਬੰਦਿਆਂ ਨੂੰ ਚਾਹੀਦਾ ਪੇਪਰ ਮਿਲਣ ਤੋਂ ਬਾਅਦ ਇਹ ਤਿੰਨੇ ਪੇਪਰ ਕਢਵਾਉਣਾ ਅਦਾਲਤ ਵੀ ਕਢਵਾਉਣ ਪਨੀਕੋ ਮਿੱਤਰੋ ਵੀ ਕਢਵਾਉਣ ਔਰ ਲਾਦਾ ਪਾਉਣ ਦੇ ਅੰਦਰੋਂ ਕਲੀਅਰੈਂਸ ਦਾ ਲੈਟਰ ਵੀ ਕਢਵਾਉਣ। ਹਾਂ ਯੂਰਪੀਅਨ ਕ੍ਰੈਸ ਵਾਲਾ ਜਿਹੜਾ ਲੈਟਰ ਆ ਉਹਨੂੰ ਵੀ ਕਢਵਾਉਣ ਯਾਨੀ ਕਿ ਖਾਸ ਤੌਰ ਤੇ ਤੁਹਾਡੇ ਪਾਕਿਸਤਾਨੀ ਜਿਹੜੇ ਆ ਉਹ ਕਢਵਾਉਣ ਕਿਉਂਕਿ ਪਾਕਿਸਤਾਨੀਆਂ ਨੂੰ ਬਹੁਤ ਏਅਰਪੋਰਟ ਤੇ ਮਸਲਾ ਬਣਦਾ ਪਿਆ ਇਹਨਾਂ ਦਿਨਾਂ ਵਿੱਚ। ਹਾਂਜੀ ਗੱਲ ਹੈ ਉੱਥੋਂ ਰਾਤੀ ਮੈਨੂੰ ਫੋਨ ਆਉਂਦੇ ਆ ਰਾਤ ਨੂੰ ਫੋਨ ਆਉਂਦਾ ਰਾਤੀ ਫੋਨ ਬੰਦਿਆਂ ਦੇ ਬਹੁਤਿਆਂ ਦੇ ਆਉਂਦੇ ਕਿ ਭਾਈ ਜੀ ਮਾਰੇ ਗਏ ਫੜ ਲਿਆ ਨਹੀਂ ਚੜਨ ਦਿੰਦੇ ਪਏ ਮੇਰੇ ਤੋਂ ਆਹ ਪੇਪਰ ਮੰਗਦੇ ਪਏ ਮੇਰੇ ਤੋਂ ਆਹ ਪੇਪਰ ਮੰਗਦੇ ਉਸ ਟਾਈਮ ਤੋਂ ਫਿਰ ਬੰਦਾ ਕੀ ਕਰ ਸਕਦਾ ਕਿਉਂਕਿ ਆਹੀ 3 ਪੇਪਰ ਨੇ ਲਾਜ਼ਮ। ਹਾਂ ਇਹ ਤਾਂ ਬੰਦਾ ਕੁਛ ਕਰ ਹੀ ਨਹੀਂ ਸਕਦਾ ਜਾਣੀ ਕਿ ਹੋ ਸਕਦਾ ਤੁਸੀਂ ਕਢਾ ਕੇ ਲੈ ਜਾਓ ਬਹੁਤੀ ਵਾਰੀ ਤਿਆਦਣ ਲਈ ਜਾਣੀ ਕਿ ਤੁਹਾਡੇ ਕੋਈ ਪੇਪਰ ਮੌਜੂਦ ਹੋਣੇ ਚਾਹੀਦੇ ਆ ਖਾਸ ਤੌਰ ਤੇ ਪਾਕਿਸਤਾਨੀਆਂ ਕੋਲ ਸਾਡੇ ਇੰਡੀਅਨ ਵਾਲੇ ਨਹੀਂ ਪਾਕਿਸਤਾਨੀਆਂ ਕੋਲ ਯਾਨੀ ਕਿ ਜਿਹਨਾਂ ਫਸਟ ਟਾਈਮ ਜਾਣਾ ਹੈ। ਹਾਂ ਜਾਣੀ ਕਿ ਜੇ ਆਪਾਂ ਸਾਰੇ ਕਾਨੂੰਨ ਮੰਨੀਏ ਕਾਨੂੰਨ ਤਾਂ ਇਹ ਕਹਿੰਦਾ ਕਿ ਜਿੱਦਣ ਤੁਹਾਨੂੰ ਆਦੀਆ ਪਾਨਾਮੁਨੀ ਮਿਲ ਗਿਆ ਉਦੋਂ ਤੁਹਾਡੇ ਉੱਪਰ ਕੋਈ ਕੇਸ ਵੀ ਹੈ ਨਹੀਂ ਲੇਕਿਨ ਬੜਿਆਂ ਸਾਰਿਆਂ ਨਾਲ ਲਾਇਸੈਂਸ ਦਾ ਮਸਲਾ ਬੜੇ ਸਾਰੇ ਡਿੱਕੇ ਆ ਗਿਆ ਕਿਉਂਕਿ ਇਸ ਵਜ੍ਹਾ ਦੇ ਨਾਲ ਜਿਨ੍ਹਾਂ ਦੇ ਕੇਸ ਜਾਣੀ ਕਿ 7 ਸਾਲ ਦੀ ਪਾਰਾਗ੍ਰਾਫੀ ਹੋ ਗਈ ਆ ਜੇ ਆ ਬੂਆ ਫਲਾਣੇ ਧੀਂਗੇ ਲੇਕਿਨ ਕੰਪਿਊਟਰ 'ਚੋਂ ਨਜ਼ਰ ਆਉਂਦੇ ਪਿਆ ਕਾਨੂੰਨ ਦੇ ਹਿਸਾਬ ਨਾਲ ਕੋਈ ਕੁਛ ਨਹੀਂ ਕਰ ਸਕਦਾ ਪਿਆ ਲੇਕਿਨ ਜਿਹੜਾ ਮੌਕੇ ਦਾ ਅਫਸਰ ਬੈਠਾ ਉਹ ਕਹਿੰਦਾ ਭਾਈ ਤੇਰੇ ਸਿਰ ਤਾਂ ਕੇਸ ਆ। ਲੇਕਿਨ ਕਿਆ ਹੈ ਜਿਹੜੇ ਇਹਨਾਂ ਦੇ ਅਦਾਰੇ ਨੇ ਯਾਨੀ ਜਿਸ ਤਰ੍ਹਾਂ ਕਿ ਕਾਰਡ ਇਸ਼ੂ ਕਰ ਦਿੰਦਾ ਪੈਰਾਫੇਰੀਆ ਤੇ ਇਹ ਤੇ ਪੈਰਾਫੇਰੀਆ ਦੀ ਰਿਸਪਾਂਸਿਬਿਲਿਟੀ ਹੈ ਨਾ ਕਿ ਉਹ ਚੈੱਕ ਕਰੇ ਨਾ ਕਿ ਬੰਦੇ ਤੇ ਬਾਅਦ 'ਚ ਇਸ ਤਰ੍ਹਾਂ ਕਰੇ ਐਸਾ ਹਵਾਲੇ ਨਾਲ ਮੌਜੂਦਾ ਹੁਕੂਮਤ ਯੂਨਾਨ ਕੋਈ ਅਸੈਂਬਲੀ 'ਚ ਕੋਈ ਮੈਂ ਤੁਹਾਨੂੰ ਦੱਸਦਾ ਪਿਆ ਉਹੀ ਮੈਂ ਦੱਸ ਰਿਹਾ ਜਾਣੀ ਕਿ ਕੇਸਾਂ ਦੇ ਹਵਾਲੇ ਨਾਲ ਹੀ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਆ ਕਿ ਜਿਹੜੇ ਜਿਸ ਟਾਈਮ ਤੁਹਾਡੇ ਜੇਬ ਦੇ ਵਿੱਚ ਕਾਰਡ ਤੁਸੀਂ ਅੱਜ ਪੈਰੀਫੇਰੀਓ ਤੋਂ ਰਿਸੀਵ ਕਰਦੇ ਆ ਤੁਸੀਂ ਉੱਥੋਂ 6 ਮਹੀਨਿਆਂ ਦਾ ਰਿਕਾਰਡ ਗਿਣ ਲਓ ਕਿ 6 ਮਹੀਨੇ ਪੁਰਾਣਾ ਤੁਹਾਡੇ ਸਿਰ ਕੋਈ ਕੇਸ ਨਹੀਂ ਹੈਗਾ। ਜਿਹੜੀਆਂ ਤੁਸੀਂ ਪਿੰਕੋ ਮਿੱਤਰੋ ਬਾਰੇ ਮੇਰੇ ਕੋਲ ਪੁੱਛਦੇ ਪਏ ਆ ਪਿੰਕੋ ਮਿੱਤਰੋ ਦੇ ਬਾਰੇ ਉਹ ਸਿਰਫ ਸਾਡਾ ਉੱਥੇ 에ਅਰਪੋਰਟ ਹੀ ਪੁੱਛਦਾ ਪਿਆ ਸਾਡੀਆਂ ਕੰਟਰੀਆਂ ਦਾ ਇਹ ਨਹੀਂ ਪੁੱਛਦੇ ਪਏ ਕਿਉਂਕਿ ਇਹਨਾਂ ਨੇ ਆਲਰੇਡੀ ਸਾਡਾ 6 ਮਹੀਨਿਆਂ ਦਾ ਰਿਕਾਰਡ ਚੈੱਕ ਕਰ ਚੁੱਕੇ ਆ ਅਦਾਲਤਾਂ ਵਿੱਚੋਂ ਵੀ ਆਨਲਾਈਨ ਸਿਸਟਮ ਇਹਨਾਂ ਦੇ ਕੋਲ ਪੈਰੀਫੇਰੀਆ ਦੇ ਕੋਲ ਪਿਆ ਆ ਪਿੰਕੋ ਮਿੱਤਰੋ ਪੁਲਿਸ ਦਾ ਵੀ ਇਹਨਾਂ ਕੋਲ ਆਨਲਾਈਨ ਸਿਸਟਮ ਪਿਆ ਆ ਸਾਡਾ ਨਾਂ ਹੀ ਪਾਉਂਦੇ ਆ ਤੇ ਇਹਨਾਂ ਦੇ ਮੂਹਰੇ ਸਾਰੀ ਚੀਜ਼ ਆ ਜਾਂਦੀ ਆ ਕੱਲਾ ਪਾਸਪੋਰਟ ਨੰਬਰ ਨਹੀਂ ਪਾਉਣਾ ਸਿਰਫ ਨਾਂ ਪਾਉਣਾ ਨਾਂ ਤੇ ਡੇਟ ਆਫ ਬਰਥ ਤੁਹਾਡੀ ਇਹਨਾਂ ਨੇ ਲਿਖਣੀ ਆ ਕੰਪਿਊਟਰ ਦੇ ਵਿੱਚ ਤੇ ਇਹਨਾਂ ਦੇ ਵਿੱਚ ਜਿੱਥੇ ਵੀ ਤੁਹਾਡੀ ਬਲੈਕ ਲਿਸਟ ਹੋਈ ਉਹਨਾਂ ਨੂੰ ਉੱਥੇ ਤੁਹਾਡੇ ਨਾਂ ਦੇ ਉੱਪਰ ਟੈਕ ਵੱਜਾ ਹੋਇਆ। ਅੱਛਾ ਤੇ ਇਹ ਤਾਂ ਚਾਹੀਦਾ ਨਾ ਸਾਰਿਆਂ ਨੂੰ ਜਿਹੜੇ ਪੁਰਾਣੇ ਵੀ ਤੁਸੀਂ ਜੀਓ ਨਾ ਜਿੰਨੇ ਤਾਰਕਿਨ ਵਤਨ ਜਿਹੜੇ ਵੀਡੀਓ ਵੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਚਾਹੀਦਾ ਚਲੋ ਕਮ ਸੇ ਕਮ ਤੁਸੀਂ 6 ਮਹੀਨਾ ਬਾਅਦ ਜਾਂ ਸਾਲ ਬਾਅਦ ਨਹੀਂ ਨਾ ਕਢਵਾਉਂਦੇ ਆ ਪੇਪਰ ਤੇ ਪੇਪਰ ਰੀਨਿਊ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਤਕਰੀਬਨ ਇਹ ਸਾਰੇ ਪੇਪਰ ਕਢਵਾ ਲੈਣੇ ਚਾਹੀਦੇ 1 ਮਹੀਨਾ ਪਹਿਲਾਂ ਕਢਵਾ ਕੇ ਤੇ ਫਿਰ ਪੇਪਰ ਅਪਲਾਈ ਕਰਨਾ ਸਾਰਿਆਂ ਵਾਸਤੇ ਬੈਸਟ ਰਸਤਾ ਹੈ। ਹਾਂਜੀ ਜੇ ਤੁਹਾਨੂੰ ਜਾਣ ਕੇ ਪਤਾ ਹੋਊਗਾ ਫਿਰ ਤੁਸੀਂ ਆਪਣਾ ਬੰਦਾ ਪਹਿਲਾਂ ਧਿਆਨ ਦੇਖ ਲੈਂਦਾ ਹਾਂਜੀ ਮੇਰੇ ਸਿਰ ਕੋਈ ਕੇਸ ਆ ਮੈਂ ਉਹਦੀ ਦੌੜ ਮਾਰਾਂ ਕਿਉਂਕਿ ਪੇਪਰ ਨਿਊ ਹੋਣ ਦਾ ਪੰਗਾ ਪੈ ਸਕਦਾ। ਇੱਕ ਹੋਰ ਸੀ ਮੈਂ ਤੁਹਾਨੂੰ ਗੱਲ ਦੱਸਦਾ ਜਾਣੀ ਕਿ ਬੰਦੇ ਸਾਡੇ ਪੈਸੇ ਨਾ ਖਰਾਬ ਕਰਨ ਮੈਂ ਇਹ ਚੱਕਰ ਦੇ ਵਿੱਚ ਤੁਹਾਨੂੰ ਇਹ ਗੱਲ ਦੱਸਣ ਲੱਗਾ ਲੇਕਿਨ ਮੇਰੇ ਮਤਲਬ ਦੀਆਂ ਨਹੀਂ ਗੱਲਾਂ ਹੈਗੀਆਂ ਮੈਂ ਨਹੀਂ ਦੱਸ ਸਕਦਾ ਜਾਣੀ ਕਿ ਮੈਂ ਇਦਾਂ ਦੇ ਏਜੰਟ ਸਹੀ ਹੈ ਨਾ ਜਾਣੀ ਕਿ ਜਿਹੜੇ ਬੰਦੇ 12 ਮਹੀਨੇ ਤੋਂ ਘੱਟ ਸਜ਼ਾ ਹੋਈ ਹੈ ਨਾ ਜਿਹੜੇ ਬੰਦਿਆਂ ਨੂੰ ਜਨਾਨ ਦੇ ਵਿੱਚ ਉਹਨਾਂ ਦੇ ਪੇਪਰਾਂ ਦੇ ਉੱਪਰ ਕੋਈ ਇਫੈਕਟ ਨਹੀਂ ਪੈਂਦਾ। ਜਦੋਂ ਤੁਹਾਨੂੰ 12 ਮਹੀਨਿਆਂ ਤੋਂ ਉੱਪਰ ਸਜ਼ਾ ਪੈ ਜਾਂਦੀ ਹੈ ਫਿਰ ਤੁਹਾਨੂੰ ਦੌੜਨ ਦੀ ਲੋੜ ਆ ਜੇ ਤੁਸੀਂ 12 ਮਹੀਨਿਆਂ ਤੋਂ ਥੱਲੇ ਬੈਠੇ ਤਾਂ ਫਿਰ ਚੁੱਪ ਕਰਕੇ ਬੈਠੋ ਵਕੀਲਾਂ ਨੂੰ ਰੁਪਈਏ ਦੇਣ ਦੀ ਕੋਈ ਲੋੜ ਨਹੀਂ ਭਲਾ ਵਕੀਲ ਮੇਰੇ ਖਿਲਾਫ ਹੋ ਜਾਣਾ ਸਾਰੀ ਗੱਲ ਸੁਣ ਕੇ ਸਹੀ ਹੈ ਨਾ 10 ਦੇ ਰਾਤੀ ਤੱਕ ਮੈਨੂੰ ਫੋਨ ਆਇਆ ਵੀ ਕੁਮਾਰ ਕੀ ਕਹਤਾ ਨਹੀਂ ਭਾਈ ਕੁਮਾਰ 28 ਸਾਲ ਤੁਹਾਨੂੰ ਵੀ ਹੋ ਗਏ ਨੇ ਤੁਹਾਂ ਬੜੀ ਖਿਦਮਤ ਕੀਤੀ ਹੈ ਇੱਥੇ ਪਾਕਿਸਤਾਨੀ ਕਮਿਊਨਿਟੀ ਸਾਰੀਆਂ ਕਮਿਊਨਿਟੀਆਂ ਦੀ ਇੰਡੀਅਨ ਕਮਿਊਨਿਟੀ ਦੀ ਦੇਖੋ ਜਿੰਨੇ ਜੋਗੇ ਹੈਗੇ ਆ ਬਸ ਸਾਰਾ ਕਰਦੇ ਪਏ ਆ ਲੇਕਿਨ ਮੈਂ ਦੱਸਦਾ ਪਿਆ ਆ ਕਿ ਅਸੀਂ ਇਸ ਜੁੰਡ ਦੇ ਵਿੱਚ ਆ ਅਸੀਂ ਇਹ ਗੱਲਾਂ ਦੱਸ ਨਹੀਂ ਸਕਦੇ ਲੇਕਿਨ ਮੈਂ ਫਿਰ ਵੀ ਦੱਸਦਾ ਪਿਆ ਕਿ 12 ਮਹੀਨੇ ਤੋਂ ਜੇ ਤੁਹਾਨੂੰ ਥੱਲੇ ਸਜ਼ਾ ਹੈਗੀ ਆ ਫਿਰ ਤੁਹਾਨੂੰ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਪੈਰੀਫੇਰੀਆ ਕੁਛ ਨਹੀਂ ਤੁਹਾਨੂੰ ਕਰ ਸਕਦਾ ਲੇਕਿਨ 12 ਮਹੀਨੇ ਤੇ 1 ਦਿਨ ਦੀ ਤੁਹਾਨੂੰ ਸਜ਼ਾ ਹੈਗੀ ਤਾਂ ਤੁਹਾਡੇ ਪੇਪਰ ਖਤਮ ਹੋ ਜਾਣੇ ਆ ਤੇ ਫਿਰ ਤੁਹਾਨੂੰ ਦੌੜ ਮਾਰਨੀ ਆ। ਇਹ ਹੀ ਮੈਂ ਗੱਲ ਕਹਿ ਰਿਹਾ ਕਿ ਪੇਪਰ ਯਾਨੀ ਕਿ ਰੀਨਿਊ ਕਰਾਉਣ ਤੋਂ ਪਹਿਲਾਂ ਬੰਦਾ 2 ਮਹੀਨੇ ਪਹਿਲਾਂ ਸਾਰੇ ਪੇਪਰ ਕਢਾਉਂਦਾ ਕੋਈ ਮਸਲਾ ਹੈ ਬੰਦਾ ਨੂੰ ਕਲੀਅਰ ਕਰਵਾ ਕੇ ਫਿਰ ਪੇਪਰ ਸਾਹਮਣੇ ਹਾਂ ਬਿਲਕੁਲ ਹਾਂ ਵੀ ਤੁਹਾਡੇ ਇੱਕ ਵਾਰੀ ਸਾਹਮਣੇ ਤਸਵੀਰ ਆਈ ਹੋਵੇ ਵੀ ਮੇਰਾ ਕੋਈ ਚੱਲਦਾ ਤਾਂ ਨਹੀਂ ਪਿਆ ਕੋਈ ਪੰਗਾ ਤਾਂ ਨਹੀਂ ਪੈ ਸਕਦਾ ਜਿੱਦਾਂ ਹੁਣ ਨਿੱਕੇ ਕੇਸ ਫੜੀ ਹੋ ਜਾਂਦੇ ਤੁਹਾਡੇ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਇੱਥੇ ਮੇਰੇ ਕੋਲ ਬੰਦਾ ਬੜਾ ਸ਼ਰੀਫ ਆ ਨਪੜ ਬੰਦਾ ਵਿਚਾਰਾ ਸਾਦਾ ਜਿਹਾ ਪਾਕਿਸਤਾਨੀ ਮੁੰਡਾ ਤੇ ਇੱਕ ਤਾਂ ਚਲੋ ਪੜ੍ਹਿਆ ਲਿਖਿਆ ਚੰਟ ਬੰਦਾ ਕਿਸੇ ਦੇ ਹੱਥ ਆ ਗਿਆ ਉਹਦੀ ਤਾਂ ਵੱਖਰੀ ਗੱਲ ਆ ਵੀ ਹਾਂ ਵੀ ਇਹਨੇ ਕੋਈ ਨਾ ਕੁਛ ਕੀਤਾ ਹੋਣਾ ਇੱਕ ਸਿੱਧਾ ਜਿਹਾ ਬੰਦਾ ਦਿਹਾੜੀ ਲਾਉਂਦਾ ਪਿਆ ਉਹਨੇ ਕੀ ਕਰ ਦਿੱਤਾ ਉਹਦੇ 30 ਮੋਟਰਸਾਈਕਲ ਦੇ ਲਾਇਸੈਂਸ ਚਲਾਨ ਹੋਏ ਪਏ ਆ ਉਹ ਵਿਚਾਰੇ ਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ 30 ਚਲਾਨ ਹੋਏ ਪਏ ਆ। ਇਹ ਹੀ ਬਾਤ ਤੁਹਾਡੇ ਨਾਲ ਅਸਲ ਮੈਂ ਕਰਨਾ ਚਾਹ ਰਿਹਾ ਸਰ ਬੜਿਆ ਸਾਰਿਆਂ ਵੀਰਾਂ ਨੂੰ ਮੈਂ ਬੜੀ ਦਫਾ ਵੀਡੀਓ ਦੇ ਵਿੱਚ ਵੀ ਕਿਹਾ ਤੇ ਲੇਕਿਨ
ਵਜ੍ਹਾ ਉਹ ਹੀ ਹੈ ਨਾ ਕਿ ਬੰਦੇ ਨੂੰ ਪਤਾ ਨਹੀਂ ਹੁੰਦਾ, ਪੇਪਰ ਮਿਸਯੂਜ਼ ਹੋ ਜਾਂਦੇ ਹਾਂ ਇਸ ਤਰ੍ਹਾਂ ਹੋਇਆ ਨਾ ਉਹਦੇ ਨਾਲ। ਬਿਲਕੁਲ ਬਿਲਕੁਲ 30 ਚਲਾਨ ਇੱਥੇ ਮੇਰੇ ਕੋਲ ਬੰਦਾ ਪਿਆ ਤੁਹਾਡੇ ਕੋਲ, ਤੁਹਾਡੇ ਆਉਣ ਤੋਂ ਅੱਧਾ ਘੰਟਾ ਪਹਿਲਾਂ ਬੰਦਾ ਉੱਠ ਕੇ ਮੇਰੇ ਕੋਲ ਗਿਆ ਤੇ ਸਾਨੂੰ ਕੱਲੇ ਦਾਲ ਪੈਰੀਫੇਰੀਆ ਦੇ ਇਦਾਂ ਪੈਰੀਫੇਰੀਆ ਇਦਾਂ ਸਾਨਾ ਕਰਦਾ ਪਿਆ ਕਿ ਕੱਲਾ ਪੇਪਰ ਮੰਗਦਾ ਪਿਆ। ਤਿੰਨਾਂ ਦੀ ਇੱਕ ਵਾਰੀ ਮੰਗ ਲਈ, ਚੌਂ ਦੀ ਇੱਕ ਵਾਰੀ ਮੰਗ ਲਈ, ਇੱਕ ਦੀ ਇੱਕ ਵਾਰੀ ਮੰਗ ਲਈ, 2 ਅਦਾਲਤਾਂ ਲਟਕਦੀਆਂ ਪਈਆਂ, ਕਲੀਅਰ ਹੀ ਨਹੀਂ ਹੁੰਦੀਆਂ ਪਈਆਂ। ਆ 6 ਮਹੀਨੇ ਹੋ ਗਏ ਉਹਦੇ ਮਗਰ ਪਿਆ ਨੂੰ। ਔਰ ਤੁਹਾਨੂੰ ਨਹੀਂ ਲੱਗਦਾ ਕਿ ਹਕੂਮਤ ਯੂਨਾਨ ਨੇ ਜਿਹੜਾ ਡਿਜੀਟਲ ਕੈਮਰੇ ਨਸਬ ਕੀਤੇ ਨੇ ਅਤੀਕਾ ਦੇ ਤਮਾਮ ਜਿਹੜੇ ਬੜੀਆਂ ਯਾਨੀ ਕਿ ਸੜਕਾਂ ਜਿਹੜੀਆਂ ਆਮਦੋ ਰਫਤੇ, ਉਹ ਬਿਹਤਰੀਨ ਫੈਸਲਾ ਨੇ? ਹਾਂਜੀ ਬਿਲਕੁਲ ਬਿਹਤਰੀਨ ਫੈਸਲਾ। ਦੇਖੋ ਜੀ ਸਿੱਧੀ ਜਿਹੜੀ ਗੱਲ ਆ, ਪਾਰਾਵਾਸੀਆਂ ਬਹੁਤ ਕਾਨੂੰਨ ਹੋਣੇ ਕਾਹਤੋਂ ਹੁੰਦੇ ਪਏ ਆ ਇਹ, ਕਿਉਂਕਿ ਡਰਾਈਵਰਾਂ ਦੀਆਂ ਮਿਹਰਬਾਨੀਆਂ ਆ, ਕੱਲੀਆਂ ਸਾਡੀਆਂ ਨਹੀਂ, ਗਰੀਕੀ ਵੀ ਇਹਦੇ ਵਿੱਚ ਆ। ਜਿਹੜੇ ਡਰਾਈਵਰਾਂ ਦੀਆਂ ਮਿਹਰਬਾਨੀਆਂ ਨਾਲ ਸਰਕਾਰ ਨੂੰ ਕੈਮਰੇ ਲਾਉਣੇ ਪਏ ਆ। ਮੈਂ ਦੇਖਦਾ ਪਿਆ, ਕੱਲ੍ਹ ਦੀ ਮੈਂ ਖਬਰ ਬੜੀ ਅਫਸੋਸ ਦੀ ਖਬਰ ਦਿੱਤੀ ਆ ਕਿ ਦੇਖੋ ਜਨਵਰੀ ਮਹੀਨੇ 'ਚ ਚੜ੍ਹਿਆ ਤਾਂ ਸਾਡੇ ਕੋਲ 14 ਮੌਤਾਂ ਹੋ ਚੁੱਕੀਆਂ ਸੜਕ ਦੇ ਉੱਪਰ, 14 ਮੌਤਾਂ ਹੋ ਚੁੱਕੀਆਂ। 7 ਇਦਾਂ ਦੇ ਬੰਦੇ ਮਰ ਚੁੱਕੇ ਆ ਜਿਹੜੇ ਰਮਾਨੀਆਂ ਦੇ ਵਿੱਚ ਗਰੀਕੀ ਸਾਡੇ, ਜਾਣੀ ਕਿ ਏਡੀ ਭਿਆਨਕ ਟੱਕਰ ਹੋਈ ਆ ਕਿ ਗੱਲ ਛੱਡ ਦਿਓ ਪਰੇ। ਤੁਸੀਂ ਟੱਕਰ ਦੇਖੋ, ਤੁਸੀਂ ਹੈਰਾਨ ਹੋ ਜਾਓਗੇ ਵੀ ਕਿੱਦਾਂ ਉਸ ਬੰਦੇ ਨੇ ਬੈਨ ਮਾਰੀ ਆ ਟਰੱਕ ਦੇ ਵਿੱਚ ਲਿਜਾ ਕੇ। ਬਾਕੀ ਗੱਲ ਸਹੀ ਹੈ, ਕਿਉਂਕਿ ਉਹ ਆਪਣੇ ਟਰੈਕ ਤੇ ਬਿਲਕੁਲ ਰੋਂਗ ਟਰੈਕ ਤੇ ਜਾ ਕੇ ਉਹਨੇ ਟਰੱਕ ਦੇ ਵਿੱਚ ਮਾਰਿਆ। ਟਰੱਕ ਵਾਲੇ ਨੇ ਤਾਂ ਪੂਰਾ ਆਪਣਾ ਜ਼ੋਰ ਲਾਇਆ ਸਾਈਡ ਤੇ ਜਾਣ ਨੂੰ। ਉਹ ਤੋਂ ਬਾਅਦ ਹੁਣ ਇੱਥੇ ਸਾਡੇ ਬੰਦੇ ਦੀਆਂ ਕਿੰਨੀਆਂ ਮੌਤਾਂ ਹੋ ਚੁੱਕੀਆਂ ਟ੍ਰੈਫਿਕ ਦੀ ਵਜ੍ਹਾ ਨਾਲ, ਮੋਟਰਸਾਈਕਲਾਂ ਤੇ ਡਿਲੀਵਰੀ ਦੀ ਵਜ੍ਹਾ ਨਾਲ। ਸਾਡੇ ਬੰਦਿਆਂ ਨੂੰ ਮੈਂ ਪਹਿਲਾਂ ਵੀ ਬੜੀ ਸਖਤੀ ਨਾਲ ਕਿਹਾ, ਬੇਸ਼ੱਕ ਮੇਰੀ ਗੱਲ ਦਾ ਤੁਸੀਂ ਗੁੱਸਾ ਕਰੋ, ਆ ਜਿਹੜਾ ਟੈਲੀਫੋਨ ਤੁਸੀਂ ਕੰਨ ਨੂੰ ਫਸਾ ਕੇ ਜਨਾਨੀਆਂ ਨਾਲ ਗੱਲਾਂ ਕਰਦੇ ਇਹਨਾਂ ਨੂੰ ਬੰਦ ਕਰੋ। ਸਿੱਧੀ ਜਿਹੜੀ ਗੱਲ ਆ, ਜਿਹੜਾ ਤੁਹਾਡਾ ਕੰਮ ਦੀ ਗੱਲ ਆ, ਮੋਟਰਸਾਈਕਲ ਤੇ ਗੱਲ ਨਹੀਂ ਕਰਨੀ, ਬਲੂਟੂਥ ਦੇ ਨਾਲ ਗੱਲ ਕਰੋ। ਫੋਨ ਜਿੱਥੇ ਤੁਹਾਡਾ ਹੈਂਡਲ ਦੇ ਨਾਲ ਕਿਤੇ ਫਸਦਾ ਉੱਥੇ ਰੱਖੋ। ਸਾਡੇ ਬਹੁਤ ਬੰਦੇ ਜਿਹੜੇ ਡਿਲੀਵਰੀ ਦਾ ਇਹ ਕੰਮ ਕਰਦੇ ਪਏ ਆ। ਕੱਲ ਨੂੰ ਤੁਸੀਂ ਤਾਂ ਇੱਥੇ ਜਾਂਦੇ ਆ ਮਾਰ, ਸਿੱਧੀ ਜਿਹੜੀ ਗੱਲ ਆ, ਲੇਕਿਨ ਜਿਹੜੇ ਤੁਹਾਡੇ ਮਗਰ ਬੈਠੇ ਆ ਉਹਨਾਂ ਨੂੰ ਬੜੀ ਵਿਪਤਾ ਪੈਂਦੀ ਆ। ਲੇਕਿਨ ਕਿਸੇ ਨੂੰ ਵੀ ਆਖੋ ਨਾ ਯਾਰ ਤੂੰ ਫੋਨ ਤੇ ਲੱਗਿਆ ਤਾਂ ਉਹਦਾ ਨਹੀਂ ਯਾਰ ਇੱਕ ਪਾਰਾਗਿਲੀ ਵਾਲੇ ਦਾ ਫੋਨ ਆ ਗਏ ਤੇ ਅਰਜੈਂਟ ਹੈ, ਤੇ ਜਨਾਨੀਆਂ ਨੂੰ ਮੰਨਦੇ ਹੀ ਕੋਈ ਨਹੀਂ। ਨਹੀਂ ਇਹ ਗਲਤ ਗੱਲ ਆ, ਇਹ ਬਿਲਕੁਲ ਗਲਤ ਗੱਲ ਆ। ਜਾਣੀ ਕਿ ਪਾਰਾਗਿਲੀ ਵਾਲੇ ਤਾਂ ਸੁਣਦੇ ਕੋਈ ਨਹੀਂ। ਪਾਰਾਗਿਲੀ ਵਾਲੇ ਨੂੰ ਤਾਂ ਕਹਿੰਦਾ ਮੈਂ ਆ ਰਿਹਾ ਰਸਤੇ ਦੇ ਵਿੱਚ। ਅੱਛਾ, ਜਿੰਨੇ ਵੀਰ ਭਰਾ ਵੈਸੇ ਤੁਸੀਂ ਡਿਲੀਵਰੀ ਦਾ ਕੰਮ ਕਰਦੇ ਹੋ ਯਾਰ, ਤੁਹਾਡੇ ਅੱਗੇ ਰਿਕਵੈਸਟ ਹੈ, ਤਰਲਾ ਮਿੰਨਤ ਸਮਾਜ ਜੋ ਮਰਜ਼ੀ ਸਮਝੋ, ਲੇਕਿਨ ਕਮ ਸੇ ਕਮ ਆਪਣੀ ਜਾਨ ਦਾ ਖਿਆਲ ਕਰੋ। ਆਪਣੇ ਵਾਲਦੈਨ ਨੂੰ ਵੇਖੋ ਯਾਰ, ਇੱਥੇ ਪਰਦੇਸ ਹੈ ਤੇ ਵਾਲਦੈਨ ਵਾਸਤੇ ਬੜਾ ਮੁਸ਼ਕਲ ਹੁੰਦਾ ਜਵਾਨ ਬੇਟੇ ਦਾ ਜਾਂ ਕੋਈ ਘਰ ਦਾ ਜ਼ਿੰਮੇਦਾਰ ਬੰਦਾ ਹੈ ਤੇ ਉਹਦਾ ਜਨਾਜ਼ਾ ਆਪਣੀ ਕੰਧਿਆਂ ਤੇ ਚੁੱਕ ਕੇ ਤੇ ਉਹਨੂੰ ਕਬਰ 'ਚ ਉਤਾਰਨਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ। ਤੇ ਕਮ ਸੇ ਕਮ ਖਿਆਲ ਕਰੋ ਯਾਰ, ਤੁਹਾਡੇ ਅੱਗੇ ਇਹ ਵੀ ਇਲਤਜਾ ਹੈ। ਅੱਛਾ, ਤੇ ਨਾਲੇ ਮੌਜੂਦਾ ਹਕੂਮਤ ਯੂਨਾਨ ਦੇ ਬਾਰੇ ਇੱਕ ਹੋਰ ਖਬਰ ਬੜੀ ਗਰਦਿਸ਼ ਕਰ ਰਹੀ ਹੈ ਕਿ ਜਿਹੜੇ ਹੁਣ ਅੱਗੋਂ ਕਾਰਡ ਆਨ ਕਰਨਗੇ, ਕਿਆ ਉਹ ਪੈਰਾਫੇਰੀਆ ਜੋ ਹੀ ਇਸ਼ੂ ਕਰੇਗਾ ਤੇ ਉਹ ਡੇਟ ਜਾਰੀ ਹੋਏਗੀ ਜਾਂ ਜਦੋਂ ATC ਕੀਤੀ ਉਹ ਹੋਏਗੀ ਜਿਸ ਤਰ੍ਹਾਂ ਪਹਿਲਾਂ ਸਿਸਟਮ ਚੱਲ ਰਿਹਾ? ਹਾਂ, ਜਿਹੜਾ ਪਹਿਲਾਂ ਸਿਸਟਮ ਚੱਲਦਾ ਪਿਆ ਉਹ ਤਾਂ ATC ਤੋਂ ਵੀ ਨਹੀਂ ਚੱਲਦਾ ਪਿਆ। ਉਹ ਤਾਂ ਜਿੱਦਾਂ ਜਾਣੀ ਕਿ ਤੁਹਾਡਾ ਕਾਰਡ ਮੁੱਕਦਾ ਉਹ ਤੋਂ ਇੱਕ ਦਿਨ ਪਹਿਲਾਂ ਕਾਰਡ ਤੁਹਾਡਾ ਇਸ਼ੂ ਹੁੰਦਾ ਪਿਆ, ਪੁਰਾਣਾ ਲੜੀ ਚੱਲਦੀ ਪਈ ਆ। ਜਿੱਦਾਂ ਕਿ ਅੱਜ ਕਾਰਡ ਤੁਹਾਡਾ ਮੰਨ ਲਓ ਅੱਜ ਦੀ ਡੇਟ ਨੂੰ ਮੁੱਕਦਾ ਪਿਆ, ਅੱਜ 30 ਤਰੀਕ ਆ, ਤੁਹਾਡਾ ਅਗਲਾ ਕਾਰਡ ਜਿਹੜਾ ਹੋਣਾ 30 ਤੋਂ ਇਸ਼ੂ ਹੋਣਾ, ਤੁਹਾਨੂੰ ਭਲਾ ਸਾਲ ਬਾਅਦ ਲੱਭੇ ਜਿਹੜਾ ਅੱਜ ਕਾਰਡ ਲੱਭਦਾ ਪਿਆ। ਲੇਕਿਨ ਜਿਹੜਾ ਨਵਾਂ ਕਾਨੂੰਨ ਆ ਰਿਹਾ ਆ ਉਹਦੇ ਵਿੱਚ ਮਿਨਿਸਟਰ ਸਾਹਿਬ ਤਾਂ ਇਹ ਕਹਿ ਰਹੇ ਆ ਕਿ ਜਿੱਦਣ ਤੋਂ ਤੁਹਾਡਾ ਕਾਰਡ ਇਸ਼ੂ ਹੋਣਾ, ਮੰਨ ਲਾ ਅੱਜ ਅਸੀਂ ਐਪਲੀਕੇਸ਼ਨ ਕੀਤੀ ਆ ਤੇ ਤੁਹਾਡਾ 6 ਮਹੀਨਿਆਂ ਨੂੰ ਅਸੀਂ ਤੁਹਾਨੂੰ ਕਾਰਡ ਦਿੰਦੇ ਆ ਤੇ 6 ਮਹੀਨਿਆਂ ਬਾਅਦ ਉਦੋਂ ਤੋਂ ਤੁਹਾਡੇ ਡੇਟ ਮਿਲੂਗੀ। ਉਹਦੇ ਵਿੱਚ ਪ੍ਰੋਬਲਮ ਹੁਣ ਟੈਕਨੀਕਲ ਪ੍ਰੋਬਲਮ ਇਹ ਆ ਕਿ ਜਿਹੜੇ 6 ਮਹੀਨੇ ਦਾ ਗੈਪ ਆ ਉਹ ਕਿੱਥੇ ਜਾਣਾ। ਉਹਦੇ ਵਿੱਚ ਜਿੱਦਾਂ ਹੁਣ ਜਿਹੜੇ ਪੁਰਾਣੇ ਬੰਦੇ ਪੇਪਰਾਂ ਵਾਲੇ ਉਹ ਤਾਂ ਵੀ 6 ਮਹੀਨੇ ਅਨਲੀਗਲ ਹੋ ਗਏ। ਇਹ ਤਾਂ ਕਹਿੰਦਾ ਤੁਸੀਂ ਲੀਗਲ ਆ ਬੇਵਸੀ ਤੇ, ਲੇਕਿਨ ਜਿਹੜੇ ਇਹਨਾਂ ਦੇ ਪੁਰਾਣੇ ਦਾਰੇ ਜਿਹੜੇ ਬਾਕੀ ਦੇ ਦਾਰੇ ਉਹ ਚੀਜ਼ ਨੂੰ ਨਹੀਂ ਮੰਨਣ ਨੂੰ ਤਿਆਰ ਹੈਗੇ, ਨਾ ਫੋਰੀਆਂ ਮੰਨਣ ਨੂੰ ਤਿਆਰ ਆ, ਨਾ ਏਕਾ ਮੰਨਣ ਨੂੰ ਤਿਆਰ ਆ। ਕੱਲ੍ਹ ਨੂੰ ਜਦੋਂ ਅਸੀਂ ਪੈਨਸ਼ਨ ਲੈਣੀ ਸਾਡੇ ਲਈ ਮਸਲਾ ਬਹੁਤ ਵੱਡਾ ਬਣ ਜਾਣਾ। ਇਸ ਕਰਕੇ ਕਿਉਂਕਿ ਉਹ ਦੀਆ ਕਾਪੀ ਆ ਗਈ, ਉਹ ਤਾਂ ਅਸੀਂ ਦਿਖਾਉਣੀ ਉਹਨਾਂ ਵੀ ਹਾਂ ਮੈਂ ਲਗਾਤਾਰ ਇੱਥੇ ਰਹਿ ਰਿਹਾ। ਉਹਨੇ ਕਹਿਣਾ ਤੂੰ ਤਾਂ 6 ਮਹੀਨੇ ਹੈ ਹੀ ਕੋਈ ਨਹੀਂ, ਬੇਵਸੀ ਨੂੰ ਕੌਣ ਮੰਨਦਾ? ਜਿਹੜੀ ਚੀਜ਼ ਕੰਪਿਊਟਰ ਦੇ ਵਿੱਚ ਉੱਡ ਗਈ ਉਹਦਾ ਲੱਗੂਗਾ 2 ਨੰਬਰ ਆ। ਇਸ ਕਰਕੇ ਹੁਣ ਮੰਤਰੀ ਸਾਹਿਬ ਦੇ ਮੂਹਰੇ ਸਾਰਿਆਂ ਨੇ ਗਰੁੱਪ ਨੇ ਗੱਲ ਰੱਖੀ ਹੈ, ਸਾਰੇ ਵਕੀਲਾਂ ਨੇ, ਸਾਰਿਆਂ ਨੇ ਜਿੱਦਣ ਸਿਮਨਾਰੀਓ ਦੇ ਵਿੱਚ ਗੱਲ ਹੋਈ ਸੀ ਕਿ ਇਹਦੇ ਬਾਰੇ ਤੁਸੀਂ ਲਾਜ਼ਮੀ ਸੋਚਣਾ। ਪਾਰਲੀਮੈਂਟ ਵਿੱਚ ਵੀ ਇਹ ਗੱਲ ਹੋ ਰਹੀ ਆ ਮੰਤਰੀ ਸਾਹਿਬ ਕੋਲ ਕਿ ਤੁਸੀਂ ਤਾਂ ਕਹਿੰਦੇ ਜਲਦੀ ਤੇ 6 ਮਹੀਨੇ ਦਾ ਗੈਪ ਕਿਹਨੇ ਪੂਰਾ ਕਰਨਾ। ਹਾਂ, ਹੁਣ ਤੁਸੀਂ ਇੰਨਾ ਸੀ ਦੇਖੋ ਕਿ ਸਾਰੇ ਪਾਸੇ ਆਧੀਆ ਪਾਰਾ ਮੁੰਨੀ ਆਉਣੇ ਜਲਦੀ ਆ ਗਏ। ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਸਾਰਿਆਂ ਨੂੰ ਉਹਨੇ ਕਹਿਤਾ ਕਿ ਭਾਈ ਤੇਰਾ ਦਿਲ ਕਰਦਾ ਕੰਮ ਕਰਨ ਨੂੰ ਤਾਂ ਕਰ, ਨਹੀਂ ਤਾਂ ਜਾ। ਜਿਹੜਾ ਬੰਦਾ ਕਹਿੰਦਾ ਬਾਹਰਲੇ ਬੰਦੇ ਦਾ ਕੰਮ ਆ ਉਹਨੂੰ ਕਹਿੰਦਾ ਤੁਸੀਂ ਜਾਓ ਕੰਮ ਕਰਨਾ ਤੇ ਸੀਟ ਤੇ ਬਹਿਣਾ, ਨਹੀਂ ਤਾਂ ਜਾਓ। ਬਹੁਤੇ ਬੰਦੇ ਨਹੀਂ ਤਾਂ ਪੁਰਾਣੇ ਜ਼ਮਾਨੇ 'ਚ ਗਰੀਕੀ ਇੱਦਾਂ ਕਰਦੇ ਤੁਸੀਂ ਜਾਣਾ, ਚੱਲ ਕੋਈ ਗੱਲ ਨਹੀਂ ਸਾਈਡ ਤੇ ਰੱਖਦੇ, ਬਾਹਰਲਾ ਬੰਦਾ ਯਾਰ ਭੁਗਤ ਲਾਂਗੇ। ਹੁਣ ਇੱਦਾਂ ਦੀ ਗੱਲ ਖਤਮ ਹੋ ਚੁੱਕੀ ਆ, ਮੰਤਰੀ ਸਾਹਿਬ ਨੇ ਬਹੁਤ ਨੱਥ ਪਾਤੀ ਆ। ਇਹ ਜਿਹੜੀ ਗੱਲ ਆ, ਜਿੱਥੇ ਤੱਕ ਮੇਰਾ ਆਈਡੀਆ ਕਾਨੂੰਨ ਇਹ ਕਹੂਗਾ ਆਣ ਕੇ ਵੀ ਜਿੱਥੇ ਸਾਡਾ 2 ਮਹੀਨੇ ਦਾ ਟਾਈਮ ਸੀ ਪਹਿਲਾਂ ਪੇਪਰ ਜਮ੍ਹਾਂ ਕਰਾਉਣ ਦਾ, 4 ਮਹੀਨੇ ਦਾ ਹੋ ਜਾਊਗਾ। ਜਿੱਥੇ ਤੱਕ ਮੇਰਾ ਆਈਡੀਆ ਇਹਦੇ ਬਾਰੇ ਪਹਿਲਾਂ ਅਪਲਾਈ ਕਰ ਛੱਡੋ। ਹਾਂ, ਪਹਿਲਾਂ ਅਪਲਾਈ ਕਰ ਛੱਡੋ, ਜਦ ਤੱਕ ਤੁਹਾਡਾ ਕਾਰਡ ਮੁੱਕਣਾ ਹੈ ਉਦੋਂ ਤੱਕ ਤੁਹਾਡਾ ਕਾਰਡ ਆਇਆ ਹੋਊਗਾ। ਯਾਨੀ ਕਿ ਇਹ ਜਿਹੜਾ ਸਿਸਟਮ ਵਾਕਈ ਤੁਸੀਂ ਗੱਲ ਤੇ ਬੜੀ ਯਾਨੀ ਕਿ ਪਚੀਦਾ ਕੀਤੀ ਹੈ, ਯਾਨੀ ਸੋਚਣ ਵਾਲੀ ਹੈ ਕਿ ਅਗਰ ਤੁਹਾਨੂੰ ਕਾਰਡ ਉਸ ਦਿਨ ਪੈਰਾਫੇਰੀਆ ਇਸ਼ੂ ਕਰ ਦਿੰਦਾ ਜਿਸ ਦਿਨ ਪੈਰਾਫੇਰੀਆ ਤੁਹਾਨੂੰ ਇਸ਼ੂ ਦੇ ਰਿਹਾ ਕਾਰਡ, ਤੇ ਜਿਹੜੇ ਵਿੱਚ 6 ਮਹੀਨੇ ਲੱਗ ਗਏ ਜਾਂ 1 ਸਾਲ ਬਾਅਦ ਇਸ਼ੂ ਕਰ ਦੇਣ ਤਾਂ ਉਹ ਸਾਲ ਵਿੱਚੋਂ ਗਾਇਬ ਹੋ ਗਿਆ। ਹਾਂ ਬਿਲਕੁਲ, ਕਿਉਂਕਿ ਮੈਂ ਤਾਂ ਕਾਹਤੋਂ ਇਹ ਗੱਲ ਦੱਸਦਾ ਪਿਆ, ਮੈਂ ਇਹ ਗੱਲ ਤਾਂ ਦੱਸਦਾ ਪਿਆ ਕਿ ਮੈਂ ਭੁਗਤੀਆਂ ਆ। ਹੁਣ ਤੁਸੀਂ ਰੰਗ ਕਰਦੇ ਆ, ਤੁਹਾਨੂੰ ਪਤਾ ਤੁਸੀਂ ਭੁਗਤਦੇ ਪਏ ਆ।
ਤਾਂ ਇੱਕ ਮੈਂ ਸ਼ੇਕ ਕਰ ਦਿੰਦਾ, ਤੁਹਾਨੂੰ ਪਤਾ ਯਾਰ ਸ਼ੇਕ ਕਾਹਤੋਂ ਕਿੱਦਾਂ, ਮੈਨੂੰ ਕਿੱਦਾਂ ਬੰਦ ਕਰੂੰਗਾ। ਮੈਂ ਇਹ ਆਪਣੇ ਪਿੰਡੇ ਤੇ ਹੰਡਾਈਆਂ ਆ, ਤੁਹਾਨੂੰ ਦੱਸਿਆ 2002 ਤੋਂ ਇਹ ਚੱਕਰਾਂ ਵਿੱਚ ਆ। ਪੈਨਸ਼ਨ ਵਾਲੇ ਬੰਦੇ ਵੀ ਮੇਰੇ ਸਾਹਮਣੇ ਪਏ ਆ, ਜੇ ਉਹ ਤਾਂ ਇੱਕ ਦਿਨ ਨੂੰ ਨਹੀਂ ਮੰਨਦੇ ਪਏ। ਸਾਡੇ ਪਾਕਿਸਤਾਨੀ ਬੰਦੇ ਦੀ ਪੈਨਸ਼ਨ ਕਲੀਅਰ ਕਰਾਈ, ਉਹ ਤਾਂ ਮੇਰੇ ਤੋਂ ਉਦੋਂ ਦੀ ਜਿੱਦਣ ਦੀ ਉਹਦੀ ਐਂਟਰੀ ਹੋਈ ਆ ਉਦੋਂ ਦੀ ਮੰਗੀ ਜਾਂਦੇ ਆ, ਤੇ ਉਹ ਮੈਨੂੰ ਕਹੀ ਜਾਂਦਾ ਮੈਂ 92 ਦਾ ਐਂਟਰੀ ਆ, ਤੇ ਇਹ ਕਹੀ ਜਾਂਦੇ 98 ਦਾ ਐਂਟਰੀ ਆ। ਇਹ ਤਾਂ ਉਦੋਂ ਦੀ ਐਂਟਰੀ ਨਹੀਂ ਮੰਨਦੇ ਪਏ। ਉਹਦਾ ਸ਼ੁਕਰ ਕਰੋ ਕਿ ਉਸ ਬੰਦੇ ਦਾ ਪਾਸਪੋਰਟ ਤੇ ਵੀਜ਼ਾ ਸਾਡੇ ਕੋਲ ਪਿਆ ਸੀ, ਤਾਂ ਉਹ ਕਲਾ ਕੇ ਕਲੀਅਰ ਕੀਤਾ, ਨਹੀਂ ਤਾਂ ਇਹ ਤਾਂ ਮੰਨਦੇ ਹੀ ਪਏ, ਨਹੀਂ ਤਾਂ 98 ਤੋਂ ਲੈਂਦੇ ਪਏ ਸੀ। ਤੇ ਯਾਨੀ ਹੁਣ ਅੱਗੋਂ ਹਾਲੇ ਇਹ ਸਿਸਟਮ ਚੱਲ ਰਿਹਾ ਕਿ ਹਾਲੇ ਤੁਹਾਨੂੰ ਕੀ ਲੱਗਦਾ ਕਿ ਹੋਈਏਗਾ ਨੋਮੋ ਪਾਸ ਕਾਨੂੰਨ, ਯਾਨੀ ਕਿ ਜਦੋਂ ਪੈਰਾਫੇਰੀਆ ਕਾਰਡ ਇਸ਼ੂ ਕਰੇਗਾ ਤੇ ਉਹ ਡੇਟ ਜਾਂ ਕੰਟੀਨਿਊ? ਮੇਰੇ ਖਿਆਲ ਨਾਲ ਤਾਂ ਠੀਕ ਹੈ, ਬੇਸ਼ੱਕ ਥੋੜਾ ਲੇਟ ਹੈ ਜਾਂ ਜਲਦੀ ਅਪਲਾਈ ਕਰ। ਜਾਣੀ ਕਿ ਮੇਰੇ ਹਿਸਾਬ ਨਾਲ ਕਹਿਣ ਸਾਹਿਬ ਮੰਤਰੀ ਸਾਹਿਬ ਨੂੰ ਨੱਥ ਪਾ ਦੇਣੀ ਚਾਹੀਦੀ ਆ ਵੀ ਤੁਸੀਂ ਜਲਦੀ ਕੰਮ ਕਰੋ। ਇਲੈਕਟ੍ਰੋਨਿਕ ਕੰਮ ਆ, 4 ਪੇਪਰ ਚਾਹੀਦੇ, ਸਾਰਾ ਆਪਣੇ ਆਪ ਹੀ ਖਿੱਚ ਸਕਦੇ ਆ ਆਨਲਾਈਨ ਤੇ। ਸਹੀ ਹੈ ਜੀ, ਸਾਨੂੰ ਕੁਛ ਕਰਨ ਦੀ ਵਾਲੀ ਲੋੜ ਨਹੀਂ ਹੈਗੀ। ਲੇਕਿਨ ਹਾਂ, ਇਹ ਜਿਹੜੀ ਅਸੀਂ ਬਹੁਤ ਜਾਣੀ ਕਿ ਵਕੀਲਾਂ ਨੇ ਸਾਰਿਆਂ ਨੇ ਮੰਤਰੀ ਸਾਹਿਬ ਦੇ ਮੂਹਰੇ ਇਹ ਗੱਲ ਰੱਖੀ ਆ ਕਿ ਤੁਸੀਂ ਇਹ ਲੜੀ ਨਹੀਂ ਟੁੱਟਣ ਦੇਣੀ। ਤੁਸੀਂ ਮੰਨਦੇ ਪਏ ਆ, ਦੂਸਰਾ ਬੰਦਾ ਨਹੀਂ ਮੰਨਦਾ ਪਿਆ। ਮੇਰਾ ਦਿਲ ਇਹ ਆ ਕਿ ਹਾਂ ਜਲਦੀ ਕੰਮ ਹੋਣ ਲੱਗ ਪਵੇ। ਚਲੋ ਠੀਕ ਹੈ, 3-4 ਮਹੀਨੇ ਤਾਂ ਨਾਰਮਲ ਜੀ ਗੱਲ ਹੈ ਯਾਰ, ਕੋਈ ਵੱਡੀ ਗੱਲ ਨਹੀਂ ਹੈਗੀ। ਅਕਸਰ ਸਰਕਾਰੀ ਆ, ਕੋਈ ਐਡੀ ਵੱਡੀ ਗੱਲ ਨਹੀਂ। ਜਨਾਨ ਆ ਕਿਹੜਾ ਵੀ ਹਲੇ ਜਨਾਨ ਅੱਜ ਤੋਂ 25 ਸਾਲ ਜਿਹੜਾ ਪਹਿਲਾਂ ਸੀ, ਤਾਂ ਅੱਜ ਜਨਾਨ ਵਿੱਚ ਫੇਰ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਪਹਿਲਾਂ ਤਾਂ ਪਤਾ ਹੀ ਨਹੀਂ ਕੀ ਹੋਣ ਡਿਆ ਸੀ ਸਾਨੂੰ। ਨਾਲੇ ਲੱਖਾਂ ਲੋਕ ਨੇ। ਹਾਂ, ਇੱਕ ਬੰਦਾ ਇੱਥੇ ਮੇਰੇ ਕੋਲ ਆਇਆ ਸੀ, ਜਿਹੜੇ ਮੈਨੂੰ ਦੱਸਦਾ, ਕਹਿੰਦਾ ਯਾਰ ਮੇਰੇ ਕੋਲ ਇੱਕ ਬੈਗ ਪੇਪਰਾਂ ਦਾ ਭਰਿਆ ਪਿਆ ਆ। ਮੈਂ ਕਿਹਾ ਅਸੀਂ ਘਰ 3 ਜਣੇ ਆ, ਸਾਡੇ ਕੋਲ 3 ਭਰੇ ਪਏ ਆ। ਹਾਂਜੀ, ਬਿਲਕੁਲ ਸਹੀ ਗੱਲ। ਸਹੀ ਆ। ਤੂੰ ਤਾਂ ਮੈਨੂੰ ਕਹਿੰਦਾ 1 ਭਰਿਆ, ਮੈਂ ਕਿਹਾ 3 ਭਰੇ ਪਏ ਆ। ਤੇ ਕਹਿੰਦਾ ਅੱਛਾ। ਮੈਂ ਕਿਹਾ ਤੂੰ ਇਹ ਲਾ ਸਾਹਿਬ ਕਿ ਮੈਂ 98 'ਚ ਇਮੀਗ੍ਰੇਸ਼ਨ ਪਹਿਲੀ ਲਈ ਸੀ, ਉਹ ਸਾਰੇ ਪੇਪਰ ਮੇਰੇ ਕੋਲ ਸਾਂਭੇ ਪਏ ਆ। ਤੇ ਜਨਾਨ ਦਾ ਇਹ ਕੰਮ ਆ ਕਿ ਜਨਾਨ ਦੇ ਹੁਣ ਕੀ ਕਹਿ ਸਕਦੇ ਆ, ਵਧੀਆ ਗੱਲ ਹੈ। ਜਾਣੀ ਕਿ ਮੰਤਰੀ ਸਾਹਿਬ ਜਲਦੀ ਕੰਮ ਕਰਨ, ਜਾਣੀ ਕਿ ਇਹ ਨਾ ਕਹਿਣ ਕਿ ਤੁਹਾਡਾ ਗੈਪ ਜਿਹੜਾ ਉੱਥੋਂ ਮੈਂ ਚਾਲੂ ਕਰ ਦੇਣਾ। ਗੈਪ ਨਾਲ ਸਾਨੂੰ ਨੁਕਸਾਨ ਆ ਭਾਈ, ਇਹ ਨਹੀਂ ਸਾਨੂੰ ਚਾਹੀਦਾ। ਨਹੀਂ ਤੇ ਤੁਸੀਂ ਤੇ ਆਪ ਸਾਰੇ ਕੰਮ ਕਰ ਲੈਂਦੇ ਹੋ, ਤੇ ਤੁਹਾਨੂੰ ਪੇਪਰ ਰੱਖਣ ਦੀ ਫਿਰ ਕੀ ਲੋੜ ਹੈ? 2-2 3-3 ਬੈਗ। ਇਸੇ ਕਿ ਜਨਾਨ ਫੀਸ ਦਾ ਜਨਾਨ ਦਾ ਦਾਰਾ ਪਤਾ ਕੀ ਚੀਜ਼ ਆ। ਇਹ ਤਾਂ ਹੁਣ ਮੈਂ ਕੈਮਰੇ ਤੇ ਕੀ ਦੱਸਾਂ ਤੁਹਾਨੂੰ। ਮੈਂ ਬੇਸ਼ੱਕ ਜਾਣੀ ਕਿ ਹਾਂ, ਜਾਣੀ ਕਿ ਕੋਈ ਹਾਂ ਸਾਨੂੰ ਕੋਈ ਸਮਝ ਨਹੀਂ ਲੱਗਦੀ। ਜੇ ਅੱਜ ਤੱਕ ਸਾਨੂੰ ਕੋਈ ਸਮਝ ਨਹੀਂ ਲੱਗੀ। ਥੱਬਿਆਂ ਦੇ ਥੱਬੇ ਪੇਪਰਾਂ ਦੇ ਸਾਡੇ ਇੱਥੇ ਸਾਹਮਣੇ ਪਏ ਆ, ਪਤਾ ਨਹੀਂ ਲੱਗਦਾ ਕੀ ਆ ਸਾਨੂੰ। ਜਿਹੜੇ ਅਸੀਂ ਕਾਰੀਗਰ, ਸਾਨੂੰ ਨਹੀਂ ਪਤਾ ਕੀ ਲੱਗਦਾ। ਹੋ ਸਕਦਾ ਅੱਜ ਸਾਡਾ ਉਹਨਾਂ ਪੇਪਰਾਂ ਨਾਲ ਕੰਮ ਹੋ ਜਾਵੇ, ਕੱਲ੍ਹ ਹੋ ਸਕਦਾ ਉਹਨਾਂ ਪੇਪਰਾਂ ਤੋਂ ਅਗਲਾ ਮੁੱਕਰ ਜਾਵੇ। ਤੇ ਅੱਛਾ, ਅਲਫਾ 2 ਦੇ ਇਮਤਿਹਾਨ ਦੇ ਬਾਰੇ ਕੋਈ ਅਪਡੇਟ ਹੈ ਕਿਦੋਂ ਕੋ? ਕੋਈ ਅਪਡੇਟ ਨਹੀਂ ਹਲੇ ਇਹਦੇ ਬਾਰੇ। ਮੇਰੇ ਖਿਆਲ 'ਚ ਅੰਦਾਜ਼ੇ ਦੇ ਨਾਲ ਜਾਣੀ ਕਿ ਮਾਰਚ ਅਪ੍ਰੈਲ ਵਿੱਚ ਹੁੰਦੇ ਆ। ਐਪਲੀਕੇਸ਼ਨਾਂ ਜਿਹੜੀਆਂ ਇਹਨਾਂ ਦੀਆਂ 15-20 ਫਰਵਰੀ ਤੋਂ ਖੁੱਲ੍ਹ ਜਾਣੀਆਂ ਇਮਤਿਹਾਨਾਂ ਦੀਆਂ। ਜਾਣੀ ਕਿ ਜਿਹੜਾ ਦਾਖਲਾ ਲੈਂਦੇ ਆ 15-20 ਫਰਵਰੀ ਦੇ ਨਜ਼ਦੀਕ ਜਾ ਕੇ ਖੁੱਲ੍ਹ ਜਾਣੀ ਆ। ਅਤੇ ਇਮਤਿਹਾਨ ਜਿਹੜਾ ਹੋਣਾ ਜਾ ਕੇ ਪਾਸਕੇ ਦੇ ਨੇੜੇ ਹੁੰਦਾ ਆ, ਜਦੋਂ ਠੰਡ ਸਾਰੀ ਨਿਕਲ ਜਾਣੀ ਆ। ਜਾਣੀ ਕਿ ਹੋ ਸਕਦਾ ਅਪ੍ਰੈਲ ਦੇ ਅੱਧ 'ਚ, ਹੋ ਸਕਦਾ ਮਈ ਦੇ ਸਟਾਰਟਿੰਗ ਵਿੱਚ। ਇੱਥੇ ਜਾ ਕੇ ਇਮਤਿਹਾਨ ਹੋਣਾ। ਇਹਦੀ ਕੋਈ ਡੇਟ ਨਹੀਂ ਹਲੇ ਕਲੀਅਰ ਹੋਈ। ਤੇ ਅੱਛਾ, ਵੈਸੇ ਜਿਹੜੇ ਯੂਨਾਨ ਦੀ ਨੈਸ਼ਨੈਲਿਟੀ ਬੰਦੇ ਅਪਲਾਈ ਕਰਦੇ ਉਹਨਾਂ ਵਾਸਤੇ ਜ਼ਰੂਰੀ ਡਾਕੂਮੈਂਟਸ ਕਿਹੜੇ ਨੇ? ਜ਼ਰੂਰੀ ਡਾਕੂਮੈਂਟ ਤਾਂ ਉਹਨਾਂ ਲਈ ਆ ਵੀ ਉਹ ਕਲੀਅਰੈਂਸ ਹੋਣੇ ਚਾਹੀਦੇ ਆ। 7 ਸਾਲ ਦੀਆਂ ਦਿਲੋਸੀਆਂ ਹੋਣੀਆਂ ਚਾਹੀਦੀਆਂ। ਇਸ ਟਾਈਮ ਜਿਹੜਾ ਕਾਨੂੰਨ ਆਇਆ ਹੈਗਾ ਸਾਡੇ ਕੋਲ, ਮੇਨ ਪੁਆਇੰਟ ਸਾਡੇ ਕੋਲ ਇਹ ਆ। ਬਾਕੀ ਤਾਂ ਸਾਡੇ ਆਪਣੀਆਂ ਕੰਟਰੀਆਂ, ਬਰਥ ਸਰਟੀਫਿਕੇਟ ਚਾਹੀਦਾ, ਫੈਮਿਲੀ ਸਰਟੀਫਿਕੇਟ ਚਾਹੀਦਾ, ਬਸ। ਤੇ ਦਿਲੋਸੀ ਮੈਕਸਿਮਮ ਕਿੰਨੇ ਦੀ ਹੋਏਗੀ? ਜਿੰਨੀ ਤੁਹਾਡੀ ਵਾਸਕੋ ਮਿਸਤੋ ਆ। ਹੁਣ ਤਾਂ ਵਾਸਕੋ ਮਿਸਤੋ 930 ਹੋ ਗਈ ਆ, ਤੇ ਦਿਲੋਸੀ ਤੁਹਾਡੀ 11,000 ਤੋਂ ਉੱਪਰ ਚਾਹੀਦੀ ਆ। ਜੇ ਇਹ ਤੋਂ ਪਿਛਲੀ ਵਾਸਕੋ ਮਿਸਤੋ ਲਾਈਏ ਤਾਂ ਤੁਹਾਡੀ 9,500 9,060 ਤੋਂ ਉੱਪਰ ਚਾਹੀਦੀ ਹੈ। ਜੇ ਉਹ ਤੋਂ ਪਿਛਲੀ ਲਾਈਏ ਤਾਂ ਹੋਰ ਰੇਟ ਹੈ, ਜੇ ਉਹ ਤੋਂ ਪਿਛਲੀ ਲਾਈਏ ਤਾਂ ਹੋਰ ਰੇਟ ਆ। ਯਾਨੀ ਹੁਣ ਮੌਜੂਦਾ ਜਿਹੜੀ ਉਹ ਤਕਰੀਬਨ 11,000 ਦੇ ਕਰੀਬ। ਹਾਂਜੀ, 11,000 ਦੇ, ਕਿਉਂਕਿ 930 ਇਹਨਾਂ ਨੇ ਤਨਖਾਹ ਕਰ ਦਿੱਤੀ ਆ। ਕਹਿੰਦਾ ਮਾਰਚ ਦੀ ਤੁਹਾਡੀ ਤਨਖਾਹ ਜਿਹੜੀ 930 ਦੀ ਲੱਗੂਗੀ। ਤੇ ਜਿਹੜੇ ਬੰਦਿਆਂ ਦੀ ਇੱਥੇ ਲੱਗਦੀ ਹੈ ਪੈਨਸ਼ਨ ਲੱਗਦੀ ਹੈ, ਉਹਨਾਂ ਵਾਸਤੇ ਵੀ ਇਹ ਡਾਕੂਮੈਂਟਸ ਪ੍ਰੋਵਾਈਡ ਨੇ? ਹਾਂਜੀ, ਉਹਨਾਂ ਲਈ ਵੀ ਇਹ ਚੀਜ਼ ਹੈ ਬਿਲਕੁਲ। ਜਿਹੜੇ ਜਿਹੜੇ ਇੱਥੇ ਦੇ ਪੈਨਸ਼ਨ ਦੇ ਬੰਦੇ, ਜਿਹੜੇ ਪੈਨਸ਼ਨ ਲੈਂਦੇ ਪਏ ਸਾਡੇ ਬੰਦੇ ਆਲਰੇਡੀ, ਤੇ ਜਿਹਨਾਂ ਨੂੰ ਪੈਨਸ਼ਨ ਲੱਭਣੀ, ਉਹਨਾਂ ਨੂੰ ਵੀ ਇਹ ਚੀਜ਼ਾਂ ਚਾਹੀਦੀਆਂ। ਉਹਨਾਂ ਨੂੰ ਫੈਮਿਲੀ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈਗੀ। ਤੇ ਪੈਨਸ਼ਨ ਵਾਸਤੇ ਜ਼ਰੂਰੀ ਹੈ ਇੱਥੇ ਕਿੰਨਾ ਅਰਸਾ ਗੁਜ਼ਾਰੇਗਾ ਜਾਂ ਜ਼ਰੂਰੀ ਏਜ ਹੈ? ਇਹ ਜ਼ਰੂਰੀ ਏਜ ਆ ਜੇ ਤੁਸੀਂ ਪੈਨਸ਼ਨ ਲੈਣੀ ਆ। ਜੇ ਤੁਹਾਡੀ ਉਮਰ ਆ, ਉਮਰ ਦੇ ਹਿਸਾਬ ਨਾਲ ਤੁਹਾਨੂੰ ਕਾਨੂੰਨ ਇਹ ਕਹਿੰਦਾ ਕਿ ਜਿਹੜਾ ਬੰਦਾ ਦੇਸ਼ ਦੇ ਵਿੱਚ 40 ਸਾਲ ਰਹਿ ਗਿਆ, ਜੇ ਮੇਰੇ ਕੋਲ ਮੰਨ ਲਓ ਗ੍ਰੀਕੀ ਨੈਸ਼ਨੈਲਿਟੀ ਆ, ਮੈਨੂੰ 40 ਸਾਲ ਦੇਸ਼ ਦੇ ਅੰਦਰ ਰਹਿ ਗਏ ਹੋਣੇ ਚਾਹੀਦੇ ਆ, ਤਾਂ ਫਿਰ ਮੈਂ ਦੋਨਾਂ ਪੈਨਸ਼ਨਾਂ ਦਾ ਅਧਿਕਾਰਦਾਰ ਆ। ਇੱਕ ਜਿਹੜੀ ਮੇਰੀ ਕੰਮ ਵਾਲੀ ਪੈਨਸ਼ਨ ਇੱਕ ਆ, ਮੈਨੂੰ ਐਫਕਾ ਦਿੰਦਾ ਉਹ, ਤੇ ਇੱਕ ਜਿਹੜੀ ਮੈਨੂੰ ਯੂਰਪੀਅਨ ਜਾਣੀ ਕਿ ਦੇਸ਼ ਸਾਡੀ ਕੰਟਰੀ ਗ੍ਰੀਸ ਦਿੰਦੀ ਆ ਬੁਢਾਪਾ ਪੈਨਸ਼ਨ, ਉਹ ਜਿਹਨੂੰ ਸਾਡੀ ਪੰਜਾਬੀ ਵਿੱਚ ਬੁਢਾਪਾ ਪੈਨਸ਼ਨ ਅਸੀਂ ਕਹਿੰਦੇ ਆ। ਉਹ 2 ਪੈਨਸ਼ਨਾਂ ਅਸੀਂ ਲੈਣੀਆਂ ਚਾਹੁੰਦੇ ਆ, ਤੇ ਸਾਨੂੰ 40 ਸਾਲ ਇੱਥੇ ਯੂਨਾਨ ਦੇ ਵਿੱਚ ਰਹਿ ਗਏ ਹੋਣੇ ਚਾਹੀਦੇ ਆ। ਉਹ ਕਾਨੂੰਨ ਗ੍ਰੀਕੀਆਂ ਦੇ ਉੱਪਰ ਜਿਹੜੇ ਇੱਥੇ ਗ੍ਰੀਕੀ ਪੈਦਾ ਹੋ ਚੁੱਕੇ ਆ। ਜੇ ਮੇਰੀ ਗੱਲ ਕਰੋ, ਮੇਰੇ ਤੇ ਕਾਨੂੰਨ ਇਹ ਆ ਕਿ ਮੈਨੂੰ ਕਿੰਨਾ ਚਿਰ ਹੋ ਗਿਆ, ਮੈਨੂੰ 25 ਸਾਲਾਂ ਤੋਂ ਉੱਪਰ ਹੋ ਗਿਆ। ਜਿਹੜੀ ਉਹ 392 ਪੈਨਸ਼ਨ ਉਹਨੂੰ ਘਟਾ ਕੇ ਸਰਕਾਰ ਨੇ, ਉਹ ਸਿਰਫ ਸਾਡੇ ਬਾਹਰਲੇ ਬੰਦਿਆਂ ਲਈ ਹੈ, ਗ੍ਰੀਕੀਆਂ ਤੇ ਨਹੀਂ ਹੈਗੀ। ਉਹ 300 ਜਾਣੀ ਕਿ ਕਿੰਨਾ ਚਿਰ ਹੋ ਗਿਆ ਵੀ ਇਹਨਾਂ ਦੇ ਸਾਲ ਨਾ ਮਾਰੇ ਜਾਣ। ਬਹੁਤ ਵਧੀਆ ਕੰਮ ਇਹ ਕੀਤਾ ਸੀਗਾ ਸਰਕਾਰ ਨੇ, ਨਿਆਂ ਡੈਮੋਕ੍ਰੇਟੀਆਂ ਨੇ ਕੀਤਾ ਇਹ ਗੱਲ ਕਿ ਇਹਨਾਂ ਨੇ ਉਹ ਕਹਿਤਾ ਕਿ ਹਾਂ ਬਾਹਰਲੇ ਬੰਦਿਆਂ ਨੂੰ 40 ਸਾਲ ਨਹੀਂ ਹੋਏ ਬੁਢਾਪਾ ਪੈਨਸ਼ਨ ਲਈ ਕੋਈ ਗੱਲ ਨਹੀਂ, 25 ਸਾਲਾਂ ਤੋਂ ਉੱਪਰ ਹੋ ਗਏ, ਹਾਂ ਠੀਕ ਹੈ ਬੁਢਾਪਾ ਪੈਨਸ਼ਨ ਲੈ ਸਕਦੇ, ਲੇਕਿਨ ਉਹਨਾਂ ਨੂੰ ਘਟਾ ਦਿੱਤਾ। ਜਾਣੀ ਕਿ 392 ਨਹੀਂ ਲੈਣੇ, ਤੁਸੀਂ 280 ਲੈ ਲੈਣੇ ਆ। ਫਿਰ ਤੁਹਾਡੇ 5 ਸਾਲ ਲੰਘ ਗਏ, ਤੁਹਾਨੂੰ 30 ਸਾਲ ਹੋ ਗਏ, ਫਿਰ ਤੁਹਾਨੂੰ 5 ਸਾਲਾਂ ਦਾ ਥੋੜ੍ਹੇ ਜਿਹੇ ਫਿਰ ਵਧਾ ਦੇਣੇ ਆ। ਫਿਰ ਤੁਹਾਨੂੰ 35 ਸਾਲ ਹੋ ਗਏ, ਤੁਹਾਡੀ ਫਿਰ ਵਧਾ ਦੇਣੀ ਆ। ਫਿਰ ਤੁਸੀਂ ਜੀਂਦੇ ਹੀ ਆ ਤੇ 40 ਸਾਲ ਤੱਕ
ਨਹੀਂ ਜੇ ਏਜ ਕਿੰਨੀ ਹੋ ਜੇ ਏਜ ਕਿੰਨੀ ਹੋਣੀ ਚਾਹੀਦੀ ਹੈ ਬੰਦੇ ਦੀ? ਜੇ ਤੁਸੀਂ ਉਹੀ ਤੁਹਾਨੂੰ ਮੈਂ ਦੱਸਦਾ ਪਿਆ, ਜੇ ਤੁਸੀਂ ਇੱਥੇ ਪੈਦਾ ਹੋਏ ਆ ਫਿਰ ਤੁਹਾਨੂੰ 62 40 ਸਾਲ ਤੁਸੀਂ ਗ੍ਰੀਸ ਦੇ ਵਿੱਚ ਕੰਮ ਕੀਤਾ ਹੋਵੇ ਤਾਂ 62 ਸਾਲ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਆ। ਨਹੀਂ ਬਾਜ਼ ਦਫਾ ਬੜੇ ਸਾਰੇ ਜੀ ਆ ਵੀ ਆਂਦੇ ਜਿਹੜੇ ਸਾਡੇ 4.5 ਦੀ ਐਨਸਮਾਂ ਤੇ ਪੈਨਸ਼ਨ ਲੈਣੀ ਚਾਹੁੰਦੇ ਆ ਉਹ 67 ਸਾਲਾਂ ਦੇ ਹੋਣੇ ਚਾਹੀਦੇ ਆ। 67 ਸਾਲ ਹੈ ਮੈਂ ਪੁੱਛ ਹਾਂਜੀ, ਉਹ 67 ਸਾਲ ਦੀ ਹੋਣੀ ਚਾਹੀਦੀ ਹੈ, 4.5 ਐਨਸਮਾਂ ਹੋਣਾ ਚਾਹੀਦਾ। ਇਹ ਜ਼ਰੂਰੀ ਨੇ ਤੇ ਦਿਲੋਸੀਆਂ ਵਗੈਰਾ ਉਹਲੇ ਕੋਈ ਦਿਲੋਸੀ ਨਹੀਂ, ਸਿਰਫ ਐਨਸੀ ਮੈਂ ਤੁਹਾਡੇ ਹੋ ਸਿਰਫ ਤੁਹਾਡੇ ਐਨਸਮੇ ਹੋਣੇ ਚਾਹੀਦੇ, ਉਹਨੇ ਕੋਈ ਦਿਲੋਸੀ ਚਾਹੇ ਜ਼ੀਰੋ ਦੀ ਆ ਚਾਹੇ ਜਿੰਨੀਆਂ ਮਰਜ਼ੀ ਦਿਲੋਸੀਆਂ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਠੱਬਾ ਬਣ ਕੇ ਦੇ ਦਿਓ, ਉਹਨਾਂ ਨੇ ਉਹਦੀਆਂ ਅਮਾਉਂਟਾਂ ਨਹੀਂ ਦੇਖਣੀਆਂ, ਸਾਲ ਹੀ ਦੇਖਣੇ ਆ ਵੀ ਇਹ ਬੰਦਾ ਇੱਥੇ ਹੀ ਸੀ। ਬਾਕੀ ਭਾਈ ਕੁਮਾਰ ਤੁਹਾਡੀ ਮੁਹੱਬਤ ਹੈ ਬਹੁਤ ਜ਼ਿਆਦਾ ਮਸ਼ਕੂਰ ਹਾਂ, ਤੂੰ ਆਪਣਾ ਕੀਮਤੀ ਟਾਈਮ ਦਿੱਤਾ ਤੇ ਇਨਸ਼ਾਅੱਲਾ ਅਸੀਂ ਦੁਬਾਰਾ ਤੋਂ ਫੇਰ ਉਹਨਾਂ ਦੇ ਇੰਟਰਵਿਊ ਕਰਨ ਆ ਜਾਵਾਂਗੇ ਭਾਈ ਕੁਮਾਰ ਦਾ। ਤੁਹਾਡੇ ਕੋਈ ਵੀ ਸਵਾਲਾਤ ਹੋਣ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਮਿਲਦੇ ਹਾਂ ਨਦਰ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।